ਹੈਲੋ ਸਟੂਡੈਂਟਸ। ਹਾਂਜੀ, ਤੁਹਾਡਾ ਸਾਰਿਆਂ ਦਾ ਸਵਲ ਕਲਾਸਿਸ ਦੇ YouTube ਚੈਨਲ ਤੇ ਸਵਾਗਤ ਹੈ ਜੀ। ਹਾਂਜੀ ਸਟੂਡੈਂਟਸ, ਜੋ ਅੱਜ ਅਸੀਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਜੀ, ਸੋ ਇਹ UGC ਨੈਟ ਨੂੰ ਜੋ ਹੈ ਲੈ ਕੇ ਬਣਾਈ ਜਾ ਰਹੀ ਹੈ। ਠੀਕ ਹੈ ਜੀ। ਸੋ ਸਵਲ ਕਲਾਸਿਸ ਵੱਲੋਂ ਹੈ UGC ਨੈਟ ਦਾ ਇਹ ਜੋ ਗਰੁੱਪ ਸਟਾਰਟ ਜੋ ਅਸੀਂ ਕਰਨ ਜਾ ਰਹੇ ਹਾਂ। ਸੋ ਇਹ ਸਾਨੂੰ ਪਤਾ ਹੀ ਹੈ ਕਿ ਜੋ ਪਹਿਲਾਂ UGC ਨੈਟ ਦਾ ਐਗਜ਼ਾਮ ਹੁੰਦਾ ਸੀ, ਹੁਣ ਉਹ ਐਗਜ਼ਾਮ ਜਿਹੜਾ ਹੈ NTA ਵੱਲੋਂ ਜਿਹੜਾ ਹੋ ਰਿਹਾ ਹੈ ਜੀ। ਹਾਂਜੀ, ਸੋ ਅੱਜ ਦੇ ਅਸੀਂ ਲੈਕਚਰ ਦੇ ਵਿੱਚ, ਕਿਉਂਕਿ ਫਸਟ ਲੈਕਚਰ ਆ, ਤਾਂ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਜੋ ਹੈ ਜਿਹੜਾ ਸਿਲੇਬਸ ਹੈ ਪੰਜਾਬੀ ਦਾ, ਆਪਣੀ UGC ਨੈਟ ਪੰਜਾਬੀ ਦਾ ਜੋ ਸਿਲੇਬਸ ਹੈ ਉਸ ਨੂੰ ਡਿਸਕਸ ਕਰਾਂਗੇ। ਤੇ ਉਸ ਤੋਂ ਬਾਅਦ ਜੋ ਹੈ ਅਸੀਂ ਜੋ ਡੇਲੀ ਇਸ ਦੇ ਉੱਪਰ ਜੋ ਹੈ ਪੰਜਾਬੀ UGC ਨੈਟ ਦਾ ਜੋ ਹੈ MCQs ਦੇ ਜੋ ਲੈਕਚਰ ਜੋ ਉਹ ਰੋਜ਼ ਹੋਇਆ ਕਰਨਗੇ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਸਿਲੇਬਸ ਦੇਖਦੇ ਹਾਂ ਕਿ UGC ਨੈਟ ਦਾ ਸਿਲੇਬਸ ਜਿਹੜਾ ਹੈ ਉਹ ਉਸ ਦੇ ਵਿੱਚ ਕੀ ਕੁਛ ਹੈ। ਹਾਂਜੀ, ਸਭ ਤੋਂ ਪਹਿਲਾਂ ਜਿਹੜੇ ਹੈ ਸਾਰੇ ਸਟੂਡੈਂਟਸ ਪਲੀਜ਼ ਜਿਹੜਾ ਹੈ ਸਵਲ ਕਲਾਸਿਸ ਦੇ YouTube ਚੈਨਲ ਨੂੰ ਜਿਹੜਾ ਹੈ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਇਸ ਨੂੰ ਆਪਣੇ ਫਰੈਂਡਸ ਨਾਲ ਜਿਹੜਾ ਹੈ ਸ਼ੇਅਰ ਕਰ ਲਓ। ਹਾਂਜੀ, ਸੋ ਜਿਹੜਾ UGC ਨੈਟ ਜੋ ਹੈ, ਠੀਕ ਹੈ ਜੀ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ UGC ਨੈਟ ਬਿਊਰੋ ਦੁਆਰਾ ਜਿਹੜਾ ਇਹ ਸਿਲੇਬਸ ਆਪਾਂ ਨੂੰ ਜੋ ਦਿੱਤਾ ਗਿਆ ਹੈ, ਸੋ ਇਸ ਨੂੰ ਜਿਹੜਾ ਹੈ ਜੋ ਸਿਲੇਬਸ ਦਿੱਤਾ ਗਿਆ, ਸੋ ਜਿੰਨਾ ਵੀ ਇਹ ਸਾਰਾ ਸਿਲੇਬਸ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ MA ਤੱਕ ਜਾਂ ਠੀਕ ਹੈ, ਸਾਰਾ ਇਹ ਸਿਲੇਬਸ ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਪੜ੍ਹਿਆ ਜ਼ਰੂਰ ਹੋਇਆ। ਠੀਕ ਹੈ ਜੀ। ਹਾਂਜੀ, ਸੋ ਸਿਲੇਬਸ ਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਯੂਨਿਟ ਹੈ, ਇਸ ਦੇ ਵਿੱਚ ਜੋ ਆਪਾਂ ਨੂੰ ਦਿੱਤਾ ਹੈ ਉਹ ਹੈ ਜੀ ਸਾਹਿਤ। ਠੀਕ ਹੈ ਜੀ। ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਤੇ ਸਾਹਿਤ ਇਤਿਹਾਸਕਾਰੀ। ਠੀਕ ਹੈ ਜੀ। ਸੋ ਇਸ ਦੇ ਵਿੱਚ ਆਪਾਂ ਨੂੰ ਪਹਿਲਾਂ ਸਾਹਿਤ ਨੂੰ ਆਪਾਂ ਦੇਖਣਾ ਹੈ ਕਿ ਸਾਹਿਤ ਹੁੰਦਾ ਕੀ ਹੈ, ਸਾਹਿਤ ਦੇ ਕਿਹੜੇ ਕਿਹੜੇ ਜਿਹੜੇ ਰੂਪ ਨੇ ਆਪਣੇ ਕੋਲ, ਕਿਹੜੀਆਂ ਕਿਹੜੀਆਂ ਵਿਧਾਵਾਂ ਨੇ। ਠੀਕ ਹੈ। ਜਾਂ ਇਹ ਸਾਹਿਤ ਸ਼ਾਸਤਰੀ ਪਰੰਪਰਾ ਜਿਹਦੇ ਕੋਲ ਸਾਡੇ ਕੋਲ ਜਿਹੜਾ ਕਾਵਿ ਸ਼ਾਸਤਰ ਹੈ ਜਾਂ ਕੁਝ ਹੋਰ, ਠੀਕ ਹੈ, ਉਹ ਕਿਸ ਤਰ੍ਹਾਂ ਇਹ ਚੱਲਦਾ। ਤੇ ਸਾਹਿਤ ਦੀ ਇਤਿਹਾਸਕਾਰੀ, ਸੋ ਇਤਿਹਾਸਕਾਰ ਜਿਹੜੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਆਪਣੇ ਅਨੁਸਾਰ ਜੋ ਕੀਤੀ ਹੈ ਉਹ ਕਿਸ ਤਰ੍ਹਾਂ ਕੀਤੀ ਹੈ। ਸੋ ਇਸ ਦੇ ਯੂਨਿਟ ਦੇ ਅਕੋਰਡਿੰਗ ਅੱਗੇ ਜੋ ਉਹਨਾਂ ਨੇ ਅੱਗੇ ਸਭ ਹੈਡਿੰਗ ਜੋ ਬਣਾਏ ਨੇ ਆਪਾਂ ਨੂੰ ਸਿਲੇਬਸ ਦੇ ਵਿੱਚ। ਸੋ ਸਭ ਤੋਂ ਪਹਿਲਾਂ ਹੈ ਜੀ ਸਾਹਿਤ ਦੇ ਵਿੱਚ ਆਪਾਂ ਨੇ ਇਸ ਦੇ ਵਿੱਚ ਕੀ ਕੁਝ ਕਰਨਾ ਹੋਏਗਾ। ਸੋ ਸਾਹਿਤ ਦੇ ਵਿੱਚ ਜਿਹੜਾ ਆਪਾਂ ਨੂੰ ਇਸ ਦੀ ਪਰਿਭਾਸ਼ਾ, ਸਰੂਪ ਅਤੇ ਤੱਤ ਜਿਹੜੇ ਆਪਾਂ ਇਸ ਦੇ ਜਿਹੜੇ ਬਹੁਤ ਧਿਆਨ ਦੇ ਨਾਲ ਦੇਖਾਂਗੇ, ਕਿਉਂਕਿ ਆਪਾਂ ਜਿਹੜੇ ਓਪਨ ਲੈਕਚਰ MCQs ਦੇ ਉਹ ਸਾਰਿਆਂ ਲਈ ਸਟਾਰਟ ਜੋ ਕਰਾਂਗੇ MCQs ਦੇ, ਪਰ ਲੇਕਿਨ ਥਿਊਰੀ ਲੈਕਚਰ ਜਿਹੜੇ ਉਹ ਅਲੱਗ ਤੋਂ ਲੱਗਣਗੇ। ਠੀਕ ਹੈ ਜੀ। ਸੋ ਇਸ ਦੇ ਵਿੱਚ ਜਿਹੜਾ ਆਪਾਂ ਡਿਟੇਲ ਦੇ ਵਿੱਚ ਪਰਿਭਾਸ਼ਾ, ਸਾਹਿਤ ਦੀ ਪਰਿਭਾਸ਼ਾ ਕੀ ਹੈ, ਸਰੂਪ ਕੀ ਹੈ, ਇਸ ਦੇ ਤੱਤ ਕੀ ਹੈ, ਸੋ ਇਹਨਾਂ ਬਾਰੇ ਜਾਣਕਾਰੀ ਆਪਾਂ ਹਾਸਿਲ ਕਰਾਂਗੇ ਵਿਸਥਾਰ ਦੇ ਵਿੱਚ। ਸੋ ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਕੀ ਸੰਬੰਧ ਹੈ, ਜਿਵੇਂ ਕਿ ਸਾਹਿਤ ਦਾ ਭਾਸ਼ਾ ਨਾਲ ਕੀ ਸੰਬੰਧ ਹੈ, ਸਮਾਜ ਨਾਲ ਕੀ ਸੰਬੰਧ ਹੈ, ਇਤਿਹਾਸ ਨਾਲ, ਮਨੋਵਿਗਿਆਨ, ਸੱਭਿਆਚਾਰ, ਧਰਮ, ਦਰਸ਼ਨ ਅਤੇ ਰਾਜਨੀਤੀ ਨਾਲ। ਠੀਕ ਹੈ ਜੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਜੋ ਲੇਖਕ ਹੈ ਕਿਸੇ ਵੀ ਸਾਹਿਤ ਰੂਪ ਦੀ ਵਿਧਾ ਦੀ ਜਿਹੜੀ ਰਚਨਾ ਕਰਦਾ ਹੈ ਤਾਂ ਉਹ ਸਮਾਜ ਦੇ ਵਿੱਚ ਹੀ ਰਹਿੰਦਾ, ਤੇ ਸਮਾਜ ਦੇ ਵਿੱਚ ਹੋ ਰਹਿਣ ਦੇ ਨਾਤੇ ਹੀ ਉਹ ਜਿਹੜਾ ਆਪਣੇ ਆਲੇ ਦੁਆਲੇ ਜਿਹੜਾ ਸਾਰਾ ਕੁਝ ਦੇਖਦਾ ਹੈ, ਆਪਣੇ ਆਲੇ ਦੁਆਲੇ ਦੇ ਵਿੱਚੋਂ ਹੀ ਉਹ ਕੁਛ ਨਾ ਕੁਛ ਇਹੋ ਜਿਹਾ ਜਿਹੜਾ ਉਸਦੀ ਸੰਵੇਦਨਾ ਨੂੰ ਜਿਹੜਾ ਟੁੰਬਦਾ ਹੈ, ਉਹ ਅਜਿਹਾ ਵਿਸ਼ਾ ਲੈਂਦਾ ਤੇ ਉਸਨੂੰ ਕਿਸੇ ਨਾ ਕਿਸੇ ਭਾਸ਼ਾ ਦੇ ਦੁਆਰਾ, ਠੀਕ ਹੈ ਜੀ, ਕਿਉਂਕਿ ਸਮਾਜ ਨਾਲ ਜੁੜਿਆ ਹੋਇਆ ਹੈ, ਸਮਾਜ ਦੇ ਵਿੱਚ ਕੁਛ ਨਾ ਕੁਛ ਲਏਗਾ ਤੇ ਕਿਸੇ ਨਾ ਕਿਸੇ ਭਾਸ਼ਾ ਦੇ ਦੁਆਰਾ ਹੀ ਉਹ ਉਸਨੂੰ ਪੇਸ਼ ਕਰੇਗਾ। ਠੀਕ ਹੈ, ਜੋ ਉਸਦੇ ਮਨ ਦੇ ਵਿੱਚ ਜੋ ਵਿਚਾਰ ਜਿਹੜੇ ਆਉਣਗੇ। ਸੋ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਸਾਹਿਤ ਦੇ ਜਿਹੜਾ ਵੱਖ-ਵੱਖ ਇਹਨਾਂ ਦੇ ਅਨੁਸ਼ਾਸਨਾਂ ਨਾਲ ਕੀ ਸੰਬੰਧ ਹੈ, ਭਾਸ਼ਾ ਨਾਲ ਕੀ ਹੈ, ਸਮਾਜ ਨਾਲ ਕੀ ਹੈ, ਇਤਿਹਾਸ, ਮਨੋਵਿਗਿਆਨ, ਸੱਭਿਆਚਾਰ ਆਦਿ ਇਹਨਾਂ ਸਾਰਿਆਂ ਨਾਲ ਕੀ ਇਹਨਾਂ ਦਾ ਸੰਬੰਧ ਹੈ। ਸੋ ਇਸ ਨੂੰ ਜਿਹੜਾ ਆਪਾਂ ਵਿਸਥਾਰ ਦੇ ਵਿੱਚ ਦੇਖਾਂਗੇ। ਸੋ ਸਾਹਿਤ ਪ੍ਰਗਟਾ ਦੀਆਂ ਵਿਧੀਆਂ, ਸਾਹਿਤ ਕੋਈ ਲੇਖਕ ਸਾਹਿਤ ਦੀ ਰਚਨਾ ਕਰਦਾ ਹੈ ਤਾਂ ਸਾਹਿਤ ਪ੍ਰਗਟਾ ਦੀਆਂ ਵਿਧੀਆਂ ਕਿਹੜੀਆਂ ਹੋਣਗੀਆਂ। ਠੀਕ ਹੈ। ਸੋ ਉਹਨਾਂ ਦੇ ਵਿੱਚ ਪ੍ਰਗੀਤਕ ਕੀ ਹੈ, ਬਿਰਤਾਂਤਕ ਕੀ ਹੈ ਤੇ ਨਾਟਕੀ ਵਿਧੀ ਜਿਹੜੀ ਕੀ ਹੈ। ਸੋ ਇਹਨਾਂ ਨੂੰ ਆਪਾਂ ਜੋ ਡਿਟੇਲ ਦੇ ਵਿੱਚ ਜੋ ਦੇਖਾਂਗੇ ਜੀ। ਅੱਗੇ ਹੈ ਜੀ ਆਪਣੇ ਕੋਲ ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅੰਤਰ ਨਿਖੇੜਾ। ਸੋ ਆਪਾਂ ਪਹਿਲਾਂ ਇਹਨਾਂ ਨੂੰ ਸਾਹਿਤ ਨੂੰ ਸਮਝਾਂਗੇ, ਸਾਹਿਤ ਵਿਗਿਆਨ ਨੂੰ ਸਮਝਾਂਗੇ ਤੇ ਸਾਹਿਤ ਇਤਿਹਾਸ ਨੂੰ ਸਮਝਣ ਤੋਂ ਬਾਅਦ ਆਪਾਂ ਇਹਨਾਂ ਨੂੰ ਇਹਨਾਂ ਦੀਆਂ ਵੱਖਰਤਾਵਾਂ ਬਾਰੇ, ਇਹਨਾਂ ਦਾ ਅੰਤਰ ਨਿਖੇੜਾ ਜਿਹੜਾ ਕਰਕੇ ਦੇਖਾਂਗੇ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਆਪਸ ਨੂੰ ਜਿਹੜਾ ਇੱਕ ਦੂਸਰੇ ਨਾਲੋਂ ਅਲੱਗ ਕਰਦੀ ਹੈ, ਜੋ ਨਿਖੇੜਦੀ ਹੈ। ਸੋ ਇਸ ਨੂੰ ਸਾਰੇ ਨੂੰ ਜਿਹੜਾ ਸਾਹਿਤ ਦਾ ਜਿਹੜਾ ਇਹ ਹੈ ਯੂਨਿਟ, ਇਸ ਨੂੰ ਪੂਰੇ ਤਰੀਕੇ ਦੇ ਨਾਲ ਆਪਾਂ ਵਿਸਥਾਰ ਦੇ ਵਿੱਚ ਜਿਹੜਾ ਇਸ ਨੂੰ ਜੋ ਦੇਖਾਂਗੇ। ਹਾਂਜੀ, ਸੋ ਨੈਕਸਟ ਇਸ ਦੇ ਨਾਲ ਹੀ ਹੈ।
ਸੋ ਅੱਗੇ ਆਪਾਂ ਨੂੰ ਸਾਹਿਤ ਦੇ ਰੂਪ ਜੋ ਦਿੱਤੇ ਹੋਏ ਨੇ, ਸੋ ਇਹਨਾਂ ਨੇ ਇਸਨੂੰ ਦੋ ਭਾਗਾਂ ਦੇ ਵਿੱਚ ਸਾਨੂੰ ਦਿੱਤਾ ਹੈ। ਇੱਕ ਸਾਨੂੰ ਜਿਹੜਾ ਹੈ ਮੱਧਕਾਲੀ ਰੂਪ ਤੇ ਇੱਕ ਆਧੁਨਿਕ ਰੂਪ। ਸੋ ਮੱਧਕਾਲੀ ਰੂਪ ਦੇ ਵਿੱਚ ਜਿਵੇਂ ਅਸੀਂ ਜਾਣਦੇ ਹਾਂ ਕਿ ਸਾਰੇ ਜਿਹੜੇ ਆਪਣੇ ਕੋਲ ਸ਼ਬਦ, ਸ਼ਲੋਕ, ਕਾਫੀ, 12ਵਾਂ, ਸ਼ੀਰਫੀ, ਕਿੱਸਾ, ਵਾਰ, ਜੰਗਨਾਮਾ, ਜਨਮ ਸਾਖੀ, ਟੀਕਾ ਅਤੇ ਪਰਚੀਆਂ। ਸੋ ਇਹ ਜਿਹੜੇ ਮੱਧਕਾਲੀ ਕਾਵ ਰੂਪ ਨੇ ਸਾਡੇ ਕੋਲ, ਠੀਕ ਹੈ। ਸੋ ਇਹਨਾਂ ਨੂੰ ਅਸੀਂ ਵੱਖਰੇ ਵੱਖਰੇ ਤੌਰ ਤੇ ਦੇਖਾਂਗੇ ਕਿ ਸ਼ਬਦ ਕੀ ਹੁੰਦਾ ਹੈ, ਸ਼ਲੋਕ ਕੀ ਹੁੰਦਾ ਹੈ, ਕਾਫੀ ਕੀ ਹੈ, 12ਵਾਂ ਕੀ ਹੈ, ਸ਼ੀਰਫੀ ਕੀ ਹੈ, ਠੀਕ ਹੈ। ਸੋ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਦੇਖਾਂਗੇ ਕਿ ਇਹਨਾਂ ਆਪਸ ਦੇ ਵਿੱਚ ਇੱਕ ਦੂਸਰੇ ਨਾਲੋਂ ਵੱਖਰੇ ਕਿਵੇਂ ਨੇ, ਠੀਕ ਹੈ ਜੀ। ਸੋ 12ਵਾਂ ਜਿਵੇਂ ਆਪਾਂ ਸਾਰੇ ਜਾਣਦੇ, ਇਸ ਦੇ ਨਾਮ ਤੇ ਆਪਾਂ ਨੂੰ ਹੋ ਜਾਂਦਾ ਹੈ ਕਿ ਗਿਆਤ ਕਿ 12ਵਾਂ 12 ਮਹੀਨਿਆਂ ਨੂੰ ਆਧਾਰ ਬਣਾ ਕੇ ਜਿਹੜੀ ਕਵਿਤਾ ਰਚੀ ਜਾਂਦੀ। ਸ਼ੀਰਫੀ ਜਿਹੜੀ ਹੈ ਉਹ ਅਰਬੀ ਵਰਣਮਾਲਾ ਦੇ 30 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਜਾਂਦੀ। ਕਿੱਸਾ ਕਿਸੇ ਪ੍ਰੇਮ ਕਹਾਣੀ ਨੂੰ ਬਿਆਨ ਕਰਨਾ ਵਾਰ ਦੇ ਵਿੱਚ, ਠੀਕ ਹੈ। ਇਸੇ ਤਰ੍ਹਾਂ ਜੰਗਨਾਮਾ ਇਹ ਬੀਰਸੀ ਆ ਜਾਂਦੇ ਨੇ। ਸੋ ਇਹ ਸਾਰੇ ਜਿਹੜੇ ਆਪਣੇ ਕੋਲ ਨੇ ਇਹ ਮੱਧਕਾਲੀ ਸਾਹਿਤ ਜਿਹੜਾ ਰੂਪ ਹੈ। ਸੋ ਇਸ ਦੇ ਨਾਲ ਹੀ ਆਪਣੇ ਕੋਲ ਜੋ ਆਧੁਨਿਕ ਰੂਪ ਸਾਨੂੰ ਮਿਲਦਾ ਹੈ, ਜਿਸ ਦੇ ਵਿੱਚ ਸਾਨੂੰ ਗੀਤ, ਨਜ਼ਮ, ਗਜ਼ਲ, ਰੁਬਾਈ ਤੇ ਹਾਈਕੂ ਜਿਹੜੇ ਹੈ ਇਹ ਸਾਡੇ ਕੋਲ ਆਧੁਨਿਕ ਕਾਵ ਰੂਪ ਨੇ ਇਹ ਸਾਰੇ, ਠੀਕ ਹੈ ਜੀ। ਸੋ ਇਹਨਾਂ ਨੂੰ ਆਪਾਂ ਇਹਨਾਂ ਦੇ ਵਿੱਚ ਦੇਖਾਂਗੇ ਵੀ ਗੀਤ ਕੀ ਹੁੰਦਾ ਹੈ, ਨਜ਼ਮ ਕੀ ਹੁੰਦਾ ਹੈ, ਗਜ਼ਲ ਕੀ ਹੁੰਦਾ ਹੈ, ਰੁਬਾਈ ਔਰ ਹਾਈਕੂ, ਠੀਕ ਹੈ ਜੀ। ਸੋ ਹਾਈਕੂ ਜਿਵੇਂ ਸਾਨੂੰ ਪਤਾ ਹੈ ਕਿ ਨਵੀਂ ਜਾਪਾਨੀ ਕਾਵਿ ਵਿਧਾ ਹੈਗੀ ਹੈ ਕਿ ਕਿਸ ਤਰ੍ਹਾਂ 3 ਸਤਰਾਂ ਦੇ ਵਿੱਚ ਇਸਨੂੰ 5-7-5 ਦੇ ਸ਼ਬਦਾਂ ਦੇ ਨਾਲ ਇਸਨੂੰ ਜਿਹੜਾ ਉਹ ਬਿਆਨ ਕੀਤਾ ਜਾਂਦਾ ਆਪਣੇ ਭਾਵਨਾਵਾਂ ਨੂੰ, ਵਿਚਾਰਾਂ ਨੂੰ। ਰੁਬਾਈ ਜਿਹੜਾ 4 ਸਤਰਾਂ ਦਾ ਹੁੰਦਾ ਹੈ, ਗਜ਼ਲ, ਨਜ਼ਮ, ਗੀਤ, ਇਸ ਤਰ੍ਹਾਂ ਸਾਰੇ ਇਹਨਾਂ ਨੂੰ ਜਿਹੜਾ ਵੱਖ-ਵੱਖ ਤੌਰ ਤੇ ਆਪਾਂ ਜੋ ਦੇਖਾਂਗੇ। ਅੱਗੇ ਜੀ ਆਪਣੇ ਕੋਲ ਨਾਵਲ ਅਤੇ ਨਿੱਕੀ ਕਹਾਣੀ, ਠੀਕ ਹੈ ਜੀ। ਸੋ ਨਾਵਲ ਅਤੇ ਨਿੱਕੀ ਕਹਾਣੀ ਜਿਹੜੀ ਆਪਣੇ ਕੋਲ ਇਹ ਗਲਪ ਦੇ ਅੰਡਰ ਜਿਹੜਾ ਆਉਂਦਾ, ਜਿਵੇਂ ਆਪਾਂ ਨੂੰ ਕਾਵ ਰੂਪ ਕਹਿ ਦਿੱਤਾ, ਇਹ ਗਲਪ ਦੇ ਅਧੀਨ ਆਉਂਦੇ ਨੇ। ਗਲਪ ਦੇ ਵਿੱਚ ਆਪਣੇ ਕੋਲ ਨਾਵਲ ਅਤੇ ਨਿੱਕੀ ਕਹਾਣੀ ਜਿਹੜਾ ਆ ਜਾਂਦਾ ਹੈ। ਸੋ ਆਪਾਂ ਇਹਨਾਂ ਦੇ ਨਾਲ ਨਾਲ ਇਹਨਾਂ ਨੂੰ ਇਹ ਤਾਂ ਜਾਣਾਂਗੇ ਹੀ ਕਿ ਨਾਵਲ ਕੀ ਹੈ, ਨਿੱਕੀ ਕਹਾਣੀਆਂ ਜਾਂ ਰੁਬਾਈ ਕੀ ਹੈ। ਸੋ ਇਹਨਾਂ ਦੀ ਖਾਸ ਵਿਸ਼ੇਸ਼ਤਾਵਾਂ ਕੀ ਨੇ, ਠੀਕ ਹੈ, ਜਾਂ ਇਹਨਾਂ ਦੇ ਕੀ ਲੱਛਣ ਨੇ, ਕੀ ਤੱਤ ਨੇ। ਸੋ ਉਹਨਾਂ ਨੂੰ ਵੀ ਆਪਾਂ ਇਹਨਾਂ ਦੇ ਨਾਲ ਨਾਲ ਵਿਸਥਾਰ ਦੇ ਰੂਪ ਵਿੱਚ ਜਾਣਨ ਦੀ ਕੋਸ਼ਿਸ਼ ਜਿਹੜਾ ਹੈ ਉਹ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ ਹੈ ਜੀ ਨਾਟਕ ਅਤੇ ਇਕਾਂਗੀ। ਇਹ ਸਾਰੇ ਜਿਹੜੇ ਆਧੁਨਿਕ ਰੂਪ ਨੇ, ਨਾਟਕ ਅਤੇ ਇਕਾਂਗੀ। ਸੋ ਨਾਟਕ ਅਤੇ ਇਕਾਂਗੀ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਸਾਡੇ ਕੋਲ ਨਾਟਕ ਮਿਲ ਜਾਂਦਾ ਹੈ ਸਾਨੂੰ, ਇੱਕ ਇਕਾਂਗੀ ਸਾਡੇ ਕੋਲ ਆ ਜਾਂਦੀ ਹੈ ਤੇ ਨਾਲ ਹੀ ਇੱਕ ਜਿਹੜਾ ਕਾਵ ਨਾਟਕ, ਠੀਕ ਹੈ, ਕਾਵ ਨਾਟਕ ਵੀ ਜਿਹੜਾ ਹੈ ਸਾਨੂੰ ਉਹ ਮਿਲਦਾ ਹੈ। ਸੋ ਇਸ ਨੂੰ ਜਿਹੜਾ ਹੈ ਅਸੀਂ ਇਹ ਵੀ ਪੂਰਾ ਧਿਆਨ ਦੇ ਵਿੱਚ ਜੋ ਰੱਖਾਂਗੇ ਕਿ ਇਹਨਾਂ ਦੇ ਵਿੱਚ ਨਾਟਕ ਕੀ ਹੈ ਤੇ ਨਾਟਕ ਤੇ ਇਕਾਂਗੀ ਦਾ ਆਪਸ ਦੇ ਵਿੱਚ ਕੀ ਫਰਕ ਹੈ, ਕਿਸ ਕਾਰਨ ਕਰਕੇ ਇਸ ਨੂੰ ਆਪਾਂ ਇਕਾਂਗੀ ਕਹਿੰਦੇ ਹਾਂ ਤੇ ਜਾਂ ਕਿਸ ਕਾਰਨ ਕਿਸ ਨੂੰ ਨਾਟਕ ਕਿਹਾ ਜਾਂਦਾ ਜਾਂ ਫਿਰ ਕਾਵ ਨਾਟਕ ਕੀ ਹੈ। ਸੋ ਇਸ ਨੂੰ ਬੜੇ ਵਿਸਥਾਰ ਦੇ ਵਿੱਚ ਅਸੀਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਅੱਗੇ ਸਾਡੇ ਕੋਲ ਆਉਂਦਾ ਹੈ ਜੀ ਨਿਬੰਧ, ਸਫ਼ਰਨਾਮਾ, ਡਾਇਰੀ, ਜੀਵਨੀ, ਸਵੈ ਜੀਵਨੀ ਅਤੇ ਰੇਖਾ ਚਿੱਤਰ। ਜੋ ਇਹ ਸਾਰੀਆਂ ਚੀਜ਼ਾਂ ਨੇ ਆਪਣੇ ਕੋਲ, ਇਹ ਸਾਡੇ ਕੋਲ ਆਧੁਨਿਕ ਵਾਰਤਕ ਦੇ ਅਧੀਨ ਆਉਂਦੀਆਂ ਨੇ, ਠੀਕ ਹੈ ਜੀ। ਇਹ ਸਾਡੇ ਕੋਲ ਸਾਰਾ ਕੀ ਹੋਗਾ, ਵਾਰਤਕ ਦੇ ਅਧੀਨ। ਸੋ ਕਈ ਵਾਰ ਹੈ ਕਿ ਮਤਲਬ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ ਕਿ ਕਈ ਵਾਰ ਕਨਫਿਊਜ਼ ਹੋਏ ਰਹਿੰਦੇ ਨੇ, ਉਹਨਾਂ ਨੂੰ ਕਲੀਅਰ ਨਹੀਂ ਹੋ ਪਾਉਂਦਾ ਕਿ ਆਧੁਨਿਕ ਕਾਵ ਜਿਹੜਾ ਕੀ ਕੁਛ ਆਏਗਾ ਉਸ ਦੇ ਵਿੱਚ, ਠੀਕ ਹੈ। ਸੋ ਕਈ ਵਾਰ ਉਹਨਾਂ ਨੂੰ ਲੱਗਦਾ ਕਿ ਸਾਹਿਤ ਹੈ ਸਾਰਾ ਇੱਕੋ ਚੀਜ਼ ਸਮਝ ਲੈਂਦੇ ਨੇ, ਜਾਂ ਸਾਹਿਤ ਨੂੰ ਕਈ ਕਵਿਤਾ ਹੀ ਸਮਝਦੇ ਨੇ। ਸੋ ਅਗਰ ਆਪਾਂ ਹੁਣ ਇੱਥੇ ਦੇਖੀਏ ਤਾਂ ਸਾਡੇ ਕੋਲ ਜਿਹੜੇ ਇਹ ਕਵਿਤਾ ਦੇ ਰੂਪ ਦੇ ਵਿੱਚ ਆਉਣਗੇ, ਠੀਕ ਹੈ, ਨਾਵਲ ਅਤੇ ਕਹਾਣੀ ਸਾਡੇ ਕੋਲ ਕਲਪ ਦੇ ਅਧੀਨ ਆਉਣਗੇ, ਨਾਟਕ ਇਕਾਂਗੀ ਇਹ ਸਾਡੇ ਕੋਲ ਜਿਹਨੂੰ ਆਪਾਂ ਦ੍ਰਿਸ਼ ਕਾਵ ਵੀ ਮੰਨ ਲੈਂਦੇ ਹਾਂ। ਜਦੋਂ ਅਸੀਂ ਕਾਵ ਸ਼ਾਸਤਰ ਦੀ ਗੱਲ ਕਰਦੇ ਹਾਂ ਉਸਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, ਜਿਹਦੇ ਵਿੱਚ ਦ੍ਰਿਸ਼ ਕਾਵ ਤੇ ਸ਼੍ਰਵ ਕਾਵ ਜਿਹੜਾ ਗਿਣਿਆ ਜਾਂਦਾ ਹੈਗਾ, ਠੀਕ ਹੈ ਜੀ। ਸੋ ਜਦੋਂ ਅਸੀਂ ਕਾਵ ਸ਼ਾਸਤਰ ਦੀ ਗੱਲ ਕਰਦੇ ਹਾਂ ਤਾਂ ਉਸਨੂੰ ਕੀ ਕਰਦੇ ਹਾਂ, ਅਸੀਂ ਦੋ ਭਾਗਾਂ ਦੇ ਵਿੱਚ ਜੋ ਹੈ ਉਹ ਵੰਡ ਕੇ ਦੇਖਦੇ ਹਾਂ। ਸੋ ਜਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਦੇ ਵਿੱਚ ਸਾਡੇ ਕੋਲ ਦ੍ਰਿਸ਼ ਕਾਵ ਜਾਂ ਇਸਨੂੰ ਅਸੀਂ ਸਾਹਿਤ ਬੋਲ ਦਿੰਦੇ ਹਾਂ, ਤੇ ਦੂਸਰਾ ਸਾਡੇ ਕੋਲ ਆਉਂਦਾ ਹੈ ਜੀ ਸ਼੍ਰਵ ਕਾਵ ਜਾਂ ਸਾਹਿਤ, ਠੀਕ ਹੈ ਜੀ। ਸੋ ਦ੍ਰਿਸ਼ ਕਾਵ ਹੁੰਦਾ ਹੈ ਜਿਹੜਾ ਦੇਖਣ ਯੋਗ ਹੁੰਦਾ ਹੈ ਤੇ ਸ਼੍ਰਵ ਕਾਵ ਜਿਹੜਾ ਸੁਣਨ ਯੋਗ ਹੁੰਦਾ। ਸੋ ਦ੍ਰਿਸ਼ ਕਾਵ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਨਾਟਕ, ਇਕਾਂਗੀ ਵਗੈਰਾ ਜਿਹੜਾ ਸਾਡੇ ਕੋਲ ਆ ਜਾਂਦੇ ਨੇ, ਤੇ ਸ਼੍ਰਵ ਕਾਵ ਦੇ ਵਿੱਚ ਜਿਹੜਾ ਹੈ ਬਾਕੀ ਸਾਰੀ ਚੀਜ਼ਾਂ ਆਪਣਾ ਨਾਵਲ, ਨਿੱਕੀ ਕਹਾਣੀ, ਨਾਟਕ ਜਿਹੜਾ ਅਸੀਂ ਸ਼੍ਰਵ ਕਾਵ ਦੇ ਵਿੱਚ ਜਿਹੜਾ ਹੈ ਲੈ ਲੈਂਦੇ ਹਾਂ, ਠੀਕ ਹੈ ਜੀ। ਸੋ ਬਾਕੀ ਇਹਨਾਂ ਨੂੰ ਕਈ ਵਾਰ ਸ਼੍ਰਵ ਕਾਵ ਨੂੰ ਜਿਹੜਾ ਹੈ ਅੱਗੇ ਹੋਰ ਰੂਪਾਂ ਦੇ ਵਿੱਚ ਜਿਹੜਾ ਵੰਡ ਲਿਆ ਜਾਂਦਾ, ਇਸ ਨੂੰ ਪ੍ਰਬੰਧ ਕਾਵ ਜਾਂ ਮੁਕਤਕ ਕਾਵ ਦੇ ਅਧੀਨ ਵੀ ਵੰਡ ਲਿਆ ਜਾਂਦਾ, ਠੀਕ ਹੈ ਜੀ, ਪ੍ਰਬੰਧ ਕਾਵ ਜਾਂ ਮੁਕਤਕ ਕਾਵ, ਠੀਕ ਹੈ। ਸੋ ਇਸ ਨੂੰ ਵੀ ਆਪਾਂ ਜਿਹੜਾ ਪੂਰਾ ਡਿਟੇਲ ਦੇ ਵਿੱਚ ਹੀ ਜੋ ਕਰਾਂਗੇ, ਪ੍ਰਬੰਧ ਕਾਵ ਨੂੰ ਅੱਗੇ ਮਹਾਕਾਵ ਤੇ ਜਿਹੜਾ ਹੈ ਆਪਣੇ ਕੋਲ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਤਾਂ ਪ੍ਰਬੰਧ ਕਾਵ ਨੂੰ ਮਹਾਕਾਵ ਤੇ ਖੰਡ ਕਾਵ ਦੇ ਵਿੱਚ,
ਠੀਕ ਹੈ ਜੀ। ਸੋ ਇਸ ਨੂੰ ਆਪਾਂ ਵੱਖਰੇ ਵੱਖਰੇ ਤੌਰ ਤੇ ਕਿ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਨਾਲ ਦੀ ਨਾਲ ਕਿ ਪ੍ਰਬੰਧ ਕਾਵਿ ਕੀ ਹੁੰਦਾ ਹੈ, ਮੁਕਤਕ ਕਾਵਿ ਕੀ ਹੈ, ਮਹਾਕਾਵਿ ਕੀ ਹੈ, ਜਾਂ ਫਿਰ ਖੰਡ ਕਾਵਿ ਇਹ ਕੀ ਹੈ। ਸੋ ਇਸ ਨੂੰ ਵੀ ਬੜਾ ਧਿਆਨ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਆਪਾਂ ਅਲੱਗ ਅਲੱਗ ਕਰਾਂਗੇ। ਜਿਵੇਂ ਗੱਦ ਤੇ ਪਦ ਹੁੰਦਾ ਹੈ ਕਿ ਗੱਦ ਤੇ ਪਦ ਕੀ ਆਉਂਦਾ ਹੈ, ਕਿ ਪਦ ਦੇ ਵਿੱਚ ਕੀ ਆਉਂਦਾ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਕਲੀਅਰ ਕੱਟ ਕਰਕੇ ਦੇਖਿਆ ਜਾਏਗਾ, ਕਿਉਂਕਿ ਕਈ ਵਾਰ ਅਸੀਂ ਹੁੰਦਾ ਕਿ ਸਾਨੂੰ ਸਮਝ ਨਹੀਂ ਆਉਂਦਾ, ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਮਹਾਕਾਵਿ ਕਿੱਥੋਂ ਆ ਗਿਆ ਜਾਂ ਇਹ ਪ੍ਰਬੰਧ ਕਾਵਿ ਦੇ ਅਧੀਨ ਕਿਵੇਂ ਆਉਂਦਾ। ਸੋ ਹਰੇਕ ਚੀਜ਼ ਨੂੰ ਆਪਾਂ ਪੂਰੀ ਬਰੀਕੀ ਦੇ ਨਾਲ ਪੂਰੇ ਵਿਸਥਾਰ ਦੇ ਵਿੱਚ ਜਿਹੜਾ ਹੈ ਦੇਖਾਂਗੇ। ਹਾਂਜੀ, ਅੱਗੇ ਸਾਡੇ ਕੋਲ ਸਿਲੇਬਸ ਦੇ ਵਿੱਚ ਹੈਗਾ ਜੀ ਯੂਨਾਨੀ ਕਾਵਿ ਸ਼ਾਸਤਰ। ਠੀਕ ਹੈ ਜੀ। ਸੋ ਯੂਨਾਨੀ ਕਾਵਿ ਸ਼ਾਸਤਰ ਦੇ ਵਿੱਚ ਸਾਡੇ ਕੋਲ ਜਿਹੜੇ ਨੇ ਸੁਕਰਾਤ ਹੈ, ਪਲੈਟੋ ਹੈ, ਅਰਸਤੂ ਹੈ ਔਰ ਜਾਈਨਸ ਨੇ। ਠੀਕ ਹੈ ਜੀ। ਸੋ ਇਹਨਾਂ ਨੇ ਆਪਣੇ ਆਪਣੇ ਕਿਹੜੇ ਸਿਧਾਂਤ ਦਿੱਤੇ ਨੇ, ਕਿਹੜੇ ਕਿਹੜੇ ਵਿਚਾਰ ਸਾਨੂੰ ਦਿੱਤੇ ਨੇ, ਸੋ ਇਹਨਾਂ ਨੂੰ ਵੀ ਅਸੀਂ ਪੂਰੇ ਜਿਹੜਾ ਹੈ ਵਿਸਥਾਰ ਦੇ ਵਿੱਚ ਇਹਨਾਂ ਦੀ ਜੋ ਚਰਚਾ ਕਰਾਂਗੇ ਜੀ। ਹਾਂਜੀ, ਸੋ ਅੱਗੇ ਹੈ ਜੀ ਆਪਣੇ ਕੋਲ ਭਾਰਤੀ ਕਾਵਿ ਸ਼ਾਸਤਰ ਹੈ। ਠੀਕ ਹੈ ਜੀ। ਇੱਕ ਸਾਡੇ ਕੋਲ ਹੈ ਯੂਨਾਨੀ ਕਾਵਿ ਸ਼ਾਸਤਰ, ਉਸ ਤੋਂ ਬਾਅਦ ਸਾਡੇ ਕੋਲ ਹੈ ਜੀ ਭਾਰਤੀ ਕਾਵਿ ਸ਼ਾਸਤਰ। ਸੋ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਉਹਨਾਂ ਨੇ ਕਾਵਿ ਦੇ ਭੇਦ ਜੋ ਦੱਸੇ ਨੇ ਜੀ। ਠੀਕ ਹੈ ਜੀ। ਸੋ ਕਾਵਿ ਦੇ ਭੇਦ ਨੇ ਆਪਣੇ ਕੋਲ ਸ਼੍ਰਵ ਤੇ ਦ੍ਰਿਸ਼। ਠੀਕ ਹੈ। ਸੋ ਇਹਨਾਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ, ਦ੍ਰਿਸ਼ ਕਾਵਿ, ਸ਼੍ਰਵ ਕਾਵਿ। ਸੋ ਅੱਗੇ ਜਿਹੜਾ ਸ਼੍ਰਵ ਕਾਵਿ ਨੂੰ ਤੇ ਦ੍ਰਿਸ਼ ਕਾਵਿ ਨੂੰ ਅਸੀਂ ਕਿਵੇਂ ਕਿਵੇਂ ਵੰਡ ਸਕਦੇ ਹਾਂ, ਸੋ ਇਹਦਾ ਅੱਗੇ ਆਪਾਂ ਪੂਰਾ ਜਿਹੜਾ ਦੇਖਾਂਗੇ ਵਿਸਥਾਰ ਦੇ ਵਿੱਚ ਕਿ ਇਸ ਦੇ ਵਿੱਚ ਸ਼੍ਰਵ ਦੇ ਵਿੱਚ ਆਪਾਂ ਕੀ ਕੁਝ ਲੈ ਸਕਦੇ ਹਾਂ ਤੇ ਦ੍ਰਿਸ਼ ਦੇ ਵਿੱਚ ਆਪਾਂ ਕੀ ਕੁਝ ਜੋ ਲੈ ਸਕਦੇ ਹਾਂ। ਹਾਂਜੀ, ਅੱਗੇ ਹੈ ਸਾਡੇ ਕੋਲ ਰਸ ਸੰਪਰਦਾਇ, ਧੁਨੀ ਸੰਪਰਦਾਇ, ਅਲੰਕਾਰ ਸੰਪਰਦਾਇ, ਵਕਰੋਕਤੀ ਸੰਪਰਦਾਇ, ਰੀਤੀ ਸੰਪਰਦਾਇ ਔਰ ਔਚਿਤਯ ਸੰਪਰਦਾਇ। ਸੋ ਇਹਨਾਂ ਦੇ ਜਿਹੜੇ ਮੋਢੀ ਕੀ ਨੇ, ਕਿਹੜੇ ਕਿਹੜੇ ਉਹਨਾਂ ਨੇ ਜੋ ਗ੍ਰੰਥ ਲਿਖੇ ਨੇ, ਸੋ ਉਹਨਾਂ ਬਾਰੇ ਆਪਾਂ ਜੋ ਦੇਖਾਂਗੇ। ਸੋ ਰਸ ਸੰਪਰਦਾਇ ਬਾਰੇ ਆਪਾਂ ਜਾਣਦੇ ਹਾਂ ਕਿ ਇਸ ਦਾ ਜੋ ਮੋਢੀ ਹੈ ਜੀ ਆਪਣੇ ਕੋਲ ਉਹ ਭਰਤ ਮੁਨੀ ਹੈ ਜੀ। ਧੁਨੀ ਸੰਪਰਦਾਇ ਦਾ ਜੀ ਆਪਣੇ ਕੋਲ ਆਨੰਦ ਵਰਧਨ ਹੈ। ਅਲੰਕਾਰ ਸੰਪਰਦਾਇ ਦਾ ਜੋ ਭਾਮੇ ਹੈ ਜੀ। ਵਕਰੋਕਤੀ ਸੰਪਰਦਾਇ ਦਾ ਆਚਾਰੀਆ ਕੁੰਤਕ ਹੈ ਜੀ ਆਪਣੇ ਕੋਲ। ਰੀਤੀ ਸੰਪਰਦਾਇ ਦਾ ਆਚਾਰੀਆ ਵਾਮਨ ਹੈ। ਔਚਿਤਯ ਸੰਪਰਦਾਇ ਦਾ ਆਪਣੇ ਕੋਲ ਕਸ਼ਮਿੰਦਰ ਹੈ। ਠੀਕ ਹੈ ਜੀ। ਸੋ ਇਸ ਤਰ੍ਹਾਂ ਵੱਖ ਵੱਖ ਇਹਨਾਂ ਦੇ ਮੋਢੀ ਤੇ ਇਹਨਾਂ ਨੇ ਕਿਹੜੇ ਕਿਹੜੇ ਜਿਹੜੇ ਗ੍ਰੰਥ ਲਿਖੇ ਨੇ, ਜਾਂ ਅਸਲ ਦੇ ਵਿੱਚ ਇਹ ਹੁੰਦਾ ਕੀ ਹੈ, ਰਸ ਸੰਪਰਦਾਇ ਕੀ ਹੁੰਦਾ ਹੈ ਜਾਂ ਧੁਨੀ ਸੰਪਰਦਾਇ ਕੀ ਹੁੰਦਾ ਹੈ। ਠੀਕ ਹੈ ਜੀ। ਸੋ ਹੁਣ ਰਸ ਸੰਪਰਦਾਇ ਆਪਣੇ ਕੋਲ ਸਾਨੂੰ ਪਤਾ ਹੈ ਕਿ ਸਾਡੇ ਕੋਲ ਜਿਹੜੇ 9 ਰਸ ਹੁੰਦੇ ਨੇ, ਉਹਨਾਂ ਦੇ ਅੱਗੇ ਸਥਾਈ ਭਾਵ ਕੀ ਨੇ। ਠੀਕ ਹੈ। ਜਾਂ ਕਿਹੜੇ ਵਿਦਵਾਨ ਨੇ ਇਸ ਨੂੰ ਕੀ ਕੁਛ ਕਿਹਾ ਹੈ। ਸੋ ਵਿਭਾਵ, ਅਨੁਭਾਵ, ਵਿਚਾਰੀ, ਸੰਯੋਗਵਾਦ, ਕਿ ਜਿਹੜਾ ਰਸ ਨਿਸ਼ਪੱਤੀ ਹੈ ਨਾ, ਸੋ ਇਹ ਸਾਰੀ ਚੀਜ਼ਾਂ ਕੀ ਨੇ, ਅਸੀਂ ਦਸੇ ਦੇ ਦਸਾਂ ਰਸ ਜਿਹੜੇ ਦੇਖਾਂਗੇ ਤੇ ਕਿਵੇਂ ਇਹ ਜਿਹੜੇ ਰਸ ਕਵਿਤਾਵਾਂ ਦੇ ਵਿੱਚ, ਸਤਰਾਂ ਦੇ ਵਿੱਚੋਂ ਕਿਵੇਂ ਉਤਪੰਨ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਰਸ ਕਰਕੇ ਹੋਏ, ਧੁਨੀ ਕਰਦੇ ਹੋ, ਅਲੰਕਾਰ ਕਿੰਨੇ ਤਰ੍ਹਾਂ ਦੇ ਨੇ। ਠੀਕ ਹੈ। ਜਾਂ ਵਕਰੋਕਤੀ ਹੈ ਕੀ ਹੈ, ਇਸਦਾ ਸ਼ਾਬਦਿਕ ਅਰਥ ਕੀ ਹੈ, ਰੀਤੀ ਸੰਪਰਦਾਇ ਕੀ ਹੈ, ਔਚਿਤਯ ਸੰਪਰਦਾਇ ਕੀ ਹੈ। ਸੋ ਇਸ ਨੂੰ ਜਿਹੜਾ ਹੈ ਸੀ ਉਹ ਪੂਰੇ ਡਿਟੇਲ ਦੇ ਵਿੱਚ ਜੋ ਹੈ ਅਸੀਂ ਕਰਾਂਗੇ। ਹਾਂਜੀ, ਉਸ ਤੋਂ ਬਾਅਦ ਸਾਡੇ ਕੋਲ ਹੈ ਜੀ ਪੱਛਮੀ ਸਾਹਿਤ ਚਿੰਤਨ। ਇਸ ਦੇ ਵਿੱਚ ਇਹ ਸਾਡੇ ਕੋਲ ਰੂਪਵਾਦ, ਮਾਰਕਸਵਾਦ, ਸੰਰਚਨਾਵਾਦ, ਮਨੋਵਿਗਿਆਨ, ਚਿਹਨ ਵਿਗਿਆਨ, ਵਿਰਚਨਾ, ਸਾਹਿਤ ਸਿਧਾਂਤ, ਨਾਰੀ ਚਿੰਤਨ, ਦਲਿਤ ਚਿੰਤਨ ਅਤੇ ਉੱਤਰ ਆਧੁਨਿਕ ਸਾਹਿਤ ਸਿਧਾਂਤ। ਸੋ ਅਸੀਂ ਇਹਨਾਂ ਨੂੰ ਹੀ ਜਿਹੜਾ ਵੱਖਰੇ ਵੱਖਰੇ ਤੌਰ ਤੇ ਦੇਖਾਂਗੇ ਕਿ ਰੂਪਵਾਦ ਕੀ ਹੁੰਦਾ ਹੈ, ਮਾਰਕਸਵਾਦ ਕੀ ਹੁੰਦਾ ਹੈ। ਠੀਕ ਹੈ। ਸੋ ਜਾਂ ਇਹਨਾਂ ਦੇ ਜਿਹੜੇ ਸੰਸਥਾਪਕ ਕਿਹੜੇ ਨੇ, ਜਾਂ ਕਿਹੜੇ ਵਿਦਵਾਨਾਂ ਨੇ ਇਸ ਸੰਬੰਧੀ ਜਿਹੜਾ ਹੈ ਜ਼ਿਆਦਾ ਲਿਖਿਆ ਹੈ। ਸੋ ਅਸੀਂ ਇਸ ਚੀਜ਼ ਨੂੰ ਇੱਕ ਇੱਕ ਚੀਜ਼ ਨੂੰ ਜਿਹੜਾ ਹੈ ਵੱਖਰੇ ਵੱਖਰੇ ਤੌਰ ਤੇ ਵਿਸਥਾਰ ਪੂਰਵਕ ਜਿਹੜਾ ਇਸ ਨੂੰ ਜੋ ਅਸੀਂ ਸਮਝਣ ਦਾ ਯਤਨ ਜੋ ਕਰਾਂਗੇ। ਹਾਂਜੀ, ਅਗਲੇ ਸਾਡੇ ਕੋਲ ਦੂਸਰਾ ਯੂਨਿਟ ਹੈ ਜੀ ਜੋ ਉਹ ਹੈ ਸਾਡੇ ਕੋਲ ਪੰਜਾਬੀ ਸੂਫੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ। ਠੀਕ ਹੈ ਜੀ। ਸੋ ਇਸ ਦੇ ਵਿੱਚ ਸਾਡੇ ਕੋਲ ਪਹਿਲਾ ਜੋ ਹੈ ਜੀ ਉਹ ਪੰਜਾਬੀ ਸੂਫੀ ਕਾਵਿ ਧਾਰਾ। ਇਸ ਦੇ ਵਿੱਚ ਆਪਾਂ ਨੂੰ ਆਰੰਭ, ਵਿਕਾਸ ਪੜਾਅ ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਸੋ ਇਹਨਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਕਿਉਂਕਿ ਜਿੰਨੇ ਵੀ ਆਪਾਂ ਨੂੰ ਧਾਰਾਵਾਂ ਦਿੱਤੀਆਂ ਨੇ, ਠੀਕ ਹੈ, ਜਾਂ ਨਾਵਲ ਹੈ ਜਾਂ ਕਹਾਣੀਆਂ, ਸੋ ਸਾਰਿਆਂ ਬਾਰੇ ਆਪਾਂ ਨੂੰ ਸੇਮ ਹੀ ਪੁੱਛਿਆ ਗਿਆ, ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ। ਸੋ ਇਹ ਕਿੱਥੋਂ ਸ਼ੁਰੂ ਹੋਇਆ, ਕਿਵੇਂ ਇਸ ਦਾ ਵਿਕਾਸ ਹੋਇਆ, ਕਿਹੜੇ ਕਿਹੜੇ ਪੜਾਵਾਂ ਵਿੱਚੋਂ ਨਿਕਲਿਆ ਔਰ ਕੀ ਕੀ ਵਿਸ਼ੇਸ਼ਤਾਵਾਂ ਨੇ ਇਸ ਦੀਆਂ, ਸੋ ਇਸ ਦੇ ਬਾਰੇ ਆਪਾਂ ਜੋ ਦੇਖਾਂਗੇ। ਸੋ ਅੱਗੇ ਜੀ ਪ੍ਰਮੁੱਖ ਪੰਜਾਬੀ ਸੂਫੀ ਕਵੀ ਜਿਹੜੇ ਕਿਹੜੇ ਕਿਹੜੇ ਹੋਏ ਨੇ, ਜਾਂ ਕਿਸ ਤੋਂ ਪੰਜਾਬੀ ਸੂਫੀ ਕਾਵਿਧਾਰਾ ਦਾ ਜਿਹੜਾ ਆਗਾਜ਼ ਹੁੰਦਾ ਹੈ। ਸੋ ਇਸ ਦੇ ਵਿੱਚ ਬਾਬਾ ਫਰੀਦ ਬਾਰੇ ਜਾਣਾਂਗੇ, ਉਹਨਾਂ ਦੀ ਬਾਣੀ ਬਾਰੇ ਜਾਣਾਂਗੇ, ਉਹਨਾਂ ਨੇ ਕਿਹੜੇ ਸ਼ਬਦ ਜਾਂ ਕਿਹੜੇ ਸ਼ਲੋਕ ਲਿਖੇ ਨੇ। ਠੀਕ ਹੈ ਜੀ। ਸੋ ਇਹਨਾਂ ਦੀ ਬਾਣੀ ਦਾ ਜਿਹੜਾ ਵਿਸ਼ਾ ਹੈ ਉਹ ਕਿਸ ਪ੍ਰਕਾਰ ਦਾ ਹੈ, ਕਿਹੜੇ ਕਿਹੜੇ ਵਿਸ਼ੇ ਇਹਨਾਂ ਦੀ ਬਾਣੀ ਵਿੱਚ ਜਿਹੜੇ ਝਲਕਦੇ ਨੇ, ਸੋ ਇਹਨਾਂ ਬਾਰੇ ਅਸੀਂ ਜਿਹੜਾ ਪੂਰਾ ਦੇਖਾਂਗੇ। ਉਸੇ ਤਰ੍ਹਾਂ ਹੀ ਸ਼ਾਹ ਹੁਸੈਨ ਹੈ, ਉਹ ਸੂਫੀ ਕਵੀ ਹੈ।
ਉਸਨੇ ਕੀ ਕੁਛ ਲਿਖਿਆ ਜਾਂ ਕਿਸ ਤਰ੍ਹਾਂ ਦੇ ਵਿਸ਼ੇ ਉਸਦੀਆਂ ਰਚਨਾਵਾਂ ਦੇ ਵਿੱਚ ਮਿਲਦੇ ਨੇ, ਜਾਂ ਕਿਸ ਤਰ੍ਹਾਂ ਇਹ ਜਿਸ ਬੁੱਲੇ ਸ਼ਾਹ ਹੈ, ਸੁਲਤਾਨ ਬਾਹੂ ਵਜੀਦ, ਮਤਲਬ ਇਹਨਾਂ ਸਾਰਿਆਂ ਨੇ ਆਪਣੀਆਂ ਜਿਹੜੀਆਂ ਹੈ ਕਾਵ ਰੂਪ ਦੇ ਵਿੱਚ, ਸੂਫੀ ਕਾਵਧਾਰਾ ਕਾਵ ਰੂਪ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ, ਕਿਸ ਤਰ੍ਹਾਂ ਦੇ ਪੇਸ਼ ਕੀਤੇ ਨੇ। ਸੋ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈ ਆਪਾਂ ਦੇਖਾਂਗੇ। ਅੱਗੇ ਹੈ ਜੀ ਪੰਜਾਬੀ ਸੂਫੀ ਕਾਵ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ। ਸੋ ਇਸ ਸੰਬੰਧੀ ਵੱਖਰੇ ਵੱਖਰੇ ਵਿਦਵਾਨਾਂ ਨੇ ਮੈਟਾ ਆਲੋਚਨਾ ਦੇ ਵਿੱਚ ਕੀ ਆਪਣੇ ਆਪਣੇ ਵਿਚਾਰ ਰੱਖੇ ਨੇ। ਸੋ ਵੱਖਰੇ ਵੱਖਰੇ ਵਿਦਵਾਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੋ ਉਹਨਾਂ ਦਾ ਜਿਹੜਾ ਹੈ ਇਸ ਦੇ ਵਿੱਚ ਆਪਾਂ ਪੂਰਾ ਵਿਸਥਾਰ ਦੇ ਵਿੱਚ ਦੇਖਾਂਗੇ। ਹਾਂਜੀ, ਉਸ ਤੋਂ ਬਾਅਦ ਸੂਫੀ ਕਾਵਧਾਰਾ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਜੀ ਗੁਰਮਤਿ ਕਾਵਧਾਰਾ। ਸੋ ਗੁਰਮਤਿ ਕਾਵਧਾਰਾ ਦਾ ਵੀ ਉਸੇ ਤਰ੍ਹਾਂ ਆਰੰਭ, ਵਿਕਾਸ ਪੜਾ ਕਿਵੇਂ ਹੋਇਆ ਤੇ ਵਿਸ਼ੇਸ਼ਤਾਵਾਂ ਜੋ ਇਸ ਦੀਆਂ ਕੀ ਨੇ ਗੁਰਮਤਿ ਕਾਵਧਾਰਾ ਦੀਆਂ। ਸੋ ਇਸ ਬਾਰੇ ਆਪਾਂ ਜੋ ਦੇਖਾਂਗੇ। ਫਿਰ ਉਸ ਤੋਂ ਬਾਅਦ ਆਰੰਭ ਕਿਵੇਂ ਹੋ ਗਿਆ ਤੇ ਕਿਹੜੇ ਕਿਹੜੇ ਪੜਾਵਾਂ ਵਿੱਚ ਨਿਕਲਿਆ, ਕੀ ਵਿਸ਼ੇਸ਼ਤਾਵਾਂ ਨੇ। ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਸ ਦੀ ਸੰਪਾਦਨ ਕਲਾ ਤੇ ਉਸ ਦੀਆਂ ਸਾਹਿਤਿਕ ਵਿਸ਼ੇਸ਼ਤਾਵਾਂ ਜੋ ਕੀ ਨੇ ਉਹਨਾਂ ਬਾਰੇ ਵਿਸਥਾਰ ਸਹਿਤ ਜੋ ਚਰਚਾ ਕੀਤੀ ਜਾਏਗੀ। ਅੱਗੇ ਹੈ ਜੀ ਪ੍ਰਮੁੱਖ ਗੁਰੂ ਕਵੀ, ਠੀਕ ਹੈ ਜੀ। ਸੋ ਗੁਰੂ ਨਾਨਕ ਦੇਵ ਜੀ, ਜਿਸ ਤੋਂ ਆਪਾਂ ਜਾਣਦੇ ਹਾਂ ਕਿ ਗੁਰਮਤਿ ਕਾਵਧਾਰਾ ਦਾ ਆਰੰਭ ਜੋ ਗੁਰੂ ਨਾਨਕ ਦੇਵ ਜੀ ਨਾਲ ਹੁੰਦਾ ਹੈ। ਸੋ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਔਰ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਨੇ ਕੀ ਕੁਛ ਰਚਿਆ ਹੈ, ਕਿਹੜੀ ਕਿਹੜੀ ਬਾਣੀ ਰਚੀ ਹੈ, ਕਿਹੜੇ ਕਿਹੜੇ ਰਾਗਾਂ ਦੇ ਵਿੱਚ ਰਚੀ ਹੈ। ਸੋ ਪੂਰਾ ਇਸ ਦਾ ਜਿਹੜਾ ਆਪਾਂ ਧਿਆਨ ਪੂਰਾ ਵਿਸਥਾਰ ਦੇ ਨਾਲ ਇਸ ਬਾਰੇ ਜਿਹੜਾ ਦੇਖਿਆ ਜਾਏਗਾ, ਠੀਕ ਹੈ ਜੀ। ਸੋ ਕਿੰਨੇ ਸ਼ਬਦ ਲਿਖੇ ਨੇ, ਜਾਂ ਕਿਹੜੇ ਅਗਰ ਕਿਸੇ ਨੇ ਵਾਰਾਂ ਲਿਖੀਆਂ ਨੇ, ਠੀਕ ਹੈ ਜੀ। ਸੋ ਕਿਹੜੇ ਕਿਹੜੇ ਰਾਗ ਉਸ ਦੇ ਲਈ ਵਰਤੇ ਨੇ। ਸੋ ਇਸ ਨੂੰ ਪੂਰਾ ਆਪਾਂ ਇੱਕ ਇੱਕ ਗੁਰੂ ਕਵੀ ਨੂੰ ਜਿਹੜਾ ਹੈ ਵੱਖਰੇ ਵੱਖਰੇ ਤੌਰ ਤੇ ਵਿਸਥਾਰ ਦੇ ਵਿੱਚ ਜੋ ਦੇਖਾਂਗੇ। ਹਾਂਜੀ, ਸੋ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਪਤਾ ਕਿ ਹੋਰ ਭਗਤਾਂ ਦੀ ਭੱਟਾਂ ਦੀ ਜੋ ਬਾਣੀ ਦਰਜ ਹੈ। ਸੋ ਉਸ ਦੇ ਵਿੱਚ ਜਿਹੜੇ ਹੈ ਸਾਡੇ ਕੋਲ ਪ੍ਰਮੁੱਖ ਭਗਤ ਕਵੀ ਨੇ ਜੋ ਦਿੱਤੇ ਨੇ ਸਿਲੇਬਸ ਦੇ ਵਿੱਚ। ਇਸ ਵਿੱਚ ਆਪਾਂ ਰਵਿਦਾਸ, ਨਾਮਦੇਵ ਅਤੇ ਕਬੀਰ ਦੀ ਜਿਹੜਾ ਇਹਨਾਂ ਬਾਰੇ ਦੇਖਾਂਗੇ ਤੇ ਇਸ ਦੀ ਬਾਣੀ ਜਿਹੜੀ ਕਿਸ ਤਰ੍ਹਾਂ ਦੀ ਹੈ ਤੇ ਇਹਨਾਂ ਦੇ ਬਾਣੀ ਦੇ ਵਿਸ਼ੇ ਕਿਸ ਤਰ੍ਹਾਂ ਦੇ ਨੇ, ਠੀਕ ਹੈ ਜੀ। ਸੋ ਇਹਨਾਂ ਬਾਰੇ ਵੀ ਜੋ ਆਪਾਂ ਆਪਣਾ ਧਿਆਨ ਜੋ ਦ੍ਰਿਸ਼ਟੀਗੋਚਰ ਕਰਾਂਗੇ। ਹਾਂਜੀ, ਅੱਗੇ ਵਾਰਾਂ ਭਾਈ ਗੁਰਦਾਸ ਦੀਆਂ ਜਿਹੜੀਆਂ ਸਾਰੀਆਂ ਵਾਰਾਂ ਹੀ ਦੇਖੀਆਂ ਜਾਣਗੀਆਂ ਤੇ ਕਿਹੜੀ ਵਾਰ ਜ਼ਿਆਦਾ ਮਹੱਤਵਪੂਰਨ ਹੈ ਤੇ ਕਿਉਂ ਮਹੱਤਵਪੂਰਨ ਹੈ, ਜਾਂ ਕਿਹੜੀ ਵਾਰ ਨੂੰ ਕਿਹੜੀ ਵਾਰ ਕਹਿ ਕੇ ਜਾਂ ਕੀ ਨਾਮ ਦਿੱਤਾ ਗਿਆ। ਸੋ ਉਸ ਬਾਰੇ ਸਾਰੀਆਂ ਦੀ ਸਾਰੀਆਂ ਵਾਰਾਂ ਨੂੰ ਪੂਰਾ ਡਿਟੇਲ ਦੇ ਵਿੱਚ ਜੋ ਕੀਤਾ ਜਾਏਗਾ। ਅੱਗੇ ਹੈ ਜੀ ਗੁਰਮਤਿ ਕਾਵਧਾਰਾ ਸੰਬੰਧੀ ਪ੍ਰਾਪਤ ਸਮੀਖਿਆ ਦਾ ਮੈਟਾ ਆਲੋਚਨਾ। ਸੋ ਇਸ ਸੰਬੰਧੀ ਵੀ ਜਿਹੜੇ ਆਪਣੇ ਕੋਲ ਜਿੰਨੀਆਂ ਵੀ ਆਲੋਚਨਾ ਪ੍ਰਾਪਤ ਨੇ ਸੋ ਉਸ ਸੰਬੰਧੀ ਵੀ ਆਪਾਂ ਜੋ ਹੈ ਵਿਸਥਾਰ ਦੇ ਵਿੱਚ ਜੋ ਚਰਚਾ ਕਰਾਂਗੇ। ਹਾਂਜੀ, ਅੱਗੇ ਆਪਣੇ ਕੋਲ ਤੀਸਰਾ ਯੂਨਿਟ ਹੈ ਜੀ ਪੰਜਾਬੀ ਕਿੱਸਾ ਕਾਵ ਅਤੇ ਬੀਰ ਕਾਵ ਧਾਰਾ। ਹਾਂਜੀ, ਸੋ ਪੰਜਾਬੀ ਕਿੱਸਾ ਕਾਵ ਅਤੇ ਬੀਰ ਕਾਵ ਧਾਰਾ। ਸੋ ਪੰਜਾਬੀ ਕਿੱਸਾ ਨਾਲ ਜਿੰਨਾ ਆਪਾਂ ਜੋ ਵੀ ਆਪਣੇ ਕੋਲ ਸੂਫੀ ਕਾਵ ਧਾਰਾ ਆਇਆ ਹੈ, ਠੀਕ ਹੈ, ਚਾਹੇ ਆਪਣੇ ਕੋਲ ਕਿੱਸਾ ਕਾਵ ਧਾਰਾ ਹੈ ਜਾਂ ਗੁਰਮਤਿ ਕਾਵ ਧਾਰਾ ਆਇਆ। ਸੋ ਇਹਨਾਂ ਦੇ ਆਪਾਂ ਨਾਲ ਸ਼ਾਬਦਿਕ ਜਿਹੜੇ ਹੋਣਗੇ ਇਹਨਾਂ ਦਾ ਸ਼ਬਦ ਦਾ ਅਰਥ ਕੀ ਹੈ, ਸ਼ਾਬਦਿਕ ਅਰਥ ਵੱਲ ਵੀ ਜਿਹੜਾ ਜ਼ਰੂਰ ਧਿਆਨ ਦੇਵਾਂਗੇ, ਠੀਕ ਹੈ ਜੀ। ਸੋ ਹਰੇਕ ਸ਼ਬਦ ਦਾ ਪੂਰਾ ਜਿਹੜਾ ਵਿਸਥਾਰ ਦੇ ਵਿੱਚ ਚਰਚਾ ਕੀਤੀ ਜਾਏਗੀ। ਸੋ ਕਿੱਸਾ ਕਾਵ ਧਾਰਾ ਦੇ ਵਿੱਚ ਉਸੇ ਤਰ੍ਹਾਂ ਹੀ ਕਿਵੇਂ ਇਸ ਦਾ ਆਰੰਭ ਹੋਇਆ, ਵਿਕਾਸ ਪੜਾ ਕੀ ਨੇ, ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਇਹਨਾਂ ਬਾਰੇ ਆਪਾਂ ਜਿਹੜਾ ਹੈ ਪੂਰੀ ਜਾਣਕਾਰੀ ਜੋ ਹਾਸਲ ਕਰਾਂਗੇ। ਉਸ ਤੋਂ ਬਾਅਦ ਕਿੱਸਾ ਕਾਵ ਜਿਹੜੇ ਪ੍ਰਮੁੱਖ ਕਿੱਸਾਕਾਰ ਜਿਹੜੇ ਹੋਏ ਨੇ ਦਮੋਦਰ, ਪੀਲੂ, ਵਾਰਿਸ਼, ਹਾਸ਼ਮ ਤੇ ਕਾਦਰਯਾਰ। ਜਿਵੇਂ ਸਾਨੂੰ ਪਤਾ ਹੈ ਕਿ ਦਮੋਦਰ ਨੇ ਜਿਹੜਾ ਹੈ ਪਹਿਲੀ ਵਾਰ ਹੀਰ ਤੇ ਰਾਂਝੇ ਦੀ ਕਿੱਸਾ ਲਿਖੀ ਹੈ, ਪੀਲੂ ਨੇ ਮਿਰਜ਼ਾ ਸਾਹਿਬਾ ਲਿਖਿਆ ਹੈ, ਵਾਰਿਸ਼ ਨੇ ਹੀਰ ਲਿਖੀ ਹੈ, ਹਾਸ਼ਮ ਨੇ ਜਿਹੜਾ ਫੇਮਸ ਜਿਹੜਾ ਕਿੱਸਾ ਲਿਖਿਆ ਹੈ ਮਸ਼ਹੂਰ ਕਿੱਸਾ ਸੱਸੀ ਪੁੰਨੂ ਹੈ ਜੀ। ਕਾਦਰਯਾਰ ਦਾ ਜਿਹੜਾ ਮਸ਼ਹੂਰ ਆਪਾਂ ਕਹਿ ਸਕਦੇ ਪ੍ਰਸਿੱਧ ਕਿੱਸਾ ਜਿਹੜਾ ਹੈ ਉਹ ਪੂਰਨ ਭਗਤ ਹੈ ਜੀ। ਸੋ ਇਸ ਤਰ੍ਹਾਂ ਪੰਜਾਬੀ ਵੀਰ ਕਾਵ ਤੇ ਜੰਗਨਾਮਾ, ਪੰਜਾਬੀ ਵੀਰ ਕਾਵ, ਵੀਰ ਵਾਰ ਕਾਵ ਅਤੇ ਜੰਗਨਾਮਾ ਕਾਵ ਧਾਰਾ। ਸੋ ਸਾਨੂੰ ਪਤਾ ਹੈ ਕਿ ਵੀਰ ਤੇ ਵਾਰ ਜਿਹੜਾ ਹੈ ਇੱਕੋ ਹੀ ਸ਼ਬਦ ਨੇ, ਠੀਕ ਹੈ। ਉਸ ਵਾਰ ਸ਼ਬਦ ਜਿਹੜਾ ਹੈ ਬਰੀ ਤੋਂ ਬਣਿਆ ਹੈ ਜਿਸ ਨੂੰ ਵਾਰ ਕਰਨਾ ਜਾਂ ਹੱਲਾ ਕਰਨਾ। ਸੋ ਇਸ ਤਰ੍ਹਾਂ ਜਿਹੜੇ ਸ਼ਬਦ ਇਸ ਦੇ ਲਈ ਵਰਤੇ ਜਾਂਦੇ। ਸੋ ਕਿਵੇਂ ਇਸ ਦੇ ਲਈ ਸ਼ਾਬਦਿਕ ਅਰਥਾਂ ਨੂੰ ਵੀ ਧਿਆਨ ਦੇ ਵਿੱਚ ਰੱਖਾਂਗੇ ਆਪਾਂ। ਤੇ ਜੰਗਨਾਮਾ ਕਾਵ ਧਾਰਾ, ਵੀਰ ਕਾਵ ਧਾਰਾ ਤੇ ਜੰਗਨਾਮਾ ਕਾਵ ਧਾਰਾ ਆਰੰਭ, ਵਿਕਾਸ ਪੜਾ ਤੇ ਵਿਸ਼ੇਸ਼ਤਾਵਾਂ ਇਹਨਾਂ ਦੇ ਵੀ ਉਸੇ ਤਰ੍ਹਾਂ ਹੀ ਆਪਾਂ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ।
ਤੇ ਪ੍ਰਮੁੱਖ ਜਿਹੜੇ ਵਾਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ, ਜਿਵੇਂ ਸਾਨੂੰ ਪਤਾ ਕਿ ਇਹਨਾਂ ਨੇ ਚੰਡੀ ਦੀ ਵਾਰ ਲਿਖੀ ਹੈ, ਨਜ਼ਾਬਤ ਨਾਦਰ ਸ਼ਾਹ ਦੀ ਵਾਰ ਲਿਖੀ ਹੈ ਤੇ ਪੀਰ ਮੁਹੰਮਦ। ਇਸ ਤੋਂ ਇਲਾਵਾ ਪ੍ਰਮੁੱਖ ਜੰਗਨਾਮਾਕਾਰ ਜਿਹੜੇ ਹੋਏ ਨੇ, ਸ਼ਾਹ ਮੁਹੰਮਦ ਹੋਇਆ ਹੈ, ਮਟਕ ਹੋਇਆ ਹੈ। ਸੋ ਇਸ ਤੋਂ ਇਲਾਵਾ ਪੰਜਾਬੀ ਕਿੱਸਾ ਕਾਵ, ਵੀਰਵਾਰ ਕਾਵ, ਜੰਗਨਾਮਾ ਕਾਵ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ ਵੀ ਜਿਹੜਾ ਹੈ ਉਹ ਵਿਸਥਾਰ ਦੇ ਵਿੱਚ ਇਸ ਦਾ ਅਧਿਐਨ ਕੀਤਾ ਜਾਵੇਗਾ। ਸੋ ਇਸ ਦੇ ਨਾਲ ਨਾਲ ਆਪਾਂ ਇਹਨਾਂ ਦੇ ਵਿੱਚ ਜਿਹੜਾ ਹੈ ਵੱਖਰਤਾ ਦੇਖਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿੱਸਾ ਕਾਵ, ਵੀਰ ਕਾਵ ਅਤੇ ਜੰਗਨਾਮਾ ਦੇ ਵਿੱਚ ਆਪਸ ਦੇ ਵਿੱਚ ਕੀ ਫਰਕ ਹੈਗਾ। ਠੀਕ ਹੈ, ਜਾਂ ਜੰਗਨਾਮਾ ਨੂੰ ਆਪਾਂ ਜਿਹੜਾ ਹੈ ਵਾਰ ਕਾਵ ਨਾਲੋਂ, ਵੀਰ ਕਾਵ ਨਾਲੋਂ ਕਿਵੇਂ ਆਪਾਂ ਅਲੱਗ ਕਰਦੇ ਹਾਂ, ਕੀ ਇਹਨਾਂ ਦੀ ਆਪਸ ਦੇ ਵਿੱਚ ਸਾਂਝ ਨੇ ਤੇ ਜਾਂ ਕੀ ਇਹਨਾਂ ਦੀ ਆਪਸ ਦੇ ਵਿੱਚ ਵੱਖਰਤਾਵਾਂ ਨੇ। ਸੋ ਪੂਰੀ ਹੀ ਯੂਨਿਟ ਨੂੰ ਜਿਹੜਾ ਹੈ ਆਪਾਂ ਪੂਰੇ ਵਿਸਥਾਰ ਦੇ ਵਿੱਚ ਜਿਹੜਾ ਹੈ ਚਰਚਾ ਕਰਾਂਗੇ। ਹਾਂਜੀ, ਸੋ ਅੱਗੇ ਹੈ ਜੀ ਯੂਨਿਟ 4 ਆਪਣੇ ਕੋਲ, ਚੌਥਾ ਯੂਨਿਟ ਹੈ ਜੀ, ਇਹ ਸਾਰਾ ਆਪਣੇ ਕੋਲ ਪੰਜਾਬੀ ਵਾਰਤਕ ਤੇ ਹੈ। ਠੀਕ ਹੈ ਜੀ, ਸੋ ਇਸ ਦੇ ਵਿੱਚ ਆਪਣੇ ਕੋਲ ਪਹਿਲਾਂ ਮੱਧਕਾਲੀ ਪੰਜਾਬੀ ਵਾਰਤਕ ਦਾ ਜੋ ਜ਼ਿਕਰ ਕੀਤਾ ਹੈ। ਠੀਕ ਹੈ ਜੀ, ਸੋ ਇਸ ਦਾ ਆਰੰਭ ਕਿਵੇਂ ਹੋਇਆ, ਵਿਕਾਸ ਪੜਾਅ ਕੀ ਨੇ, ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ। ਸੋ ਇਸ ਦੇ ਵਿੱਚ ਹੋਰ ਜਿਹੜੀਆਂ ਜਨਮ ਸਾਖੀ ਪਰੰਪਰਾਵਾਂ ਜਿਹੜੀਆਂ ਚੱਲੀਆਂ ਸੀ, ਜਿਨ੍ਹਾਂ ਵਿੱਚ ਪੁਰਾਤਨ ਜਨਮ ਸਾਖੀ, ਆਦਿ ਸਾਖੀਆਂ, ਸ਼ੰਭੂਨਾਥ ਵਾਲੀ ਜਨਮ ਸਾਖੀ, ਮਿਹਰਬਾਨੀ ਵਾਲੀ ਜਨਮ ਸਾਖੀ ਭਾਈਵਾਲਾ, ਗਿਆਨ ਰਤਨਾਵਲੀ, ਗੁਰਬਿਲਾਸ, ਗੋਸ਼ਟਾਂ, ਪਰਚੀਆਂ, ਰਹਿਤਨਾਮੇ ਤੇ ਟੀਕੇ ਦੇ ਸੰਦਰਭ ਵਿੱਚ। ਠੀਕ ਹੈ ਜੀ, ਜੋ ਇਹ ਸਾਰੀਆਂ ਨੇ ਆਪਣੇ ਕੋਲ, ਸੋ ਇਹਨਾਂ ਨੂੰ ਪੂਰਾ ਧਿਆਨ ਦੇ ਨਾਲ ਜੋ ਦੱਸਾਂਗੇ। ਗਿਆਨ ਰਤਨਾਵਲੀ ਹੈ ਜੋ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਆਧਾਰਿਤ ਜਿਹੜੀ ਹੈ ਆਧਾਰ ਦੇ ਉੱਤੇ ਲਿਖੀ ਗਈ ਜਿਹੜੀ ਵਾਰਤਕ ਉਹ ਮੰਨੀ ਜਾਂਦੀ ਹੈ। ਸੋ ਆਧੁਨਿਕ ਪੰਜਾਬੀ ਵਾਰਤਕ, ਸੋ ਇੱਥੇ ਆਪਣੇ ਕੋਲ ਪਹਿਲਾਂ ਮੱਧਕਾਲੀ ਪੰਜਾਬੀ ਵਾਰਤਕ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਹੈ ਜੀ ਸਾਡੇ ਕੋਲ ਆਧੁਨਿਕ ਪੰਜਾਬੀ ਵਾਰਤਕ। ਆਧੁਨਿਕ ਪੰਜਾਬੀ ਵਾਰਤਕ ਦਾ ਵੀ ਆਪਾਂ ਨੇ ਪਹਿਲਾਂ ਆਰੰਭ ਦੇਖਾਂਗੇ, ਕਿੱਥੋਂ ਸ਼ੁਰੂਆਤ ਹੋਈ ਹੈ ਜਾਂ ਪਹਿਲੀ ਜਿਹੜਾ ਇਹ ਵਾਰਤਕ ਕਿਸ ਤੋਂ ਮੰਨਿਆ ਜਾਂਦਾ ਹੈਗਾ, ਵਾਰਤਕ ਰਚਨਾ ਜਿਹੜੀ ਹੈ ਕਿਹੜੀ ਮੰਨੀ ਜਾਂਦੀ ਤੇ ਕੀ ਵਿਕਾਸ ਪੜਾਅ ਨੇ, ਕੀ ਇਸ ਦੀਆਂ ਵਿਸ਼ੇਸ਼ਤਾਵਾਂ ਨੇ। ਸੋ ਅੱਗੇ ਹੈ ਜੀ ਸਮਕਾਲੀ ਪੰਜਾਬੀ ਵਾਰਤਕ ਦੇ ਨਵੇਂ ਝੁਕਾਅ, ਕਿ ਜਿਹੜੇ ਸਮਕਾਲ ਦੇ ਵਿੱਚ ਜਿਹੜੀ ਵਾਰਤਕ ਜਿਹੜਾ ਰਚੀ ਜਾ ਰਹੀ ਆ, ਉਸ ਦੇ ਵਿੱਚ ਕਿਹੜੇ ਵਿਸ਼ੇ ਜਿਹੜੇ ਛੋਏ ਜਾ ਰਹੇ ਨੇ, ਕਿਹੜੇ ਸਰੋਕਾਰਾਂ ਨੂੰ ਜਿਹੜਾ ਇਹਨਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਕੀ ਨਵੇਂ ਝੁਕਾਅ ਨੇ। ਸੋ ਇਹਨਾਂ ਨੂੰ ਵੀ ਆਪਾਂ ਵਿਸਥਾਰ ਦੇ ਵਿੱਚ ਜੋ ਦੇਖਾਂਗੇ। ਅੱਗੇ ਹੈ ਜੀ ਪ੍ਰਵਾਸੀ ਪੰਜਾਬੀ ਵਾਰਤਕ ਦਾ ਸਰਵੇਖਣ, ਪੰਜਾਬੀ ਵਾਰਤਕ ਦਾ ਪ੍ਰਵਾਸੀ। ਸੋ ਪ੍ਰਵਾਸੀ ਬਾਰੇ ਆਪਾਂ ਜਾਣਦੇ ਹਾਂ ਕਿ ਪ੍ਰਵਾਸੀ ਜਿਹੜਾ ਹੈ ਕੋਈ ਇੱਕ ਲੇਖਕ ਜਦੋਂ ਦੂਸਰੇ ਵਿਦੇਸ਼ ਦੇ ਵਿੱਚ ਜਾ ਕੇ ਉੱਥੇ ਰਹਿਣ ਤੋਂ ਬਾਅਦ, ਉੱਥੋਂ ਦੀ ਜ਼ਿੰਦਗੀ ਜਿਉਣ ਤੋਂ ਬਾਅਦ ਜਿਹੜੀ ਰਚਨਾ ਕਰਦਾ ਹੈ, ਠੀਕ ਹੈ, ਉਹ ਪ੍ਰਵਾਸੀ ਸਾਹਿਤ ਦੇ ਘੇਰੇ ਵਿੱਚ ਆਉਂਦੀ ਹੈ। ਸੋ ਪ੍ਰਵਾਸੀ ਪੰਜਾਬੀ, ਉਸਨੂੰ ਵਾਰਤਕ ਜਿਹੜੀਆਂ ਹੁਣ ਤੱਕ ਕਿੰਨੀਆਂ ਲਿਖੀਆਂ ਗਈਆਂ ਉਹਨਾਂ ਦਾ ਸਾਰਾ ਦਾ ਸਰਵੇਖਣ ਕੀਤਾਂਗੇ, ਸੋ ਕਰਾਂਗੇ ਜੀ। ਠੀਕ ਹੈ ਜੀ, ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਪ੍ਰਵਾਸੀ ਪੰਜਾਬੀ ਵਾਰਤਕ ਦਾ ਸਰਵੇਖਣ ਦੇ ਨਾਲ ਨਾਲ ਹੀ ਸਾਡੇ ਕੋਲ ਪਾਕਿਸਤਾਨੀ ਪੰਜਾਬੀ ਵਾਰਤਕ ਦਾ ਸਰਵੇਖਣ ਵੀ ਜੋ ਅਸੀਂ ਦੇਖਾਂਗੇ ਜੀ। ਇਹਨਾਂ ਵਿੱਚ ਕਿਹੜੇ ਕਿਹੜੇ ਰਾਈਟਰ ਨੇ ਜਿਹੜੇ ਇਹ ਕੀ ਕੁਛ ਜਿਹੜੇ ਵਾਰਤਕ ਦੇ ਅੰਦਰ ਜੋ ਲਿਖਿਆ ਹੈ। ਅੱਗੇ ਹੈ ਜੀ ਪ੍ਰਮੁੱਖ ਵਾਰਤਕਕਾਰ, ਇਸ ਦੇ ਵਿੱਚ ਆਪਣੇ ਕੋਲ ਭਾਈ ਵੀਰ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਨੀ, ਬਲਵੰਤ ਗਾਰਗੀ, ਕੁਲਵੀਰ ਸਿੰਘ ਕਾਂਗ, ਨਰਿੰਦਰ ਸਿੰਘ ਕਪੂਰ। ਸੋ ਜਿੰਨੇ ਵੀ ਆਪਣੇ ਕੋਲ ਰਾਈਟਰ ਜਿਹੜੇ ਹੋਣਗੇ, ਸੋ ਆਪਾਂ ਇਹਨਾਂ ਦੇ ਜਨਮ ਤੋਂ ਲੈ ਕੇ, ਠੀਕ ਹੈ, ਸੋ ਇਹਨਾਂ ਦੇ ਦੇਹਾਂਤ ਤੱਕ ਦਾ ਜਿਹੜਾ ਜੀਵਨ ਜ਼ਰੂਰ ਥੋੜਾ ਬਹੁਤ ਦੇਖਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਨਮ ਵਗੈਰਾ ਵੀ ਜੋ ਜ਼ਰੂਰ ਪੁੱਛ ਲਿਆ ਜਾਂਦੇ, ਤੇ ਬਾਕੀ ਇਹਨਾਂ ਨੇ ਹੋਰ ਕੀ ਕੁਛ ਸਾਹਿਤ ਰਚਨਾ ਕੀਤੀ ਹੈ। ਠੀਕ ਹੈ ਜੀ, ਸੋ ਇਹੀ ਨਹੀਂ ਕਿ ਅਗਰ ਇੱਥੇ ਵਾਰਤਕ ਦੇ ਵਿੱਚ ਇਸ ਦਾ ਕਿਸੇ ਲੇਖਕ ਦਾ ਨਾਮ ਆਏ ਤਾਂ ਸਿਰਫ ਅਸੀਂ ਵਾਰਤਕ ਨੂੰ ਹੀ ਦੇਖਾਂਗੇ, ਉਸ ਤੋਂ ਇਲਾਵਾ ਉਸਨੇ ਹੋਰ ਕੀ ਜਿਹੜੀ ਸਾਹਿਤ ਰਚਨਾ ਕੀਤੀ ਹੈ, ਸੋ ਅਸੀਂ ਉਸ ਨੂੰ ਵੀ ਜਿਹੜਾ ਹੈ ਪੂਰਾ ਧਿਆਨ ਦੇ ਵਿੱਚ ਜੋ ਰੱਖਾਂਗੇ। ਠੀਕ ਹੈ ਜੀ, ਸੋ ਅੱਗੇ ਹੈ ਜੀ ਮੱਧਕਾਲੀ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ, ਤੇ ਨਾਲ ਹੀ ਹੈ ਜੀ ਆਧੁਨਿਕ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਮੈਟਾ ਆਲੋਚਨਾ ਦਾ। ਸੋ ਦੋਵਾਂ ਦਾ ਹੀ ਆਪਾਂ ਮੈਟਾ ਆਲੋਚਨਾ ਦਾ ਜਿਹੜਾ ਆਲੋਚਨਾ ਦਾ ਮੈਟਾ ਅਧਿਐਨ ਜ਼ਰੂਰ ਕਰਾਂਗੇ ਜੀ, ਮੱਧਕਾਲੀ ਪੰਜਾਬੀ ਵਾਰਤਕ ਤੇ ਆਧੁਨਿਕ ਪੰਜਾਬੀ ਵਾਰਤਕ। ਤੇ ਵੱਖਰੇ ਵੱਖਰੇ ਵਿਦਵਾਨ ਜਿਹੜੇ ਆ ਇਹਨਾਂ ਸੰਬੰਧੀ ਆਪਣੀ ਕੀ ਰਾਏ ਰੱਖਦੇ ਨੇ, ਕੀ ਵਿਚਾਰ ਦਿੰਦੇ ਨੇ, ਕੀ ਆਲੋਚਨਾ ਕਰਦੇ ਨੇ, ਸੋ ਉਹਨਾਂ ਨੂੰ ਵੀ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਵੇਗਾ। ਅੱਗੇ ਹੈ ਜੀ ਆਪਣੇ ਕੋਲ ਯੂਨਿਟ 5 ਆਧੁਨਿਕ ਪੰਜਾਬੀ ਕਵਿਤਾ। ਇਸ ਦੇ ਵਿੱਚ ਹੈ ਜੀ ਆਪਣੇ ਕੋਲ ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ, ਵਿਕਾਸ ਪੜਾਅ ਅਤੇ ਵਿਸ਼ੇਸ਼ਤਾਵਾਂ। ਸੋ ਕਿਹੜੇ ਕਵੀ ਦੇ ਨਾਲ ਜਿਹੜਾ ਹੈ ਆਧੁਨਿਕ ਪੰਜਾਬੀ ਕਵਿਤਾ ਦਾ ਜੋ ਆਰੰਭ ਹੁੰਦਾ ਹੈ ਜੀ, ਠੀਕ ਹੈ, ਸੋ ਕਿਵੇਂ ਵਿਕਾਸ ਪੜਾਅ ਨੇ ਇਸ ਦੇ ਹੌਲੀ ਹੌਲੀ ਵਿਕਾਸ ਕਰਦੀ ਹੋਈ ਕਿਹੜੇ ਪੜਾਵਾਂ ਚੋਂ ਨਿਕਲਦੀ ਹੋਈ, ਜੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੇ ਕਿੱਥੋਂ ਤੱਕ ਇਹ ਪਹੁੰਚ ਚੁੱਕੀ ਹੈ, ਜਾਂ ਅੱਜ ਦੇ ਇਸ ਦੇ ਵਿਸ਼ੇ ਜਿਹੜੇ ਕੀ ਨੇ। ਸੋ ਹੋਰ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜ਼ਿਕਰ ਕੀਤਾ ਜਾਏਗਾ।
ਅੱਗੇ ਜੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਮੁੱਖ ਰੁਝਾਨ। ਠੀਕ ਹੈ, ਸੋ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਉਵੇਂ ਉਵੇਂ ਜੋ ਕਈ ਵਾਰ ਸਮੇਂ ਦੀ ਮੰਗ ਹੁੰਦੀ ਹੈ ਕਿ ਕੁਝ ਚੀਜ਼ ਚੇਂਜ ਕਰਨ ਵਾਲੀ ਹੁੰਦੀ ਹੈ, ਜਾਂ ਹੌਲੀ ਹੌਲੀ ਸਮਾਂ ਤਬਦੀਲ ਹੋਣ ਦੇ ਨਾਲ ਨਾਲ ਜਿਹੜੀ ਹੈ ਇਨਸਾਨ ਦੀ ਵਿਚਾਰਧਾਰਾ ਵੀ ਚੇਂਜ ਹੁੰਦੀ ਜਾਂਦੀ ਹੈ, ਜਾਂ ਇਹ ਉਹ ਸਮਾਂ ਹੁੰਦਾ ਹੈ ਜੋ ਕੀ ਉਸ ਸਮੇਂ ਦੀ ਮੰਗ ਹੁੰਦੀ ਹੈ। ਸੋ ਉਸ ਤਰ੍ਹਾਂ ਹੀ ਕਿਤੇ ਨਾ ਕਿਤੇ ਲੇਖਕ ਦੇ ਅੰਦਰੋਂ ਵੀ ਉਹੀ ਭਾਵ ਜਿਹੜੇ ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਜਿਹੜਾ ਹੈ ਕਿਹੜੇ ਕਿਹੜੇ ਰੁਝਾਨ ਰਹੇ ਨੇ, ਕਿਹੜੇ ਕਿਹੜੇ ਉਹਨਾਂ ਦੇ ਜਿਹੜੇ ਵਿਸ਼ੇ ਰਹੇ ਨੇ, ਠੀਕ ਹੈ, ਜਾਂ ਜਿਹੜੀ ਕਿਸ ਚੀਜ਼ ਨੂੰ ਉਹਨਾਂ ਨੇ ਆਧਾਰ ਬਣਾਇਆ ਹੈ ਆਪਣੀਆਂ ਕਵਿਤਾਵਾਂ ਦਾ, ਜਿਸ ਦੇ ਵਿੱਚ ਆਪਾਂ ਆਦਰਸ਼ਵਾਦੀ ਹੁੰਦਾ ਕੀ ਹੈ, ਠੀਕ ਹੈ, ਜਾਂ ਕਿਹੜੇ ਕਿਹੜੇ ਇਸ ਆਦਰਸ਼ਵਾਦੀ ਧਾਰਾ ਦੇ ਜਿਹੜੇ ਕਵੀ ਰਹੇ ਨੇ, ਸੋ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਦੇਖਾਂਗੇ। ਇਸੇ ਤਰ੍ਹਾਂ ਯਥਾਰਥਵਾਦੀ ਹੁੰਦਾ ਕੀ ਹੈ, ਤੇ ਕਿਹੜੇ ਕਿਹੜੇ ਕਵੀਆਂ ਨੇ ਇਸ ਧਾਰਾ ਨੂੰ ਆਧਾਰ ਬਣਾ ਕੇ ਜਿਹੜੀਆਂ ਆਪਣੀਆਂ ਕਵਿਤਾਵਾਂ ਦੀ ਰਚਨਾ ਕੀਤੀ। ਇਸੇ ਤਰ੍ਹਾਂ ਹੀ ਪ੍ਰਗਤੀਵਾਦ, ਪ੍ਰਯੋਗਸ਼ੀਲ, ਜੁਝਾਰਵਾਦੀ, ਨਾਰੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਦੇ ਵਿੱਚ, ਠੀਕ ਹੈ ਜੀ। ਸੋ ਕੀ ਹੁੰਦਾ ਹੈ ਤੇ ਕਿਹੜੇ ਕਿਹੜੇ ਕਵੀਆਂ ਨੇ ਜਾਂ ਲੇਖਕਾਂ ਨੇ ਇਸਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਹੈ, ਸੋ ਉਹਨਾਂ ਬਾਰੇ ਵੀ ਅਸੀਂ ਇਸਦਾ ਜਿਹੜਾ ਅਧਿਐਨ ਕਰਾਂਗੇ। ਸੋ ਅੱਗੇ ਜੀ ਸਮਕਾਲੀ ਪੰਜਾਬੀ ਕਵਿਤਾ ਵਿੱਚ ਨਵੇਂ ਝੁਕਾਅ। ਸੋ ਕੀ ਅੱਜ ਦੀ ਜਿਹੜੀ ਕਵਿਤਾ ਜੋ ਰਚੀ ਜਾ ਰਹੀ ਹੈ ਉਹਨਾਂ ਦੇ ਵਿਸ਼ੇ ਕਿਹੜੇ ਨੇ, ਠੀਕ ਹੈ, ਕਿਸ ਤਰ੍ਹਾਂ ਦੇ ਨਵੇਂ ਝੁਕਾਅ ਉਹਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਸੋ ਇਹਨਾਂ ਬਾਰੇ ਵੀ ਦੇਖਿਆ ਜਾਏਗਾ। ਸੋ ਇਸੇ ਤਰ੍ਹਾਂ ਹੀ ਪ੍ਰਵਾਸੀ ਪੰਜਾਬੀ ਕਵਿਤਾ ਦਾ ਸਰਵੇਖਣ ਕੀਤਾ ਜਾਏਗਾ ਕਿ ਕਿਹੜੇ ਕਿਹੜੇ ਪ੍ਰਵਾਸੀ ਦੇ ਕਵੀ ਨੇ, ਉਹਨਾਂ ਨੇ ਕਿਹੜੀਆਂ ਕਿਹੜੀਆਂ ਕਵਿਤਾਵਾਂ ਰਚੀਆਂ ਨੇ, ਕਿਹਨਾਂ ਦੇ ਨਾਮ ਜਿਹੜੇ ਵਰਣਨਯੋਗ ਨੇ, ਸੋ ਉਹਨਾਂ ਦਾ ਸਰਵੇਖਣ ਦਾ ਜੋ ਕੀਤਾ ਜਾਏਗਾ, ਠੀਕ ਹੈ ਜੀ। ਸੋ ਪਾਕਿਸਤਾਨੀ ਪੰਜਾਬੀ ਕਵਿਤਾ ਦਾ ਸਰਵੇਖਣ ਹੋਏਗਾ। ਸੋ ਪ੍ਰਮੁੱਖ ਪੰਜਾਬੀ ਕਵੀ ਜਿਹੜੇ ਨੇ, ਜਿਨ੍ਹਾਂ ਵਿੱਚ ਭਾਈ ਵੀਰ ਸਿੰਘ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਮੋਹਨ ਸਿੰਘ, ਅਮਰਤਾ ਪ੍ਰੀਤਮ, ਬਾਵਾ ਬਲਵੰਤ, ਹਰਭਜਨ ਸਿੰਘ, ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ ਪਾਸ਼, ਸੁਰਜੀਤ ਪਾਤਰ ਅਤੇ ਜਸਵੰਤ ਦੀਦ। ਸੋ ਇਹਨਾਂ ਨੇ ਵੀ ਨਾ ਸਿਰਫ ਅਸੀਂ ਇਹਨਾਂ ਨੇ ਜੋ ਕਾਵ ਸੰਗ੍ਰਹਿ ਰਚੇ ਨੇ ਉਹਨਾਂ ਨੂੰ ਹੀ ਧਿਆਨ ਦੇ ਵਿੱਚ ਨਹੀਂ ਰੱਖਾਂਗੇ, ਕਾਵ ਸੰਗ੍ਰਹਿ ਤੋਂ ਇਲਾਵਾ ਹੋਰ ਇਹਨਾਂ ਨੇ ਕੀ ਰਚਿਆ ਹੈ, ਸੋ ਉਹਨਾਂ ਨੂੰ ਵੀ, ਹੋਰ ਸਾਹਿਤਿਕ ਰਚਨਾ ਵਿੱਚ ਕਲਮ ਅਜ਼ਮਾਈ ਹੈ, ਸੋ ਅਸੀਂ ਉਹਨਾਂ ਨੂੰ ਵੀ ਜੋ ਦੇਖਾਂਗੇ, ਠੀਕ ਹੈ। ਸੋ ਪੂਰਾ ਇਹਨਾਂ ਦੇ ਵਿੱਚ ਜਿਹੜਾ ਹੈ ਤੁਹਾਨੂੰ PDF ਬਣਾ ਕੇ ਜਿਹੜਾ ਹੈ ਨਾਲ ਦੀ ਤੁਹਾਨੂੰ ਅਸੀਂ ਭੇਜਦੇ ਰਵਾਂਗੇ, ਠੀਕ ਹੈ ਜੀ। ਸੋ ਅੱਗੇ ਜੀ ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ। ਸੋ ਇਸ ਨੂੰ ਵੀ ਅਸੀਂ ਧਿਆਨ ਦੇ ਨਾਲ ਜਿਹੜਾ ਵਿਸਥਾਰ ਦੇ ਵਿੱਚ ਕਰਾਂਗੇ ਜੀ। ਹਾਂਜੀ ਸਟੂਡੈਂਟਸ, ਜੋ UGC ਨੈਟ ਦਾ ਜੋ ਸਟਾਰਟ ਕੀਤਾ ਹੈ ਜੀ ਅਸੀਂ ਇਹ, ਸੋ ਇਸ ਦੇ ਲਈ ਜੋ ਇੱਕ WhatsApp ਗਰੁੱਪ ਬਣਾਇਆ ਜਾ ਰਿਹਾ ਹੈ ਜੀ, ਜੋ ਕਿ ਬਿਲਕੁਲ ਫ੍ਰੀ ਹੈਗਾ, ਠੀਕ ਹੈ। ਸੋ ਇਸ ਗਰੁੱਪ ਦੇ ਵਿੱਚ ਐਡ ਹੋਣ ਲਈ ਤੁਸੀਂ ਕੀ ਕਰਨਾ ਹੈ, ਤੁਸੀਂ ਆਪਣਾ ਨਾਮ, ਠੀਕ ਹੈ ਜੀ, UGC ਲਿਖ ਕੇ ਤੇ ਤੁਹਾਡਾ ਸਬਜੈਕਟ ਕੀ ਹੈ, ਕਿਉਂਕਿ ਸਾਰੇ ਸਬਜੈਕਟਾਂ ਨਾਲ ਸੰਬੰਧਿਤ ਤਕਰੀਬਨ ਜਿਹੜੇ ਹੈ ਹੋਰ ਲੈਂਗੁਏਜ ਨੇ, ਅੰਗਰੇਜ਼ੀ ਹੋ ਗਈ ਆਪਣੇ ਕੋਲ, ਹਿੰਦੀ ਹੋ ਗਈ, ਪੰਜਾਬੀ ਹੋ ਗਈ, ਠੀਕ ਹੈ, ਜਾਂ ਹੋਰ ਸਬਜੈਕਟਾਂ ਦੇ ਜੋ ਵੀ ਨੇ। ਸੋ ਇਸੇ ਕਿਉਂਕਿ ਤੁਹਾਨੂੰ ਜਿਹੜਾ ਵੱਖਰੇ ਵੱਖਰੇ ਤੌਰ ਤੇ ਐਡ ਕੀਤਾ ਜਾਵੇ ਵੱਖਰੇ ਵੱਖਰੇ ਗਰੁੱਪ ਦੇ ਵਿੱਚ, ਇਸ ਕਰਕੇ ਤੁਹਾਡਾ ਸਬਜੈਕਟ ਲਿਖਿਆ ਹੋਇਆ ਹੋਣਾ ਬਹੁਤ ਜ਼ਰੂਰੀ ਹੈ। ਆਪਣਾ ਨਾਮ ਜ਼ਰੂਰ ਲਿਖੋ, UGC ਲਿਖੋ, ਔਰ ਸਬਜੈਕਟ ਜੋ ਹੈ ਇਸਨੂੰ ਲਿਖ ਕੇ ਤੁਸੀਂ ਇਸਨੂੰ ਸੈਂਡ ਕਰਨਾ ਹੈ ਜੀ 9551700092 ਤੇ, ਜਾਂ ਫਿਰ 9551700093 ਤੇ ਜਿਹੜਾ ਸੈਂਡ ਕਰ ਦੇਣਾ, ਠੀਕ ਹੈ ਜੀ। ਸੋ ਇਹ ਜਿਹੜਾ WhatsApp ਗਰੁੱਪ ਹੈ ਤੁਸੀਂ ਪਲੀਜ਼ ਸਾਰਿਆਂ ਨੇ ਜੁਆਇਨ ਜ਼ਰੂਰ ਕਰਨਾ, ਤੇ ਨਾਲ ਨਾਲ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਨਾ, ਤੇ ਇਹ ਜਿਹੜਾ ਬਿਲਕੁਲ ਫ੍ਰੀ ਹੈ, ਠੀਕ ਹੈ ਜੀ। ਸੋ ਡੇਲੀ ਜਿਹੜਾ ਹੈ ਤੁਹਾਡਾ ਸਾਵਰ ਕਲਾਸਿਸ ਵੱਲੋਂ ਹੈ UGC ਦਾ ਜਿਹੜਾ MCQs ਜਿਹੜਾ ਟੈਸਟ ਜਿਹੜਾ ਹੋਇਆ ਕਰੇਗਾ, ਠੀਕ ਹੈ ਜੀ। ਸੋ ਤੁਸੀਂ ਇਸ ਦਾ ਸਕਰੀਨਸ਼ਾਟ ਜ਼ਰੂਰ ਲੈ ਲਓ ਤਾਂ ਕਿ ਜਿਹੜਾ ਤੁਸੀਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਇਸ ਦੇ ਵਿੱਚ ਐਡ ਕਰ ਸਕੋ ਜੀ। ਹਾਂਜੀ ਅਗਲਾ ਯੂਨਿਟ ਹੈ ਜੀ ਆਪਣੇ ਕੋਲ ਆਧੁਨਿਕ ਪੰਜਾਬੀ ਗਲਪ, ਠੀਕ ਹੈ ਜੀ। ਸੋ ਗਲਪ ਦੀ ਆਪਾਂ ਗੱਲ ਕੀਤੀ ਹੈ, ਗਲਪ ਦੇ ਵਿੱਚ ਜਿਹੜਾ ਆਪਣੇ ਕੋਲ ਨਾਵਲ ਅਤੇ ਕਹਾਣੀ ਜਿਹੜੇ ਪ੍ਰਾਪਤ ਹੁੰਦੇ ਨੇ। ਸੋ ਉਸੇ ਤਰ੍ਹਾਂ ਹੀ ਪੰਜਾਬੀ ਨਾਵਲ ਦੇ ਵਿੱਚ ਆਰੰਭ ਕਿੱਥੋਂ ਹੁੰਦਾ ਹੈ, ਠੀਕ ਹੈ, ਇਸ ਦਾ ਵਿਕਾਸ ਪੜਾ ਕੀ ਹੈ ਤੇ ਵਿਸ਼ੇਸ਼ਤਾਵਾਂ ਕੀ ਨੇ, ਸੋ ਉਸ ਦੇ ਬਾਰੇ ਹੀ ਜਿਹੜਾ ਦੇਖਿਆ ਜਾਏਗਾ, ਤੇ ਕਿਹੜੇ ਕਿਹੜੇ ਰੁਝਾਨ ਰਹੇ ਨੇ ਇਸ ਦੇ ਵਿੱਚ, ਉਹੀ ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਇਤਿਹਾਸਿਕ, ਮਨੋਵਿਗਿਆਨਕ, ਨਾਰੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿੱਚ। ਸੋ ਕਿਹੜੇ ਕਿਹੜੇ ਜਿਵੇਂ ਹੁਣ ਆਦਰਸ਼ਵਾਦੀ ਕਰਾਂਗੇ ਤਾਂ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਹੜੇ ਕਿਹੜੇ ਨਾਵਲਕਾਰ ਹੋਏ ਨੇ ਜਿਨ੍ਹਾਂ ਨੇ ਆਦਰਸ਼ਵਾਦੀ ਜਿਹੜੇ ਨਾਵਲ ਲਿਖੇ ਨੇ, ਜਾਂ ਜਿਨ੍ਹਾਂ ਨੇ ਯਥਾਰਥਵਾਦੀ, ਸੋ ਉਹਨਾਂ ਅੱਗੇ ਆਪਾਂ ਰਾਈਟਰਸ ਨੂੰ ਵੀ ਜਿਹੜਾ ਦੇਖਾਂਗੇ, ਠੀਕ ਹੈ ਜੀ। ਸੋ ਅੱਗੇ ਹੈ ਜੀ ਸਮਕਾਲੀ ਪੰਜਾਬੀ ਨਾਵਲ ਵਿੱਚ ਨਵੇਂ ਝੁਕਾਅ, ਕਿ ਕਿਸ ਤਰ੍ਹਾਂ ਹੌਲੀ ਹੌਲੀ ਜਿਹੜਾ ਹੈ ਝੁਕਾਅ ਬਦਲਦੇ ਰਹਿੰਦੇ ਨੇ, ਨਾਵਲਾਂ ਦੇ ਵਿੱਚ ਪੇਸ਼ ਹੁੰਦੀਆਂ ਰਹਿੰਦੇ ਨੇ, ਠੀਕ ਹੈ। ਜਿਵੇਂ ਜਿਵੇਂ ਪਹਿਲਾਂ ਆਦਰਸ਼ਵਾਦੀ ਆ, ਯਥਾਰਥਵਾਦੀ ਆ, ਸੋ ਹੁਣ ਜਿਹੜਾ ਹੈ ਅਜੋਕੇ ਸਮੇਂ ਦੇ ਵਿੱਚ ਕੀ ਪੇਸ਼ ਹੋ ਰਿਹਾ ਨਾਵਲਾਂ ਦੇ ਵਿੱਚ, ਸੋ ਉਹਨਾਂ ਬਾਰੇ ਵੀ ਆਪਾਂ ਜਿਹੜਾ ਹੈ ਅਧਿਐਨ ਕਰਾਂਗੇ।
ਉਸ ਤੋਂ ਬਾਅਦ ਜੀ ਸਾਡੇ ਕੋਲ ਪ੍ਰਵਾਸੀ ਪੰਜਾਬੀ ਨਾਵਲ ਦਾ ਸਰਵੇਖਣ, ਠੀਕ ਹੈ ਜੀ। ਸੋ ਪ੍ਰਵਾਸੀ ਪੰਜਾਬੀ ਨਾਵਲ ਵਿੱਚ ਕਿਹੜੇ-ਕਿਹੜੇ ਰਾਈਟਰਾਂ ਨੇ ਕਿਹੜੇ-ਕਿਹੜੇ ਨਾਵਲ ਲਿਖੇ ਨੇ। ਸੋ ਇਸ ਤਰ੍ਹਾਂ ਹੀ ਪਾਕਿਸਤਾਨੀ ਪੰਜਾਬੀ ਨਾਵਲ ਦਾ ਸਰਵੇਖਣ। ਹਾਂਜੀ, ਸੋ ਇਹ ਸਾਡੇ ਕੋਲ ਹੈ ਜੀ ਆਪਣੇ ਕੋਲ ਗਲਪ। ਹਾਂਜੀ, ਅੱਗੇ ਹੈ ਜੀ ਆਪਣੇ ਕੋਲ ਪੰਜਾਬੀ ਪ੍ਰਮੁੱਖ ਨਾਵਲਕਾਰ, ਠੀਕ ਹੈ ਜੀ। ਸੋ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਬਲਦੇਵ ਸਿੰਘ ਔਰ ਮਨਮੋਹਨ ਬਾਵਾ। ਸੋ ਇਹਨਾਂ ਨੂੰ ਜਿਹੜਾ ਆਪਾਂ ਦੇਖਾਂਗੇ ਕਿਹੜੇ-ਕਿਹੜੇ ਇਹਨਾਂ ਨੇ ਨਾਵਲਾਂ ਤੋਂ ਇਲਾਵਾ ਹੋਰ ਕੀ ਕੁਛ ਜਿਹੜਾ ਹੈ ਇਹਨਾਂ ਨੇ ਜੋ ਸਾਹਿਤ ਰਚਿਆ ਹੈ, ਸੋ ਉਹਨਾਂ ਵੱਲ ਵੀ ਜਿਹੜਾ ਆਪਾਂ ਧਿਆਨ ਦੇਵਾਂਗੇ। ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਆਧੁਨਿਕ ਪੰਜਾਬੀ ਕਹਾਣੀ। ਇਸਦਾ ਆਰੰਭ ਕਿੱਥੋਂ ਹੋਇਆ ਹੈ? ਆਰੰਭ ਤੋਂ ਭਾਵ ਆਪਾਂ ਇੱਥੇ ਜਿੰਨਾਂ ਬਾਰੇ ਵੀ ਆਰੰਭ, ਵਿਕਾਸ, ਪੜਾਅ ਤੇ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ। ਸੋ ਇੱਥੇ ਆਪਾਂ ਇਹ ਦੇਖਾਂਗੇ ਕਿ ਸਭ ਤੋਂ ਪਹਿਲੀ ਕਹਾਣੀ ਜਾਂ ਨਾਵਲ ਜਿਹੜਾ ਕਿਹੜਾ ਰਚਿਆ ਗਿਆ ਸੀਗਾ, ਠੀਕ ਹੈ। ਸੋ ਇਸ ਦੇ ਵਿਕਾਸ ਪੜਾਅ ਕੀ ਨੇ ਕਿ ਹੁਣ ਤੱਕ ਦੇ ਜਿਹੜੇ ਕਿਸ ਤਰ੍ਹਾਂ ਇਹਨਾਂ ਦੇ ਝੁਕਾਅ ਜਿਹੜੇ ਰੁਝਾਨ ਜਿਹੜੇ ਨੇ ਉਹ ਬਦਲਦੇ ਰਹੇ ਨੇ। ਸੋ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਕਹਾਣੀ ਦੀਆਂ, ਠੀਕ ਹੈ ਜੀ। ਜਿਵੇਂ ਆਪਾਂ ਨੂੰ ਪਤਾ ਕਿ ਜਿਹੜੀ ਇਹ ਕਹਾਣੀ ਦੀ ਵਿਸ਼ੇਸ਼ਤਾ ਸਭ ਤੋਂ ਕਹਿੰਦੇ ਕਿ ਛੋਟੀ ਤੋਂ ਛੋਟੀ ਹੋਣੀ ਚਾਹੀਦੀ ਹੈ, ਜਿਹੜੀ ਕਿ ਇੱਕੋ ਬੈਠਕ ਵਿੱਚ ਪੜ੍ਹੀ ਜਾਵੇ, ਠੀਕ ਹੈ। ਸੋ ਇਸ ਤਰ੍ਹਾਂ ਜਿਹੜੀਆਂ ਨਾਵਲ ਦੀਆਂ ਵੀ ਆਪਣੇ ਕੋਲ ਪਤਾ ਕਿ ਨਾਵਲ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਇੰਨਾ ਲੰਬਾ ਬਿਰਤਾਂਤ ਜਿਹੜਾ ਉਸ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇੱਕ ਸਮੱਸਿਆ ਤੋਂ ਵੱਧ ਸਮੱਸਿਆਵਾਂ ਜਿਹੜੇ ਉਸ ਦੇ ਵਿੱਚ ਸਮੋਈਆਂ ਜਾ ਸਕਦੀਆਂ ਨੇ। ਸੋ ਕਹਾਣੀ ਦੇ ਵਿੱਚ ਜਿਹੜੇ ਇੱਕ ਕਹਾਣੀ ਦੇ ਵਿੱਚ, ਨਿੱਕੀ ਕਹਾਣੀ ਦੇ ਵਿੱਚ ਸਿਰਫ ਇੱਕ ਸਮੱਸਿਆ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸੋ ਇਸ ਤਰ੍ਹਾਂ ਜਿਹੜੇ ਵੱਖਰੇ ਜਿੰਨੇ ਵੀ ਆਪਣੇ ਕੋਲ ਹੁਣ ਤੱਕ ਇਹ ਸਾਹਿਤ ਰੂਪ ਆਏ ਨੇ, ਸੋ ਇਹਨਾਂ ਦੀ ਕੀ ਵਿਸ਼ੇਸ਼ਤਾਵਾਂ ਨੇ। ਅੱਗੇ ਆਧੁਨਿਕ ਪੰਜਾਬੀ ਕਹਾਣੀ ਦੇ ਪ੍ਰਮੁੱਖ ਰੁਝਾਨ। ਸੋ ਆਦਰਸ਼ਵਾਦੀ, ਯਥਾਰਥਵਾਦੀ, ਦੇਸ਼ ਵੰਡ ਨਾਲ ਸੰਬੰਧਿਤ, ਪ੍ਰਗਤੀਵਾਦੀ, ਮਨੋਵਿਗਿਆਨਕ, ਨਾਰੀ ਦ੍ਰਿਸ਼ਟੀ ਔਰ ਦਲਿਤ ਦ੍ਰਿਸ਼ਟੀ ਦੇ ਸੰਦਰਭ ਦੇ ਵਿੱਚ ਜਿਹੜਾ ਹੈ ਅਸੀਂ ਇਹਨਾਂ ਨੂੰ ਜੋ ਦੇਖਾਂਗੇ, ਠੀਕ ਹੈ। ਜਿਵੇਂ ਆਪਾਂ ਆਦਰਸ਼ਵਾਦੀ ਦੇ ਵਿੱਚ ਦੇਖ ਸਕਦੇ ਹਾਂ ਸਾਡੇ ਕੋਲ ਜਿਵੇਂ ਪੋਤਾ ਪਾਂਦੀ ਹੋ ਗਿਆ, ਬੰਬ ਬਹਾਦਰ ਹੋ ਗਿਆ, ਪ੍ਰੀਤਾਂ ਦੇ ਪਹਿਰੇਦਾਰ ਹੋ ਗਏ। ਇਸ ਤਰ੍ਹਾਂ ਦੀ ਕਹਾਣੀਆਂ ਜਿਹੜੀਆਂ ਆਦਰਸ਼ਵਾਦੀ ਰੂਪ ਵਿੱਚ ਸਾਨੂੰ ਦੇਖੀਆਂ ਜਾ ਸਕਦੀਆਂ ਨੇ। ਸੋ ਦੇਸ਼ ਵੰਡ ਨਾਲ ਸੰਬੰਧਿਤ ਜਿਹੜੀ ਡੰਗਰ ਕਹਾਣੀ ਦੇਖ ਸਕਦੇ ਹਾਂ, ਅੱਗ ਖਾਣ ਵਾਲੇ ਦੇਖ ਸਕਦੇ ਹਾਂ, ਜਾਂ ਫਿਰ ਕੁਲਵੰਤ ਸਿੰਘ ਵਿਰਕ ਦੀ ਜਿਹੜੀ ਹੈ ਖੱਬਲ ਕਹਾਣੀ ਦੇਖੀ ਜਾ ਸਕਦੀ ਹੈਗੀ ਹੈ। ਸੋ ਠੀਕ ਹੈ ਜੀ। ਅਗਰ ਨਾਰੀ ਦ੍ਰਿਸ਼ਟੀ ਦੀ ਗੱਲ ਕਰੀਏ ਜਿਵੇਂ ਭਾਬੀ ਮੈਨਾ ਹੋ ਗਈ, ਸਾਡੇ ਕੋਲ ਫਾਲਤੂ ਔਰਤ ਹੋ ਗਈ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਆਪਾਂ ਦੇਖ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਇਹਨਾਂ ਰੁਝਾਨਾਂ ਦਾ ਜਿਹੜਾ ਹੈ ਉਹ ਹੁੰਦਾ ਹੈ, ਠੀਕ ਹੈ ਜੀ। ਸੋ ਜੇਕਰ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿੱਚ ਕਹਾਣੀ ਦੀ ਗੱਲ ਕਰੀਏ ਤਾਂ ਸਾਡੇ ਕੋਲ ਜਿਹੜਾ ਹੈ ਬਾਗਾਂ ਦਾ ਰਾਖਾ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਦੀਆਂ ਜਿਹੜਾ ਸਾਡੇ ਕੋਲ ਬਹੁਤ ਸਾਰੀਆਂ ਕਹਾਣੀਆਂ ਨੇ। ਸੋ ਅਸੀਂ ਇਹਨਾਂ ਨੂੰ ਦੇਖਾਂਗੇ ਕਿਹੜੀਆਂ ਇਹਨਾਂ ਰੁਝਾਨਾਂ ਦੇ ਅੰਦਰ ਕਿਹੜੀਆਂ ਕਹਾਣੀਆਂ ਕਿਹੜੇ ਲੇਖਕਾਂ ਨੇ ਜਿਹੜੀਆਂ ਲਿਖੀਆਂ ਨੇ। ਸੋ ਉਹਨਾਂ ਵੱਲ ਜਿਹੜਾ ਹੈ ਧਿਆਨ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਸਮਕਾਲੀ ਪੰਜਾਬੀ ਕਹਾਣੀ ਦੇ ਨਵੇਂ ਝੁਕਾਅ ਤੇ ਅੱਜ ਦੀ ਕਹਾਣੀ, ਜਿਹੜੇ ਸਾਡੇ ਸਮਕਾਲ ਦੀ ਕਹਾਣੀ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਪੇਸ਼ ਹੁੰਦੇ ਨੇ, ਕਿਹੜੇ ਨਵੇਂ ਝੁਕਾਅ ਜਿਹੜੇ ਆ ਰਹੇ ਨੇ। ਅੱਗੇ ਪ੍ਰਵਾਸੀ ਪੰਜਾਬੀ ਕਹਾਣੀ ਦਾ ਸਰਵੇਖਣ, ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸਰਵੇਖਣ, ਠੀਕ ਹੈ ਜੀ। ਪ੍ਰਵਾਸੀ ਪੰਜਾਬੀ ਕਹਾਣੀ ਔਰ ਪਾਕਿਸਤਾਨੀ ਪੰਜਾਬੀ ਕਿਉਂਕਿ ਸਾਰਿਆਂ ਦੇ ਵਿੱਚ ਹੀ ਆ ਰਿਹਾ। ਸੋ ਇਹਨਾਂ ਦੇ ਸਰਵੇਖਣ ਭਾਵ ਕਿ ਕਿਹੜੇ ਰਾਈਟਰ ਹੋ ਚੁੱਕੇ ਨੇ, ਉਹਨਾਂ ਨੇ ਕਿਹੜੀਆਂ ਕਹਾਣੀਆਂ ਲਿਖੀਆਂ ਨੇ ਤੇ ਪ੍ਰਮੁੱਖ ਪੰਜਾਬੀ ਕਹਾਣੀਕਾਰ ਜਿਹੜੇ ਕਿਹੜੇ ਨੇ, ਜਿਨ੍ਹਾਂ ਵਿੱਚ ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ ਅਤੇ ਲਾਲ ਸਿੰਘ। ਇਸ ਦੇ ਨਾਲ ਹੀ ਪੰਜਾਬੀ ਨਾਵਲ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ ਔਰ ਆਧੁਨਿਕ ਪੰਜਾਬੀ ਕਹਾਣੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ। ਸੋ ਇਸ ਬਾਰੇ ਵੀ ਜਿਹੜਾ ਹੈ ਦੇਖਿਆ ਜਾਏਗਾ। ਅੱਗੇ ਹੈ ਜੀ ਆਪਣੇ ਕੋਲ ਪੰਜਾਬੀ ਨਾਟਕ ਅਤੇ ਇਕਾਂਗੀ। ਪੰਜਾਬੀ ਨਾਟਕ ਅਤੇ ਇਕਾਂਗੀ। ਸੋ ਇਸ ਦੇ ਵਿੱਚ ਪੰਜਾਬੀ ਨਾਟਕ ਅਤੇ ਇਕਾਂਗੀ ਦਾ ਆਰੰਭ ਕਿਵੇਂ ਹੋਇਆ, ਠੀਕ ਹੈ ਜੀ। ਸੋ ਇਸ ਦੇ ਵਿਕਾਸ ਪੜਾਅ ਕੀ ਨੇ, ਵਿਸ਼ੇਸ਼ਤਾਵਾਂ ਕੀ ਨੇ। ਸਮਕਾਲੀ ਪੰਜਾਬੀ ਨਾਟਕ ਦੇ ਜਿਹੜੇ ਪ੍ਰਮੁੱਖ ਰੁਝਾਨ ਜਿਹੜੇ ਕਿਹੜੇ ਰਹੇ ਨੇ, ਠੀਕ ਹੈ ਜੀ। ਸੋ ਇਹਨਾਂ ਬਾਰੇ ਵੀ ਦੇਖਾਂਗੇ ਕਿਸ ਤਰ੍ਹਾਂ ਜਿਹੜੇ ਇਹਨਾਂ ਦੇ ਜਿਹੜੇ ਰੁਝਾਨ ਕਿਹੜੇ ਰਹੇ ਨੇ ਆਪਣੇ ਕੋਲ। ਯਥਾਰਥਵਾਦੀ ਹੋ ਗਿਆ, ਠੀਕ ਹੈ, ਸਮਾਜਵਾਦੀ ਹੋ ਗਿਆ, ਜਾਂ ਹੋਰ ਕਿਹੜੇ ਚੀਜ਼ਾਂ ਇਹਨਾਂ ਵਿੱਚ ਪੇਸ਼ ਹੋਈਆਂ ਨੇ। ਸੋ ਪ੍ਰਵਾਸੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ ਕੀਤਾ ਜਾਏਗਾ ਕਿ ਹੁਣ ਤੱਕ ਜਿਹੜੇ ਕਿਹੜੇ ਨਾਟਕ ਜਾਂ ਇਕਾਂਗੀਆਂ ਜਿਹੜੀਆਂ ਰਚੀਆਂ ਜਾ ਚੁੱਕੀਆਂ ਨੇ, ਜਾਂ ਉਹਨਾਂ ਦੇ ਥੋੜ੍ਹੇ ਬਹੁਤ ਆਪਾਂ ਜਿੰਨੇ ਵੀ ਨਾਵਲ, ਕਹਾਣੀ ਜਾਂ ਨਾਟਕ ਜਿੰਨੇ ਵੀ ਪੋਸੀਬਲ ਹੋ ਸਕਣਗੇ ਉਹਨਾਂ ਦਾ ਥੋੜ੍ਹਾ ਆਪਾਂ ਵਿਸ਼ਾ ਵਸਤੂ ਵੀ ਡਿਸਕਸ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ, ਕਿਉਂਕਿ ਕਈ ਵਾਰ ਪਾਤਰਾਂ ਬਾਰੇ ਵੀ ਸੰਬੰਧਿਤ ਜਿਹੜੇ ਕੁਐਸਚਨ ਜਿਹੜੇ ਆ ਜਾਂਦੇ ਨੇ, ਜਾਂ ਉਹਨਾਂ ਦਾ ਵਿਸ਼ਾ ਕੀ ਹੈ, ਉਹਨਾਂ ਦਾ ਥੀਮ ਕੀ ਹੈ। ਪਾਕਿਸਤਾਨੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ ਇਹ ਵੀ ਦੇਖਿਆ ਜਾਏਗਾ ਜੀ। ਸੋ ਪ੍ਰਮੁੱਖ ਨਾਟਕਕਾਰ ਅਤੇ ਇਕਾਂਗੀਕਾਰ ਜਿਹੜੇ ਨੇ ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਸਿੰਘ ਔਲਖ, ਆਤਮਜੀਤ ਔਰ ਸਵਰਾਜ ਵੀਰ, ਠੀਕ ਹੈ ਜੀ। ਸੋ ਇਹਨਾਂ ਬਾਰੇ ਵੀ ਜਿਹੜਾ ਹੈ ਆਪਾਂ ਇਹਨਾਂ ਦੇ ਜਨਮ ਤੋਂ ਲੈ ਕੇ ਇਹਨਾਂ ਨੇ ਕਿਹੜੇ ਸਾਹਿਤਕ ਵਿਧਾ ਵਿੱਚ ਆਪਣੀ ਕਲਮ ਅਜ਼ਮਾਈ ਹੈ,
ਠੀਕ ਹੈ, ਜਾਂ ਇਹਨਾਂ ਨੂੰ ਕਿਹੜੇ ਅਵਾਰਡ ਪ੍ਰਾਪਤ ਹੋਏ ਨੇ। ਸੋ ਇਹਨਾਂ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ। ਸੋ ਪੰਜਾਬੀ ਰੰਗਮੰਚ ਦਾ ਆਰੰਭ ਕਿਵੇਂ ਹੋਇਆ, ਵਿਕਾਸ ਪੜਾਅ ਕੀ ਹੈ, ਇਹਨਾਂ 'ਚ ਕੀ ਸਮੱਸਿਆਵਾਂ ਨੇ, ਕੀ ਇਸ ਦਾ ਭਵਿੱਖ ਹੈ, ਠੀਕ ਹੈ ਜੀ। ਸੋ ਇਸ ਬਾਰੇ ਵੀ ਦੇਖਾਂਗੇ। ਪੰਜਾਬੀ ਨਾਟਕ ਅਤੇ ਇਕਾਂਗੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾਗਾਨ, ਜੋ ਕਿ ਹਰੇਕ ਯੂਨਿਟ ਦੇ ਨਾਲ ਹੀ ਆਪਾਂ ਨੂੰ ਜਿਹੜਾ ਆਲੋਚਨਾ ਦਾ ਮੈਟਾ ਅਧਿਐਨ ਜਿਹੜਾ ਹੈ ਉਸ ਬਾਰੇ ਅਸੀਂ ਵਿਸਥਾਰ ਦੇ ਨਾਲ ਜਿਹੜਾ ਹੈ ਦੇਖਾਂਗੇ। ਹਾਂਜੀ, ਅੱਗੇ ਹੈ ਜੀ ਆਪਣੇ ਕੋਲ ਲੋਕਧਾਰਾ ਅਤੇ ਪੰਜਾਬੀ ਲੋਕਧਾਰਾ। ਲੋਕਧਾਰਾ ਅਤੇ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਠੀਕ ਹੈ ਜੀ। ਸੋ ਇਸ ਦੇ ਵਿੱਚ ਆਪਾਂ ਪਹਿਲਾਂ ਲੋਕਧਾਰਾ ਨੂੰ ਸਮਝਾਂਗੇ, ਲੋਕਧਾਰਾ ਹੁੰਦੀ ਹੈਗੀ ਹੈ ਤੇ ਫਿਰ ਉਸ ਨੂੰ ਅਸੀਂ ਪੰਜਾਬੀ ਲੋਕਧਾਰਾ ਨਾਲ ਜੋੜਾਂਗੇ, ਠੀਕ ਹੈ। ਜੇ ਸੱਭਿਆਚਾਰ ਕੀ ਹੁੰਦਾ, ਉਸਦਾ ਸ਼ਾਬਦਿਕ ਅਰਥ ਕੀ ਹੁੰਦਾ ਤੇ ਪੰਜਾਬੀ ਸੱਭਿਆਚਾਰ ਕੀ ਹੈ ਉਸ ਬਾਰੇ ਦੇਖਾਂਗੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਜੇ ਆਪਾਂ ਲੋਕਧਾਰਾ ਦੇਖਾਂਗੇ, ਲੋਕਧਾਰਾ ਦੀ ਪਰਿਭਾਸ਼ਾ ਕੀ ਹੈ, ਉਸਦੀ ਪ੍ਰਕਿਰਤੀ ਕੀ ਹੈ, ਉਸਦੇ ਤੱਤ ਕੀ ਹੈ, ਠੀਕ ਹੈ। ਸੋ ਜਿਵੇਂ ਕਿ ਪਰੰਪਰਾ ਹੋ ਗਿਆ, ਲੋਕਮਨ ਹੋ ਗਿਆ, ਸੋ ਇਹ ਜਿਹੜੇ ਇਸਦੇ ਤੱਤ ਨੇ। ਲੋਕਧਾਰਾ ਜਿਹੜਾ ਹੈ ਆਧੁਨਿਕਤਾ ਅਤੇ ਸੰਚਾਰ ਮਾਧਿਅਮ ਦੇ ਵਿੱਚ ਕਿਸ ਤਰ੍ਹਾਂ ਇਹ ਹੈ, ਇਸ ਨੂੰ ਆਪਾਂ ਦੇਖਾਂਗੇ। ਲੋਕ ਸਾਹਿਤ ਕੀ ਹੈ ਤੇ ਵਿਸ਼ਿਸ਼ਟ ਸਾਹਿਤ ਕੀ ਹੈ, ਠੀਕ ਹੈ। ਉਸ ਦੇ ਆਪਾਂ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਲੋਕ ਸਾਹਿਤ ਕਿਹਨੂੰ ਕਹਿੰਦੇ ਆ ਜਾਂ ਵਿਸ਼ਿਸ਼ਟ ਸਾਹਿਤ ਕੀ ਹੁੰਦਾ ਹੈ, ਸੋ ਇਹਨਾਂ ਨੂੰ ਆਪਾਂ ਇਹਨਾਂ ਦਾ ਅੰਤਰ ਨਿਖੇੜ ਕਰਾਂਗੇ। ਅੱਗੇ ਜੀ ਲੋਕ ਸਾਹਿਤ ਸੰਕਲਪ ਅਤੇ ਪ੍ਰਮੁੱਖ ਵੰਨਗੀਆਂ, ਠੀਕ ਹੈ ਜੀ। ਸੋ ਇਹਨਾਂ ਨੂੰ ਵੀ ਦੇਖਿਆ ਜਾਏਗਾ। ਲੋਕ ਸਾਹਿਤ ਦੇ ਸੰਕਲਪ ਕੀ ਨੇ, ਇਸ ਦੀਆਂ ਪ੍ਰਮੁੱਖ ਵੰਨਗੀਆਂ ਜਿਹੜੀਆਂ ਕੀ ਨੇ। ਲੋਕਧਾਰਾ ਦੀਆਂ ਵਿਭਿੰਨ ਪ੍ਰਗਟਾ ਵਿਧੀਆਂ, ਠੀਕ ਹੈ। ਲੋਕਧਾਰਾ ਦੀ ਜਿਹੜੀਆਂ ਕਿਹੜੀਆਂ ਪ੍ਰਗਟਾ ਵਿਧੀਆਂ ਨੇ, ਜਿਨ੍ਹਾਂ ਵਿੱਚ ਆਪਣੇ ਕੋਲ ਲੋਕ ਗੀਤ, ਲੋਕ ਕਥਾ, ਲੋਕ ਵਿਸ਼ਵਾਸ, ਰੀਤੀ ਰਿਵਾਜ, ਲੋਕ ਨਾਟਕ, ਲੋਕ ਧਰਮ, ਲੋਕ ਕਲਾਵਾਂ ਅਤੇ ਲੋਕ ਨਾਚ। ਹੁਣ ਸਾਡੇ ਕੋਲ ਇੱਕ ਇੱਕ ਚੀਜ਼ ਦੇ ਵਿੱਚ ਕਿੰਨਾ ਕੁਛ ਆ ਜਾਂਦਾ। ਹੁਣ ਅਗਰ ਅਸੀਂ ਲੋਕ ਗੀਤ ਦੇ ਵਿੱਚ ਦੇਖੀਏ, ਸਾਡੇ ਕੋਲ ਇੱਥੇ ਘੋੜੀਆਂ ਆ ਜਾਣਗੀਆਂ, ਸੁਹਾਗ ਆ ਜਾਣਗੇ, ਸਿੱਠਣੀਆਂ ਆ ਜਾਣਗੇ, ਢੋਲੇ, ਟੱਪੇ, ਮਾਹੀਏ, ਅਲਾਉਣੀਆਂ, ਪੱਤਲ, ਠੀਕ ਹੈ। ਇਸ ਤਰ੍ਹਾਂ ਬਹੁਤ ਸਾਰਾ ਕੁਛ ਆ ਜਾਂਦਾ, ਮਤਲਬ ਕਿ ਸ਼ਬਦ ਇੱਥੇ ਆਪਣੇ ਕੋਲ ਇਕੱਲਾ ਲੋਕ ਗੀਤ ਹੀ ਹੈ। ਪਰ ਲੇਕਿਨ ਜਦੋਂ ਆਪਾਂ ਇਸ ਨੂੰ ਦੇਖਦੇ ਹਾਂ, ਠੀਕ ਹੈ, ਜਦੋਂ ਇਹਨਾਂ ਦੀ ਬਹੁਤੇ ਵਿਦਵਾਨਾਂ ਨੇ ਇਸ ਤੇ ਜਿਹੜਾ ਵੰਡ ਵੀ ਕੀਤੀ ਹੈ, ਉਸਨੂੰ ਖੁੱਲੇ ਕਾਵਿ ਰੂਪ ਤੇ ਬੰਦ ਕਾਵਿ ਰੂਪ ਦੇ ਵਿੱਚ ਜੋ ਦੇਖਿਆ ਗਿਆ। ਸੋ ਖੁੱਲੇ ਕਾਵਿ ਰੂਪ ਤੇ ਬੰਦ ਕਾਵਿ ਰੂਪ ਦੇ ਅਧੀਨ ਵੀ ਆਪਾਂ ਇਸ ਨੂੰ ਦੇਖਾਂਗੇ ਤੇ ਲੋਕ ਗੀਤ ਦੇ ਵਿੱਚ ਕਿਹੜੇ ਕਿਹੜੇ ਗੀਤ ਆ ਜਾਂਦੇ ਨੇ, ਸੋ ਉਹਨਾਂ ਨੂੰ ਵੀ ਦੇਖਾਂਗੇ ਤੇ ਉਹਨਾਂ ਦਾ ਫਰਕ ਵੀ ਦੇਖਾਂਗੇ, ਠੀਕ ਹੈ ਜੀ। ਸੋ ਅੱਗੇ ਲੋਕ ਕਥਾਵਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਕਥਾਵਾਂ ਨੇ। ਲੋਕ ਵਿਸ਼ਵਾਸ, ਅਨੇਕਾਂ ਪ੍ਰਕਾਰ ਦੇ ਵਿਸ਼ਵਾਸ ਨੇ ਸਾਡੇ ਕੋਲ। ਰੀਤੀ ਰਿਵਾਜ, ਠੀਕ ਹੈ ਜੀ, ਜਨਮ ਤੋਂ ਲੈ ਕੇ ਮੌਤ ਤੱਕ ਅਸੀਂ ਬਹੁਤ ਸਾਰੇ ਜਿਹੜੇ ਹੈ ਰੀਤੀ ਰਿਵਾਜ ਸਾਡੇ ਕੋਲ, ਠੀਕ ਹੈ, ਜਿਹੜੇ ਮੌਜੂਦ ਨੇ। ਸੋ ਬੱਚੇ ਦੇ ਗਰਭ ਧਾਰਨ ਕਰਨ ਤੋਂ ਲੈ ਕੇ ਜਿਹੜਾ ਹੈ ਮੌਤ ਤੱਕ ਅਨੇਕਾਂ ਜਿਹੜੇ ਰਿਵਾਜ ਉਸ ਦੇ ਨਾਲ ਸੰਬੰਧਿਤ ਨੇ। ਇਸੇ ਤਰ੍ਹਾਂ ਹੀ ਲੋਕ ਨਾਟਕ, ਲੋਕ ਧਰਮ ਤੇ ਲੋਕ ਕਲਾਵਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਕਲਾਵਾਂ ਆਉਣਗੀਆਂ। ਲੋਕ ਨਾਚ, ਸਾਡੇ ਕੋਲ ਅਨੇਕਾਂ ਪ੍ਰਕਾਰ ਦੇ ਜਿਹੜੇ ਨਾਚ ਨੇ, ਠੀਕ ਹੈ ਜੀ। ਆਪਾਂ ਗਿੱਧਾ, ਭੰਗੜਾ, ਸੰਮੀ, ਲੁੱਡੀ, ਇਹ ਸਾਰੇ ਜੋ ਕਹਿ ਸਕਦੇ। ਸੋ ਇਹਨਾਂ ਦੇ ਵਿੱਚ ਕੀ ਫਰਕ ਹੈ ਤੇ ਕੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ ਜਿਹੜੇ ਇਹਨਾਂ ਦੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮਕਬੂਲੀਅਤ ਹੈ, ਸੋ ਉਸ ਨੂੰ ਜਿਹੜਾ ਹੈ ਦੇਖਣ ਦੀ ਕੋਸ਼ਿਸ਼ ਜੋ ਕਰਾਂਗੇ। ਹਾਂਜੀ, ਵਿਸ਼ਵ ਪ੍ਰਸਿੱਧ, ਠੀਕ ਹੈ ਜੀ, ਵਿਸ਼ਵ ਪ੍ਰਸਿੱਧ ਲੋਕ ਯਾਨ ਸ਼ਾਸਤਰੀਆਂ ਦਾ ਯੋਗਦਾਨ। ਇਸ ਦੇ ਵਿੱਚ ਆਪਾਂ ਵਿਲੀਅਮ ਥਾਮਸ, ਵੀ ਪ੍ਰਾਪ ਤੇ ਐਲਨ ਡੰਡੀ, ਠੀਕ ਹੈ, ਇਹਨਾਂ ਨੇ ਕੀ ਲੋਕਯਾਨ ਜਿਹੜੇ ਬਾਰੇ ਇਸ ਤੇ ਕੀ ਕਿਹਾ, ਲੋਕਧਾਰਾ ਬਾਰੇ ਕੀ ਕਿਹਾ, ਸੋ ਜਾਂ ਇਹਨਾਂ ਨੇ ਹੋਰ ਇਸ ਕੀ ਲਿਖਿਆ ਹੈ, ਸੋ ਉਹਨਾਂ ਬਾਰੇ ਜਿਹੜਾ ਆਪਾਂ ਜ਼ਰੂਰ ਇਹਨਾਂ ਦੇ ਵਿੱਚ ਡਿਟੇਲ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਜੀ ਲੋਕਧਾਰਾ ਵਿਗਿਆਨ, ਠੀਕ ਹੈ ਜੀ। ਲੋਕਧਾਰਾ ਨੂੰ ਸਮਝਣ ਤੋਂ ਬਾਅਦ ਲੋਕਧਾਰਾ ਵਿਗਿਆਨ ਵੱਲ ਆਵਾਂਗੇ। ਇਸ ਦੀ ਪਰਿਭਾਸ਼ਾ ਤੇ ਪ੍ਰਕਿਰਤੀ ਦੇ ਤੱਤ ਬਾਰੇ ਦੇਖਾਂਗੇ। ਲੋਕਧਾਰਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ, ਠੀਕ ਹੈ ਜੀ। ਅੱਗੇ ਆ ਪੰਜਾਬੀ ਲੋਕਧਾਈ ਸਮੱਗਰੀ ਦੇ ਵਿਭਿੰਨ ਰੂਪ ਅਤੇ ਵਰਗੀਕਰਨ। ਫਿਰ ਪੰਜਾਬੀ ਲੋਕ ਵਿਸ਼ਵਾਸ, ਲੋਕ ਸਿਆਣਪਾਂ, ਰੀਤਾਂ ਰਸਮਾਂ ਤੇ ਤਿਉਹਾਰ, ਠੀਕ ਹੈ ਜੀ। ਸੋ ਕਿਹੜੇ ਕਿਹੜੇ ਲੋਕ ਵਿਸ਼ਵਾਸ ਨੇ, ਕਿਹੜੀਆਂ ਲੋਕ ਸਿਆਣਪਾਂ ਨੇ, ਠੀਕ ਹੈ, ਜਿਹਦੇ ਵਿੱਚ ਆਪਾਂ ਲੋਕ ਸਿਆਣਪਾਂ ਦੇ ਵਿੱਚ ਆਪਾਂ ਅਖਾਣ ਕਹਿ ਸਕਦੇ ਹਾਂ, ਠੀਕ ਹੈ। ਕੋਈ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਆ ਜਾਣਗੀਆਂ। ਰਸਮਾਂ ਰੀਤਾਂ ਨੇ, ਤਿਉਹਾਰ ਕਿਹੜੇ ਕਿਹੜੇ ਕਿਵੇਂ ਮਨਾਏ ਜਾਂਦੇ ਨੇ, ਪੰਜਾਬੀ ਵਿੱਚ ਲੋਕ ਕਲਾਵਾਂ ਕਿਹੜੀਆਂ ਕਿਹੜੀਆਂ ਨੇ, ਲੋਕ ਨਾਚ ਕਿਹੜੇ ਕਿਹੜੇ ਨੇ, ਕਿਹੜੇ ਕਿਹੜੇ ਲੋਕ ਸੰਗੀਤ ਨੇ। ਸੋ ਪੂਰਾ ਇਹਨਾਂ ਨੂੰ ਵਿਸਥਾਰ ਦੇ ਵਿੱਚ ਦੇਖਾਂਗੇ। ਅੱਗੇ ਜੀ ਪੰਜਾਬੀ ਲੋਕ ਸਾਹਿਤ ਦਾ ਵਰਗੀਕਰਨ, ਠੀਕ ਹੈ। ਲੋਕ ਸਾਹਿਤ ਦਾ ਵਰਗੀਕਰਨ, ਜਿਸ ਦੇ ਵਿੱਚ ਆਪਣੇ ਕੋਲ ਲੋਕ ਸਾਹਿਤ ਦੇ ਵਿੱਚ ਆਪਾਂ ਜੋ ਦੇਖਾਂਗੇ, ਆਪਣੇ ਕੋਲ ਲੋਕ ਗੀਤ ਹੈ, ਲੋਕ ਕਥਾਵਾਂ ਹੈ, ਲੋਕ ਨਾਟ ਹੈ, ਸੋ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਦੇਖਾਂਗੇ। ਤੇ ਪੰਜਾਬੀ ਦੇ ਵਿੱਚ ਕਿਹੜੇ ਲੋਕ ਧੰਦੇ ਨੇ, ਲੋਕ ਗਹਿਣੇ ਕਿਹੜੇ ਨੇ। ਸਾਨੂੰ ਪਤਾ ਹੈ ਕਿ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਹਰੇਕ ਅੰਗ ਲਈ ਵੱਖਰਾ ਵੱਖਰਾ ਅੰਗ ਹੈ। ਸੋ ਕਿਹੜੇ ਕਿਹੜੇ ਜਿਹੜੇ ਗਹਿਣੇ ਅਸੀਂ ਜਿਹੜੇ ਵਰਤਦੇ ਰਹੇ ਨੇ, ਠੀਕ ਹੈ, ਉਹਨਾਂ ਨੂੰ ਜਿਹੜਾ ਹੈ ਦੇਖਾਂਗੇ। ਲੋਕ ਪਹਿਰਾਵਾ ਜਿਹੜਾ ਕੀ ਹੈ ਅਤੇ ਲੋਕ ਖੇਡਾਂ ਕਿਹੜੀਆਂ ਨੇ।
ਸੋ ਜਿਹੜੀਆਂ ਵੱਖਰੇ ਤੌਰ ਤੇ ਲੋਕ ਖੇਡਾਂ ਨੇ, ਸਾਨੂੰ ਪਤਾ ਕਿ ਬਚਪਨ ਦੀਆਂ ਖੇਡਾਂ ਅਲੱਗ ਨੇ, ਜਵਾਨੀ ਦੀ ਲੋਕਾਂ ਦੇ ਜਿਹੜੇ ਉਹਨਾਂ ਦੀ ਖੇਡਾਂ ਅਲੱਗ ਨੇ, ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੀ ਖੇਡਾਂ ਅਲੱਗ ਨੇ। ਸੋ ਇਹਨਾਂ ਨੂੰ ਵੱਖ-ਵੱਖ ਜਿਹੜਾ ਡਿਫਰੈਂਟ ਦੇਖ ਕੇ ਇਹਨਾਂ ਨੂੰ ਦੇਖਾਂਗੇ ਤੇ ਲੋਕ ਖੇਡਾਂ ਕਿਹੜੀਆਂ ਨੇ ਤੇ ਜਾਂ ਕਿਵੇਂ ਖੇਡੀਆਂ ਜਾਂਦੀਆਂ ਨੇ। ਸੋ ਉਹਨਾਂ ਬਾਰੇ ਵੀ ਦੇਖਾਂਗੇ। ਪੰਜਾਬੀ ਲੋਕ ਧਾਰਾ ਸੰਗ੍ਰਹਿ, ਠੀਕ ਹੈ, ਸੰਪਾਦਨ ਅਤੇ ਸਮੀਖਿਆ ਦਾ ਇਤਿਹਾਸ। ਸੋ ਇਸ ਬਾਰੇ ਵੀ ਆਪਾਂ ਜੋ ਦੇਖਾਂਗੇ ਜੀ। ਅੱਗੇ ਹੈ ਜੀ ਪੰਜਾਬੀ ਦੇ, ਅੱਗੇ ਪਹਿਲਾਂ ਸੀ ਵਿਸ਼ਵ ਦੇ, ਹੁਣ ਹੈ ਜੀ ਪੰਜਾਬੀ ਦੇ ਪ੍ਰਸਿੱਧ ਲੋਕ ਧਾਰਾ ਵਿਗਿਆਨੀਆਂ ਦਾ ਯੋਗਦਾਨ, ਜਿਹਦੇ ਵਿੱਚ ਆਰਸੀ ਟੈਂਪਲ, ਦਵਿੰਦਰ ਸਤਿਆਰਥੀ, ਸੱਸਾ ਵਣਜਾਰਾ ਬੇਦੀ, यानी कि सुहिंदर सिंह वणजारा बेदी, महिंदर सिंह रंधावा, करनैल सिंह थिंद और नाहर सिंह, ठीक है जी। सो इन्हां बारे भी देखांगे, इन्हां ने कि लोकधारा दे लई किहड़े-किहड़े शब्द वरते ने, किवें इन्हां ने अपने-अपने जिहड़ा दिता है, ठीक है, कि योगदान रहा इन्हां दा लोकधारा दे खेतर विच। सो सारा आपां इस दे विच जिहड़ा देखांगे। पंजाबी लोकधारा अध्ययन संबंधी प्राप्त आलोचना दा मैटा अध्ययन, इसनूं विस्तार दे विच देखांगे। फिर उस तों बाद सभ्याचार की है, उसकी परिभाषा, स्वरूप ते तत्त, इन्हां दे शाब्दिक अर्थ भी देखे जाणगे। परिभाषा की है, स्वरूप ते तत्त, ठीक है जी। किहड़े-किहड़े जिहड़े विद्वान ने इन्हां दी वक्खरियां तौर ते, क्योंकि हरेक विद्वान अपने हिसाब नाल उसनूं परिभाषित करदा हैगा। ते सभ्याचार की है ते सभ्यता दा अंतर निखेड़ा। सो इसनूं भी देखांगे, सभ्याचार की हुंदा ते सभ्यता की हुंदा। कि कई बार सानूं इह लगदा कि सभ्याचार ते सभ्यता और लोकधारा सो इक्को ही चीज़ होएगी। सो इसनूं बिल्कुल जिहड़ा अंतर निखेड़ा करके जिहड़ा असीं देखण दी कोशिश करांगे। अगे जी सभ्याचारक रूपांतरण प्रक्रिया, ठीक है जी। सो किदां है रूपांतरण हुंदा जा रहा सभ्याचार, ठीक है जी। सो इसनूं भी देखांगे, क्योंकि हौली हौली सभ्याचार जो पहला सभ्याचार सी वो अज नहीं है। सो की इस दे विच की रूपांतरण प्रक्रिया आ रही ने, सो उसनूं भी जिहड़ा देखण दा यतन करांगे। अगे है जी सभ्याचार समाज अते भाषा दा अंतर संबंध, ठीक है जी। सो इन्हां दा की अंतर संबंध है। हुण सानूं पता है कि जो एक समाज हुंदा है, समाज दे विचों ही कोई सभ्याचार जन्म लैंदा। जिथे समाज इकट्ठा होएगा उस दे विच ही ओही तय करनगे कि आपां हुण की करना की नहीं करना, उत्थों ही जिहड़ा है सभ्याचार जिहड़ा निकलेगा। ते भाषा भी किवें जिहड़ा समाज दे विच लोकां दे थ्रू आपस विच इंटरैक्ट करनगे, गलबात करनगे, उत्थों ही जिहड़ा भाषा जिहड़ी निकलेगी। सो इन्हां दा आपस दे विच की अंतर संबंध है, सो इसनूं भी आपां जो देखांगे। अगे सभ्याचार अध्ययन दीआं विभिन्न दृष्टियां, ठीक है जी। सो इसनूं भी जिहड़ा देखिया जाएगा। सभ्याचार दा भूगोल, अगे है जी सभ्याचार दा भूगोल, आर्थिकता, धर्म अते राजनीति नाल संबंध। सो सभ्याचार दा भूगोल दे नाल की संबंध है, क्योंकि ਵੱਖਰੇ ਵੱਖਰੇ ਜਿਹੜਾ ਭੂਗੋਲਿਕ ਚੌਗਿਰਦੇ ਦਾ ਉੱਥੋਂ ਦੇ ਲੋਕਾਂ ਦੇ, ਉੱਥੋਂ ਦੇ ਜੀਵਨ ਤੇ, ਉੱਥੋਂ ਦੇ ਰਹਿਣ ਸਹਿਣ ਤੇ ਜਿਹੜਾ ਜ਼ਰੂਰ ਅਸਰ ਜ਼ਰੂਰ ਪੈਂਦਾ। ਸੋ ਇਸ ਤਰ੍ਹਾਂ ਉਹਨਾਂ ਦੇ ਸੱਭਿਆਚਾਰ ਦਾ ਵੀ ਉਹਨਾਂ ਦੇ ਨਾਲ ਜਿਹੜਾ ਜ਼ਰੂਰ ਕੁਛ ਨਾ ਕੁਛ ਸੰਬੰਧ ਹੁੰਦਾ ਹੈ, ਠੀਕ ਹੈ ਜੀ। ਸੋ ਇਸ ਤਰ੍ਹਾਂ ਸੱਭਿਆਚਾਰ ਦਾ ਭੂਗੋਲ ਦੇ ਨਾਲ, ਆਰਥਿਕਤਾ ਦੇ ਨਾਲ, ਧਰਮ ਔਰ ਰਾਜਨੀਤੀ ਨਾਲ ਕੀ ਸੰਬੰਧ ਹੈ, ਇਸਨੂੰ ਵੀ ਦੇਖਾਂਗੇ। ਲੋਕਧਾਰਾ ਤੇ ਸੱਭਿਆਚਾਰ ਦਾ ਅੰਤਰ ਨਿਖੇੜਾ, ਠੀਕ ਹੈ ਜੀ। ਸੋ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਲੋਕਧਾਰਾ ਅਤੇ ਸੱਭਿਆਚਾਰ ਇੱਕੋ ਹੀ ਚੀਜ਼ ਹੈ, ਪਰ ਕਿਤੇ ਨਾ ਕਿਤੇ ਜਿਹੜਾ ਇਸ ਦੇ ਵਿੱਚ ਜ਼ਰੂਰ ਥੋੜਾ ਬਹੁਤ ਅੰਤਰ ਜਿਹੜਾ ਦਿਖਦਾ ਹੈ ਸਾਨੂੰ। ਸੋ ਇਸ ਨੂੰ ਵੀ ਜਿਹੜਾ ਅੰਤਰ ਨਿਖੇੜ ਕਰਕੇ ਜਿਹੜਾ ਉਹ ਦੇਖਿਆ ਜਾਏਗਾ। ਹਾਂਜੀ, ਸੱਭਿਆਚਾਰ ਵਿਗਿਆਨ ਕੀ ਹੈ ਜੀ। ਸੋ ਇਸ ਦੀ ਪਰਿਭਾਸ਼ਾ, ਸਰੂਪ ਅਤੇ ਤੱਤ। ਅੱਗੇ ਹੈ ਜੀ ਸਾਡੇ ਕੋਲ ਵਿਸ਼ਵ ਪ੍ਰਸਿੱਧ ਸੱਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ, ਜਿਸ ਦੇ ਵਿੱਚ ਆਪਣੇ ਕੋਲ ਰੇਮੰਡ ਵਿਲੀਅਮ, ਫਰੇਜ਼ਰ ਅਤੇ ਐਡਵਰਡ ਸਈਦ, ਠੀਕ ਹੈ ਜੀ। ਸੋ ਇਸ ਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਜੀ। ਉਸ ਤੋਂ ਬਾਅਦ ਜੀ ਆਪਣੇ ਕੋਲ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਆਚਾਰ। ਸੋ ਇਸ ਬਾਰੇ ਦੇਖਿਆ ਜਾਏਗਾ। ਇਹਨਾਂ ਨੂੰ ਵੱਖਰੇ ਤੌਰ ਤੇ ਪੰਜਾਬ ਹੈ ਕੀ ਹੈ, ਪੰਜਾਬੀ ਕੀ ਹੈ ਔਰ ਪੰਜਾਬੀ ਸੱਭਿਆਚਾਰ ਕੀ ਹੈ। ਸੋ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਕੀ ਹਨ, ਕਿਹਨਾਂ ਤੋਂ ਜਿਹੜਾ ਹੈ ਆਪਾਂ ਇਸ ਨੂੰ ਵੱਖਰੇ ਤੌਰ ਤੇ ਦੇਖ ਸਕਦੇ ਹਾਂ। ਸੋ ਇਹਨਾਂ ਨੂੰ ਜਿਹੜਾ ਡਿਟੇਲ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਹੈ ਜੀ ਸਾਡੇ ਕੋਲ ਪੰਜਾਬੀ ਸੱਭਿਆਚਾਰ ਉੱਪਰ ਭਾਰਤੀ ਤੇ ਸਾਮੀ ਸੱਭਿਆਚਾਰ ਦਾ ਪ੍ਰਭਾਵ। ਸੋ ਆਪਾਂ ਦੇਖਦੇ ਹਾਂ ਕਿ ਕੋਈ ਸੱਭਿਆਚਾਰ ਹੁੰਦਾ ਤੇ ਉਸ ਦੇ ਉੱਪਰ ਜਿਹੜਾ ਦੂਸਰੇ ਸੱਭਿਆਚਾਰ ਦਾ ਪ੍ਰਭਾਵ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਦੇਖਣ ਨੂੰ ਜਿਹੜਾ ਜ਼ਰੂਰ ਉਹ ਮਿਲਦਾ ਹੈ। ਸੋ ਇਸ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਵਿੱਚ ਭਾਰਤੀ ਤੇ ਸਾਮੀ ਸੱਭਿਆਚਾਰ ਦਾ ਜਿਹੜਾ ਅਸੀਂ ਪ੍ਰਭਾਵ ਦੇਖਾਂਗੇ ਜੀ। ਪੰਜਾਬੀ ਸੱਭਿਆਚਾਰ ਦਾ ਕੌਮੀ ਪ੍ਰਸੰਗ, ਪੰਜਾਬੀ ਸੱਭਿਆਚਾਰ, ਸਿਆਸਤ ਅਤੇ ਸੰਪਰਦਾਇਕਤਾ। ਸੋ ਇਸ ਨੂੰ ਸਮਝਾਂਗੇ। ਸਿਆਸਤ ਤੇ ਸੱਭਿਆਚਾਰਤਾ ਹੈ ਕਿ ਸੰਪਰਦਾਇਕਤਾ ਹੈ ਕੀ ਹੈ। ਸੰਪਰਦਾਇਕਤਾ ਸੋਚ ਜਿਹੜੀ ਹੈ ਕਿਸੇ ਸੋੜੀ ਸੰਕੀਰਣ ਜਾਂ ਆਪਾਂ ਜਾਤੀਵਾਦੀ ਸੋਚ ਦਾ ਜਿਹੜਾ ਵਿਕਰਾਲ ਰੂਪ ਹੀ ਹੁੰਦੀ ਹੈ। ਸੋ ਠੀਕ ਹੈ ਜੀ। ਸੋ ਇਸ ਨੂੰ ਆਪਾਂ ਪੂਰਾ ਵਿਸਥਾਰ ਦੇ ਵਿੱਚ ਦੇਖਣ ਦੀ ਜੋ ਕੋਸ਼ਿਸ਼ ਉਹ ਕਰਾਂਗੇ। ਅੱਗੇ ਜੀ ਆਪਣੇ ਕੋਲ ਪੰਜਾਬੀ ਸੱਭਿਆਚਾਰ ਅਤੇ ਸਾਕਾਦਾਰੀ ਸੰਬੰਧ, ਠੀਕ ਹੈ, ਜਿਸ ਦੇ ਵਿੱਚ ਆਪਾਂ ਰਿਸ਼ਤੇਦਾਰੀ ਪ੍ਰਬੰਧ ਨੂੰ ਦੇਖਾਂਗੇ ਕਿ ਕਿਹੜੇ ਅੱਗੇ ਦੀ ਅੱਗੇ ਨਾਲ ਨਾਲ ਜਿਹੜੇ
ਜੁੜਦੇ ਨੇ। ਸੋ ਇਹਨਾਂ ਨੂੰ ਦੇਖਾਂਗੇ। ਅੱਗੇ ਜੀ ਵਿਸ਼ਵੀਕਰਨ ਦੇ ਦੌਰ ਤੇ ਵਿੱਚ ਪੰਜਾਬੀ ਸੱਭਿਆਚਾਰ ਸਨਮੁਖ ਚੁਣੌਤੀਆਂ। ਠੀਕ ਹੈ ਜੀ, ਸੋ ਇਸ ਨੂੰ ਵਿਸਥਾਰ ਦੇ ਵਿੱਚ ਦੇਖਾਂਗੇ। ਅਗਲਾ ਹੈ ਆਪਣੇ ਕੋਲ ਪੰਜਾਬੀ ਸੱਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ। ਪੰਜਾਬੀ ਸੱਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ TR ਵਿਨੋਦ, ਗੁਰਬਖਸ਼ ਸਿੰਘ ਫਰੈਂਕ, ਜਸਵੰਦਰ ਸਿੰਘ। ਸੋ ਇਹਨਾਂ ਨੇ ਸੱਭਿਆਚਾਰ ਦੇ ਵਿੱਚ ਆਪਣੇ ਕੋਲ ਕਿਹੜੀਆਂ ਪੁਸਤਕਾਂ ਜਿਹੜੀਆਂ ਮਿਲਦੀਆਂ ਨੇ, ਇਹਨਾਂ ਦਾ ਕੀ ਯੋਗਦਾਨ ਹੈ, ਇਹਨਾਂ ਨੇ ਕੀ ਕੁਛ ਲਿਖਿਆ ਹੈ, ਠੀਕ ਹੈ ਜੀ, ਜਾਂ ਇਹ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਵਿਚਾਰ ਕੀ ਦਿੰਦੇ ਨੇ। ਸੋ ਇਹਨਾਂ ਨੂੰ ਵੀ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ। ਅੱਗੇ ਜੀ ਪੰਜਾਬੀ ਸੱਭਿਆਚਾਰ ਅਧਿਐਨ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ। ਠੀਕ ਹੈ ਜੀ। ਅਗਲਾ ਯੂਨਿਟ ਹੈ ਜੀ ਆਪਣੇ ਕੋਲ ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਜੀ ਭਾਸ਼ਾ। ਠੀਕ ਹੈ ਜੀ। ਸੋ ਭਾਸ਼ਾ ਕੀ ਹੈ, ਕਿਹੜਾ ਕਿਸ ਧਾਤੂ ਤੇ ਇਹ ਬਣੀ ਹੈ, ਇਸ ਦਾ ਸ਼ਾਬਦਿਕ ਅਰਥ ਕੀ ਹੈ, ਇਸ ਦੀ ਪਰਿਭਾਸ਼ਾ ਕੀ ਹੈ, ਸਰੂਪ ਕੀ ਹੈ, ਇਸ ਦਾ ਨੇਚਰ ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ। ਸੋ ਇਹਨਾਂ ਬਾਰੇ ਜ਼ਿਕਰ ਕਰਾਂਗੇ। ਉਸ ਤੋਂ ਬਾਅਦ ਭਾਸ਼ਾ, ਸਮਾਜ, ਸੱਭਿਆਚਾਰ ਅਤੇ ਸਾਹਿਤ। ਸੋ ਇਹਨਾਂ ਦੇ ਆਪਸ ਦੇ ਵਿੱਚ ਜੋ ਅੰਤਰ ਸੰਬੰਧ ਦੇਖਾਂਗੇ। ਉਸ ਤੋਂ ਬਾਅਦ ਇਹ ਭਾਸ਼ਾ ਕੀ ਹੈ, ਉਪਭਾਸ਼ਾ ਕੀ ਹੈ, ਔਰ ਲਿਪੀ ਦਾ ਅੰਤਰ ਨਿਖੇੜ ਕਰਾਂਗੇ। ਪਹਿਲਾਂ ਭਾਸ਼ਾ ਨੂੰ ਜਾਣਾਂਗੇ, ਭਾਸ਼ਾ ਕੀ ਹੁੰਦੀ ਹੈ। ਠੀਕ ਹੈ ਜੀ। ਉਪਭਾਸ਼ਾ ਜਿਹੜੀ ਹੈ ਉਹ ਖੇਤਰ ਦੇ ਆਧਾਰ ਤੇ ਆਪਾਂ ਉਪਭਾਸ਼ਾ ਮੰਨਦੇ ਹਾਂ, ਤੇ ਲਿਪੀ ਕੀ ਹੁੰਦੀ ਹੈ, ਇਸ ਦਾ ਅੰਤਰ ਨਿਖੇੜਾ। ਠੀਕ ਹੈ। ਸੋ ਇਸ ਨੂੰ ਜਿਹੜਾ ਹੈ ਆਪਾਂ ਦੇਖਾਂਗੇ। ਅੱਗੇ ਜੀ ਭਾਸ਼ਾ ਅਤੇ ਸੰਚਾਰ ਮਾਧਿਅਮ। ਠੀਕ ਹੈ, ਜਿਨ੍ਹਾਂ ਵਿੱਚ ਪ੍ਰਿੰਟ, ਇਲੈਕਟ੍ਰੋਨਿਕ ਅਤੇ ਨਿਊ ਮੀਡੀਆ, ਇਹਨਾਂ ਨੂੰ ਵੀ ਦੇਖਾਂਗੇ। ਅੱਗੇ ਜੀ ਆਪਣੇ ਕੋਲ ਵਿਸ਼ਵ ਭਾਸ਼ਾ ਪਰਿਵਾਰ। ਵਿਸ਼ਵ ਭਾਸ਼ਾ ਪਰਿਵਾਰ, ਜਿਸ ਦੇ ਵਿੱਚ ਆਪਣੇ ਕੋਲ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਜਿਹੜਾ ਹੈ ਜੀ। ਠੀਕ ਹੈ ਜੀ। ਸੋ ਇਹਨਾਂ ਨੂੰ ਆਪਾਂ ਦੇਖਾਂਗੇ। ਸਾਮੀ ਪਰਿਵਾਰ ਹੈ। ਸੋ ਜਿਹੜੀਆਂ ਇਹ ਭਾਸ਼ਾ ਪਰਿਵਾਰ ਨੇ ਸਾਰੇ ਇਸ ਦੇ ਵਿੱਚ ਦੇਖਾਂਗੇ। ਅੱਗੇ ਹੈ ਜੀ ਆਧੁਨਿਕ ਭਾਰਤੀ ਆਰੀਆਂ ਭਾਸ਼ਾਵਾਂ। ਠੀਕ ਹੈ ਜੀ। ਸੋ ਇਸ ਦੇ ਵਿੱਚ ਆਪਣੇ ਕੋਲ ਪਤਾ ਹੀ ਹੈ ਜਿਹੜੀਆਂ ਕਿਵੇਂ ਜਿਹੜਾ ਆਧੁਨਿਕ ਪੰਜਾਬੀ, ਹਿੰਦੀ, ਮਰਾਠੀ, ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਆਧੁਨਿਕ ਭਾਰਤੀ ਆਰੀਆਂ ਭਾਸ਼ਾਵਾਂ ਵਿੱਚ ਨਿਕਲ ਕੇ ਸਾਹਮਣੇ ਆਈਆਂ ਨੇ। ਸੋ ਇਹ ਭਾਸ਼ਾਵਾਂ ਕਿੱਥੋਂ ਆਈਆਂ ਨੇ, ਪੂਰਾ ਜਿਹੜਾ ਉਪਭਾਸ਼ਾ ਵਾਲਾ ਦੇਖਦੇ ਹੋਏ ਵਿਸ਼ਵ ਭਾਸ਼ਾ ਪਰਿਵਾਰ ਵਾਲਾ ਦੇਖਾਂਗੇ। ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਤੇ ਆ ਕੇ ਜਿਹੜੀ ਅੱਜ ਦੀ ਜਿਹੜੀ ਪੰਜਾਬੀ ਬੋਲੀ ਹੈ, ਜਾਂ ਅੱਜ ਦੀਆਂ ਜਿਹੜੀਆਂ ਭਾਸ਼ਾਵਾਂ ਜਿਹੜੀਆਂ ਵਿਕਸਿਤ ਹੋ ਚੁੱਕੀਆਂ ਨੇ, ਉਹਨਾਂ ਬਾਰੇ ਆਪਾਂ ਜਿਹੜਾ ਵਿਸਥਾਰ ਦੇ ਵਿੱਚ ਦੇਖਾਂਗੇ। ਅੱਗੇ ਜੀ ਭਾਸ਼ਾ ਵਿਗਿਆਨ ਕੀ ਹੈ, ਉਸ ਦਾ ਪਰਿਭਾਸ਼ਾ, ਸਰੂਪ ਅਤੇ ਖੇਤਰ। ਅੱਗੇ ਭਾਸ਼ਾ ਵਿਗਿਆਨ ਅਤੇ ਭਾਸ਼ਾ ਸ਼ਾਸਤਰ, ਇਸ ਬਾਰੇ ਜਿਹੜਾ ਵਿਸਥਾਰ ਦੇ ਵਿੱਚ ਦੇਖਿਆ ਜਾਏਗਾ। ਹਾਂਜੀ। ਅੱਗੇ ਜਿਹੜਾ ਹੈ ਸਸਿਓਰ ਦਾ ਭਾਸ਼ਾਈ ਸੰਕਲਪ, ਜਿਸ ਦੇ ਵਿੱਚ ਚਿੰਨ੍ਹ ਜਾਣਾਂਗੇ। ਚਿੰਨ੍ਹ ਹੁੰਦਾ ਕੀ ਹੈ, ਚਿੰਨ੍ਹਕ ਕੀ ਹੁੰਦਾ ਹੈ, ਚਿਹਨਤ ਕੀ ਹੁੰਦਾ। ਠੀਕ ਹੈ। ਚਿੰਨ੍ਹ, ਚਿੰਨ੍ਹਕ, ਚਿਹਨਤ, ਇਸ ਨੂੰ ਜਿਹੜਾ ਆਪਾਂ ਕਲੀਅਰ ਕਰਾਂਗੇ। ਉਸ ਤੋਂ ਬਾਅਦ ਸਸਿਓਰ ਦਾ ਹੀ ਅੱਗੇ ਜੀ ਲੈਂਗ ਅਤੇ ਪੈਰੋਲ। ਠੀਕ ਹੈ ਜੀ। ਸੋ ਇਸ ਬਾਰੇ ਜਾਣਾਂਗੇ ਕਿ ਇਹ ਕੀ ਹੁੰਦੇ ਹੈ, ਇਕਾਲਕ ਅਤੇ ਦੁਕਾਲਕ ਕੀ ਹੁੰਦਾ ਹੈ, ਕੜੀ ਅਤੇ ਕੜੀਦਾਰ ਤੇ ਲੜੀਦਾਰ ਕੀ ਹੁੰਦੇ ਨੇ। ਸੋ ਇਹਨਾਂ ਨੂੰ ਜਿਹੜੇ ਸਸਿਓਰ ਦੇ ਸਾਰੇ ਕਨਸੈਪਟ ਨੇ, ਇਹਨਾਂ ਨੂੰ ਦੇਖਾਂਗੇ ਜੀ। ਅੱਗੇ ਜੀ ਨੋਮ ਚਮਸਕੀ ਦਾ ਭਾਸ਼ਾਈ ਸੰਕਲਪ, ਇਸ ਦੇ ਵਿੱਚ ਜਿਹੜਾ ਯੋਗਤਾ ਤੇ ਨਿਭਾਓ, ਗਹਿਨ ਤੇ ਸਤਹੀ ਯੁਗਤ, ਵਾਕ ਅੰਸ਼ਸਾਰੀ ਨੇਮ, ਰੂਪਾਂਤਰੀ ਨੇਮ, ਧੁਨੀ ਰੂਪਾਂਤਰਣ ਨੇਮ। ਠੀਕ ਹੈ ਜੀ। ਇਹ ਸਾਰਾ ਆਪਣੇ ਕੋਲ ਸਿਲੇਬਸ ਦੇ ਵਿੱਚ ਹੈ ਜੀ। ਸੋ ਉਸ ਤੋਂ ਅੱਗੇ ਜੀ ਧੁਨੀ ਤੇ ਧੁਨੀ ਵਿਗਿਆਨ, ਸੰਕਲਪ ਅਤੇ ਵਰਗੀਕਰਨ। ਅੱਗੇ ਹੈ ਜੀ ਆਪਣੇ ਕੋਲ ਭਾਵੰਸ਼, ਰੂਪੀਮ ਤੇ ਭਾਵੰਸ਼ ਰੂਪੀਮ ਪ੍ਰਬੰਧ। ਠੀਕ ਹੈ ਜੀ। ਸੋ ਭਾਵੰਸ਼ ਹੁੰਦਾ ਕੀ ਹੈ, ਰੂਪੀਮ ਕੀ ਹੁੰਦਾ, ਇਸ ਨੂੰ ਜਾਣਾਂਗੇ ਆਪਾਂ। ਤੇ ਸੰਕਲਪ ਅਤੇ ਵਰਗੀਕਰਨ, ਇਸ ਨੂੰ ਕਿਹੜੇ ਕਿਹੜੇ ਅੱਗੇ ਇਹਨਾਂ ਦਾ ਵਰਗੀਕਰਨ ਕਰ ਸਕਦੇ ਹਾਂ। ਉਸ ਨੂੰ ਫਿਰ ਵਾਕ ਅਤੇ ਵਾਕ ਵਿਗਿਆਨ, ਸੰਕਲਪ ਅਤੇ ਵਰਗੀਕਰਨ, ਵਾਕ ਕਿੰਨੇ ਤਰ੍ਹਾਂ ਦੇ ਹੁੰਦੇ ਆ, ਜਾਂ ਕੀ ਕੁਛ ਹੁੰਦਾ ਵਾਕ ਦੇ ਵਿੱਚ, ਕੀ ਮੇਲ ਅਤੇ ਅਧਿਕਾਰ ਹੁੰਦਾ। ਸੋ ਸਾਰੀ ਚੀਜ਼ਾਂ ਇਸ ਦੇ ਵਿੱਚ ਆਪਾਂ ਜਾਣਾਂਗੇ। ਅੱਗੇ ਜੀ ਅਰਥ ਅਤੇ ਅਰਥ ਵਿਗਿਆਨ, ਇਸ ਦੇ ਵਿੱਚ ਸੰਕਲਪ ਅਤੇ ਵਰਗੀਕਰਨ, ਇਸ ਦੇ ਬਾਰੇ ਵੀ ਜਾਣਾਂਗੇ। ਠੀਕ ਹੈ। ਜਿਨ੍ਹਾਂ ਵਿੱਚ ਆਪਣੇ ਕੋਲ ਪਤਾ ਹੈ ਕਿ ਸਾਰਾ ਇਸ ਦੇ ਵਿੱਚ ਜੋ ਦੇਖਾਂਗੇ ਆਪਾਂ, ਜਿਵੇਂ ਆਪਾਂ ਕਿਹੜੇ ਕਿਹੜੇ ਅਰਥ ਦੇ ਆਧਾਰ ਤੇ ਆਪਾਂ ਜਦੋਂ ਦੇਖਦੇ ਹਾਂ, ਜੋ ਸਮਾਨ ਅਰਥਕ ਸ਼ਬਦ ਵੀ ਆ ਗਏ। ਠੀਕ ਹੈ। ਹੋਰ ਤਰ੍ਹਾਂ ਦੇ, ਜਾਂ ਹੋਰ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਆਪਣੇ ਕੋਲ ਜਿਹੜੀਆਂ ਉਹ ਮਿਲਣਗੀਆਂ। ਹਾਂਜੀ। ਅੱਗੇ ਹੈ ਜੀ ਆਪਣੇ ਕੋਲ ਪੰਜਾਬੀ ਭਾਸ਼ਾ ਦਾ ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਸੋ ਆਪਾਂ ਨੂੰ ਪਤਾ ਹੈ ਕਿ ਜੋ ਪੰਜਾਬੀ ਭਾਸ਼ਾ ਹੈ, ਜੋ ਅਜੋਕੀ ਸਾਡੀ ਪੰਜਾਬੀ ਭਾਸ਼ਾ, ਉਹ ਇਵੇਂ ਦੀ ਸਾਨੂੰ ਨਹੀਂ ਪ੍ਰਾਪਤ ਹੋਈ। ਇਹ ਬਹੁਤ ਸਾਰੇ ਪੜਾਵਾਂ ਦੇ ਵਿੱਚੋਂ ਨਿਕਲ ਕੇ ਜਿਹੜੀ ਅੱਜ ਦੀ ਭਾਸ਼ਾ ਜਿਹੜੀ ਉਹ ਬਣੀ ਹੈ। ਠੀਕ ਹੈ ਜੀ। ਸੋ ਅੱਜ ਦੀ ਪੰਜਾਬੀ ਭਾਸ਼ਾ ਦਾ ਜਿਹੜਾ ਆਰੰਭ ਆਪਾਂ ਕਿੱਥੋਂ ਆ, ਕਿਵੇਂ ਵਿਕਾਸ ਹੋਇਆ, ਕਿੱਥੋਂ ਨਿਕਲੀ ਹੈ, ਸਾਰੀਆਂ ਇਸ ਦੀਆਂ ਵਿਸ਼ੇਸ਼ਤਾਵਾਂ ਜੋ ਹੈ ਦੇਖਾਂਗੇ। ਅੱਗੇ ਹੈ ਜੀ ਪੰਜਾਬੀ ਭਾਸ਼ਾ ਉੱਪਰ ਹੋਰ ਭਾਸ਼ਾਵਾਂ ਦੇ ਪ੍ਰਭਾਵ।
ठीक है। सानू पता है कि पंजाबी भाषा ਦੇ ਸਾਨੂੰ ਸੰਸਕ੍ਰਿਤ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ, ਹਿੰਦੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈਗਾ, ਫਾਰਸੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ, ਅੰਗਰੇਜ਼ੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ। ਸੋ ਬਹੁਤ ਸਾਰੇ ਅਜਿਹੇ ਸ਼ਬਦ ਨੇ, ਸਾਨੂੰ ਕਈ ਵਾਰ ਤਾਂ ਅਗਰ ਕਈ ਵਾਰ ਅੰਗਰੇਜ਼ੀ ਦੇ ਸ਼ਬਦ ਬੋਲ ਰਹੇ ਹੁੰਦੇ, ਸਾਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਅੰਗਰੇਜ਼ੀ ਦਾ ਸ਼ਬਦ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਵਰਤ ਰਹੇ ਹਾਂ। ਸੋ ਇਸ ਤਰ੍ਹਾਂ ਕਿਸ ਤਰ੍ਹਾਂ ਸਾਡੀਆਂ ਭਾਸ਼ਾਵਾਂ ਦੇ ਵਿੱਚ ਇਹ ਸ਼ਬਦ ਰਲੇ ਹੋਏ ਨੇ, ਜਾਂ ਸਾਡੀਆਂ ਭਾਸ਼ਾਵਾਂ ਦੇ ਵਿੱਚ ਇਹਨਾਂ ਹੋਰ ਭਾਸ਼ਾਵਾਂ ਦਾ ਕੀ ਪ੍ਰਭਾਵ ਪੈ ਰਿਹਾ, ਸੋ ਇਹਨਾਂ ਨੂੰ ਜਿਹੜਾ ਆਪਾਂ ਵਿਸਥਾਰ ਦੇ ਵਿੱਚ ਦੇਖਾਂਗੇ। ਅੱਗੇ ਜੀ ਪੰਜਾਬੀ ਭਾਸ਼ਾ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਠੀਕ ਹੈ ਜੀ। ਸੋ ਇਹਨਾਂ ਵਿਸ਼ੇਸ਼ਤਾਵਾਂ ਬਾਰੇ ਆਪਾਂ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ। ਅੱਗੇ ਜੀ ਪੰਜਾਬੀ ਦੀਆਂ ਉਪ ਭਾਸ਼ਾਵਾਂ, ਠੀਕ ਹੈ, ਜਿਹੜੀਆਂ ਕਿਹੜੀਆਂ ਸਾਡੇ ਕੋਲ 4 ਪੰਜਾਬੀ ਦੇ ਉਪ ਭਾਸ਼ਾਵਾਂ ਨੇ, ਠੀਕ ਹੈ ਜੀ, ਮਾਝੀ, ਮਾਲਵੀ, ਦੁਆਬੀ। ਸੋ ਇਹਨਾਂ ਸਾਰਿਆਂ ਬਾਰੇ ਜਿਹੜਾ ਆਪਾਂ ਜਾਣਕਾਰੀ ਹਾਸਲ ਕਰਾਂਗੇ। ਅੱਗੇ ਪੰਜਾਬੀ ਭਾਸ਼ਾ ਦੇ ਵਿਕਾਸ ਅਦਾਰੇ, ਪੰਜਾਬੀ ਭਾਵਨ ਸਰੂਪ ਰੂਪੀਮ ਵਿਗਿਆਨ ਵਿਉਂਤ, ਪੰਜਾਬੀ ਵਾਕ ਵਿਗਿਆਨ ਵਿਉਂਤ, ਪੰਜਾਬੀ ਅਰਥ ਵਿਗਿਆਨ ਵਿਉਂਤ। ਅੱਗੇ ਜੀ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ, ਠੀਕ ਹੈ ਜੀ। ਸੋ ਲਿਪੀ ਜਿਹੜੀ ਆਪਾਂ ਕਹਿ ਸਕਦੇ, ਜਿਵੇਂ ਭਾਸ਼ਾ ਇੱਕਦਮ ਹੋਂਦ ਦੇ ਵਿੱਚ ਨਹੀਂ ਆਈ, ਉਸੇ ਤਰ੍ਹਾਂ ਹੀ ਲਿਪੀ ਵੀ ਜਿਹੜਾ ਇੱਕਦਮ ਹੋਂਦ ਦੇ ਵਿੱਚ ਨਹੀਂ ਆਈ। ਸੋ ਕਿਹੜੀਆਂ ਲਿਪੀਆਂ ਦੇ ਵਿੱਚੋਂ ਹੁੰਦੀ ਹੋਈ ਅੱਜ ਦੀ ਜਿਹੜੀ ਗੁਰਮੁਖੀ ਲਿਪੀ ਹੈ ਸਾਡੇ ਕੋਲ ਜਿਹੜੀ ਪਹੁੰਚੀ ਹੈ। ਸੋ ਬਹੁਤ ਸਾਰੀਆਂ ਲਿਪੀਆਂ ਜਿਹੜੀਆਂ ਸੀ ਸਾਡੇ ਕੋਲ, ਠੀਕ ਹੈ ਜੀ। ਸ਼ੁਰੂ ਦੇ ਵਿੱਚ ਆਪਾਂ ਦੇਖੀਏ ਚਿੱਤਰ ਲਿਪੀ ਆਈ ਹੈ, ਗੰਢ ਲਿਪੀ ਆਈ ਹੈ। ਸੋ ਅਨੇਕਾਂ ਤਰ੍ਹਾਂ ਦੀਆਂ ਲਿਪੀਆਂ ਜਿਹੜੀਆਂ ਆਈਆਂ ਨੇ। ਸੋ ਜੋ ਕਿ ਕਿੱਥੋਂ ਨਿਕਾਸ ਹੋਇਆ, ਕਿਵੇਂ ਵਿਕਾਸ ਹੋਇਆ ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਠੀਕ ਹੈ ਜੀ। ਲਿਖੀ ਕਿਵੇਂ ਜਾਂਦੀ ਹੈ, ਕੀ ਵਿਸ਼ੇਸ਼ਤਾ ਹੈ, ਸਾਰੀਆਂ ਇਸ ਨੂੰ ਆਪਾਂ ਜਿਹੜਾ ਵਿਸਥਾਰ ਦੇ ਵਿੱਚ ਦੇਖਾਂਗੇ। ਅੱਗੇ ਜੀ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਅੰਤਰ ਸੰਬੰਧ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਕੀ ਅੰਤਰ ਸੰਬੰਧ ਹੈ, ਇਸ ਨੂੰ ਵੀ ਦੇਖਾਂਗੇ। ਅੱਗੇ ਜੀ ਪ੍ਰਮੁੱਖ ਪੰਜਾਬੀ ਭਾਸ਼ਾ ਵਿਗਿਆਨੀ ਸਾਡੇ ਕੋਲ ਜੀ ਦੁਨੀ ਚੰਦਰ ਹੈ, ਹਰਕਿਰਤ ਸਿੰਘ ਹੈ, ਪ੍ਰੇਮ ਪ੍ਰਕਾਸ਼ ਸਿੰਘ ਹੈ ਔਰ ਪਰਮਜੀਤ ਸਿੰਘ ਸਿੱਧੂ ਹੈ। ਤੇ ਇਸ ਨੂੰ ਜੋ ਦੇਖਾਂਗੇ ਜੀ ਆਪਾਂ। ਹਾਂਜੀ, ਉਸ ਤੋਂ ਬਾਅਦ ਲਾਸਟ ਵਾਲਾ ਜਿਹੜਾ ਯੂਨਿਟ ਹੈ ਜੀ ਆਪਣੇ ਕੋਲ 10ਵਾਂ ਯੂਨਿਟ ਹੈ ਜੀ। ਸੋ ਇਸ ਦੇ ਵਿੱਚ ਜੋ ਫੁਟਕਲ ਦੇ ਵਿੱਚ ਉਹਨਾਂ ਨੇ ਜੋ ਐਡ ਕੀਤਾ ਹੈ, ਜਿਸ ਦੇ ਵਿੱਚ ਪ੍ਰਵਾਸ ਹੈ, ਅਨੁਵਾਦ ਹੈ ਔਰ ਖੋਜ ਵਿਗਿਆਨ ਹੈ। ਸੋ ਪ੍ਰਵਾਸ ਕੀ ਹੈ, ਇਸ ਨੂੰ ਜਾਣਾਂਗੇ ਆਪਾਂ, ਠੀਕ ਹੈ ਜੀ। ਪ੍ਰਵਾਸ ਜਿਵੇਂ ਕਿ ਜਦੋਂ ਕੋਈ ਇੱਕ ਵਿਅਕਤੀ ਆਪਣੇ ਸਥਾਨ ਨੂੰ ਛੱਡ ਕੇ, ਆਪਣੇ ਭੂਗੋਲਿਕ ਚਰਿੱਤਰ ਨੂੰ ਛੱਡ ਕੇ ਜਿਹੜਾ ਕਿਸੇ ਹੋਰ ਜਗ੍ਹਾ ਤੇ ਜਾ ਕੇ ਵਾਸ ਕਰਦਾ ਹੈ, ਠੀਕ ਹੈ, ਉਹ ਪ੍ਰਵਾਸੀ ਕਹਾਉਂਦਾ ਹੈ। ਪਰ ਇਸ ਦੇ ਨਾਲ ਵੀ ਜਿਹੜੇ ਬਹੁਤ ਸਾਰੇ ਹੋਰ ਸ਼ਬਦ ਜਿਹੜੇ ਮਿਲਦੇ ਜੁਲਦੇ ਹੁੰਦੇ ਨੇ, ਸੋ ਉਹਨਾਂ ਨੂੰ ਵੀ ਆਪਾਂ ਅਲੱਗ-ਅਲੱਗ ਜਿਹੜਾ ਹੈ ਉਹਨਾਂ ਸ਼ਬਦਾਂ ਬਾਰੇ ਵੀ ਦੇਖਾਂਗੇ, ਜਿਸ ਦੇ ਵਿੱਚੋਂ ਆਬਾਦਕਾਰ ਹੋ ਗਿਆ, ਆਵਾਸੀ ਹੋ ਗਿਆ, ਪ੍ਰਵਾਸੀ ਹੋ ਗਿਆ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਦੇਖਾਂਗੇ। ਸੋ ਇਸ ਦੀਆਂ ਪ੍ਰਵਾਸ ਕੀ ਹੈ, ਪਰਿਭਾਸ਼ਾ ਕੀ ਹੈ ਤੇ ਸਰੂਪ ਔਰ ਤੱਤ ਇਸ ਤੇ ਕੀ ਨੇ, ਇਸ ਬਾਰੇ ਦੇਖਾਂਗੇ। ਅੱਗੇ ਡਾਇਸਪੋਰਾ ਅਤੇ ਪ੍ਰਵਾਸ, ਕਈ ਵਾਰ ਜਿਹੜੇ ਹੈ ਕਈਆਂ ਨੂੰ ਇਹ ਲੱਗਦਾ ਹੁੰਦਾ ਕਿ ਡਾਇਸਪੋਰਾ ਔਰ ਪ੍ਰਵਾਸ ਇੱਕੋ ਚੀਜ਼ ਹੈਗੀ ਹੈ, ਠੀਕ ਹੈ। ਪਰ ਲੇਕਿਨ ਡਾਇਸਪੋਰਾ ਅਤੇ ਪ੍ਰਵਾਸ ਦੇ ਵਿੱਚ ਬਹੁਤ ਵੱਡਾ ਆਪਸ ਦੇ ਵਿੱਚ ਇੱਕ ਅੰਤਰ ਹੈਗਾ। ਪਰ ਲੇਕਿਨ ਅਜੋਕੇ ਸਮੇਂ ਦੇ ਵਿੱਚ ਜ਼ਰੂਰ ਪ੍ਰਵਾਸ ਦੀ ਥਾਂ ਤੇ ਜਿਹੜਾ ਡਾਇਸਪੋਰਾ ਸ਼ਬਦ ਵਰਤ ਲਿਆ ਜਾਂਦਾ ਹੈ। ਪਰ ਲੇਕਿਨ ਇਹ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜਾ ਹੈ ਮਜਬੂਰੀ ਦਾ ਭਾਵ ਜਿਹੜਾ ਹੁੰਦਾ ਹੈਗਾ ਡਾਇਸਪੋਰਾ ਦੇ ਵਿੱਚ, ਕਿਉਂਕਿ ਇਹ ਕਿਤੇ ਨਾ ਕਿਤੇ ਜਾ ਕੇ ਯਹੂਦੀਆਂ ਨਾਲ ਜਾ ਕੇ ਰਲ ਜਾਂਦਾ ਜਦੋਂ ਉਹਨਾਂ ਨੂੰ ਉਹਨਾਂ ਦੀ ਜਗ੍ਹਾਵਾਂ ਤੋਂ ਜਿਹੜਾ ਕੱਢਿਆ ਗਿਆ ਸੀ। ਪ੍ਰਵਾਸ ਦੇ ਵਿੱਚ ਜਿਹੜਾ ਹੈ ਕਿਤੇ ਨਾ ਕਿਤੇ ਮਨ ਇੱਛਿਤ ਚੀਜ਼ ਇਸ ਦੇ ਵਿੱਚ ਹੁੰਦੀ ਹੈ। ਸੋ ਇਸ ਕਰਕੇ ਇਹਨਾਂ ਦਾ ਅੰਤਰ ਨਿਖੇੜਾ ਆਪਾਂ ਜਿਹੜਾ ਵਿਸਥਾਰ ਦੇ ਵਿੱਚ ਦੇਖਾਂਗੇ। ਇਸੇ ਤਰ੍ਹਾਂ ਹੀ ਪਾਰ ਰਾਸ਼ਟਰੀਅਤਾ ਅਤੇ ਪ੍ਰਵਾਸੀ ਸਾਹਿਤ ਕੀ ਹੁੰਦਾ ਹੈ, ਠੀਕ ਹੈ ਜੀ। ਸੋ ਕਈਆਂ ਨੂੰ ਇਹ ਲੱਗਦਾ ਹੁੰਦਾ ਕਿ ਅਗਰ ਪ੍ਰਵਾਸੀ ਸਾਹਿਤ, ਅਗਰ ਕੋਈ ਇੱਥੇ ਬੈਠਾ ਵਿਅਕਤੀ ਹੈ, ਜਿਹੜਾ ਕੋਈ ਲੇਖਕ ਹੈ, ਅਗਰ ਭਾਰਤ ਦੇ ਵਿੱਚ ਬੈਠਾ ਵਿਦੇਸ਼ ਬਾਰੇ ਲਿਖ ਰਿਹਾ ਤੇ ਸ਼ਾਇਦ ਉਹ ਪ੍ਰਵਾਸੀ ਸਾਹਿਤ ਹੋ ਜਾਏਗਾ, ਪਰ ਲੇਕਿਨ ਨਹੀਂ। ਸੋ ਪ੍ਰਵਾਸੀ ਸਾਹਿਤ ਅਸਲ ਦੇ ਵਿੱਚ ਹੁੰਦਾ ਕੀ ਹੈ, ਉਸ ਨੂੰ ਦੇਖਾਂਗੇ, ਠੀਕ ਹੈ ਜੀ। ਸੋ ਪ੍ਰਵਾਸੀ ਸਾਹਿਤ ਉਹੀ ਹੋਏਗਾ ਨਾ ਜਿਹੜਾ ਪ੍ਰਵਾਸੀ ਉੱਥੋਂ ਦੇ ਅਨੁਭਵਾਂ ਦੀ ਤਰਜਮਾਨੀ ਜਿਹੜਾ ਕਰਦਾ ਹੋਏਗਾ। ਸੋ ਅਸਲ ਦੇ ਵਿੱਚ ਪ੍ਰਵਾਸੀ ਸਾਹਿਤ ਹੁੰਦਾ ਕੀ ਹੈ, ਸੋ ਇਸ ਨੂੰ ਆਪਾਂ ਜਿਹੜਾ ਡਿਟੇਲ ਦੇ ਵਿੱਚ ਦੇਖਾਂਗੇ। ਅੱਗੇ ਹੈ ਜੀ ਬਹੁ ਸੱਭਿਆਚਾਰਵਾਦ, ਸੰਕਲਪ ਅਤੇ ਸਰੂਪ। ਸੋ ਇਸ ਦੇ ਬਾਰੇ ਜੋ ਦੇਖਾਂਗੇ ਜੀ। ਅੱਗੇ ਹੈ ਜੀ ਪ੍ਰਵਾਸੀ ਸੰਵੇਦਨਾ ਅਤੇ ਪ੍ਰਵਾਸੀ ਚੇਤਨਾ, ਅੰਤਰ ਨਿਖੇੜਾ। ਪ੍ਰਵਾਸੀ ਸੰਵੇਦਨਾ ਕੀ ਹੈ ਤੇ ਪ੍ਰਵਾਸੀ ਚੇਤਨਾ ਕੀ, ਇਸ ਦਾ ਅੰਤਰ ਨਿਖੇੜਾ ਵੀ ਜਿਹੜਾ ਕਰਾਂਗੇ। ਸੰਵੇਦਨਾ ਜਿਹੜੀ ਹੁੰਦੀ ਹੈ ਕਿਤੇ ਨਾ ਕਿਤੇ ਸਾਡੇ ਕੋਲ ਭਾਵੁਕ ਰੰਗਣ ਵਾਲੀ ਹੁੰਦੀ ਹੈ, ਤੇ ਚੇਤਨਾ ਜਿਹੜੀ ਹੈ ਸਾਡੇ ਕਿਤੇ ਨਾ ਕਿਤੇ ਬੌਧਿਕਤਾ ਨਾਲ ਜਿਹੜੀ ਜੁੜੀ ਹੁੰਦੀ ਹੈ। ਸੋ ਇਹਨਾਂ ਦਾ ਆਪਸ ਦੇ ਵਿੱਚ ਆਪਾਂ ਅੰਤਰ ਨਿਖੇੜ ਜਿਹੜਾ ਕਰਾਂਗੇ। ਅੱਗੇ ਹੈ ਜੀ ਪੰਜਾਬੀ ਪ੍ਰਵਾਸ, ਠੀਕ ਹੈ, ਇਸ ਦਾ ਇਤਿਹਾਸ ਜਾਣਾਂਗੇ ਕਿ ਕਿਵੇਂ ਆਰੰਭ ਹੋਇਆ ਪੰਜਾਬੀ ਪ੍ਰਵਾਸ, ਇਸ ਦੇ ਮਸਲੇ ਕੀ ਨੇ, ਜਾਂ ਜਦੋਂ ਬਾਹਰ ਜਾਂਦੇ ਨੇ ਤਾਂ ਇਹਨਾਂ ਦੇ ਲਈ ਕਿਹੜੀਆਂ ਵੰਗਾਰਾਂ, ਕਿਹੜੀਆਂ ਚੁਣੌਤੀਆਂ ਇਹਨਾਂ ਦੇ ਸਾਹਮਣੇ ਜਿਹੜੀਆਂ ਖੜੀਆਂ ਹੁੰਦੀਆਂ ਨੇ। ਸੋ ਅੱਗੇ ਹੈ ਜੀ ਸਾਡੇ ਕੋਲ ਅਨੁਵਾਦ। ਅਨੁਵਾਦ ਹੁੰਦਾ ਕੀ ਹੈ, ਠੀਕ ਹੈ ਜੀ। ਸੋ ਇਸ ਦੀ ਪਰਿਭਾਸ਼ਾ, ਸਰੂਪ ਤੇ ਤੱਤ ਬਾਰੇ ਜਿਹੜਾ ਹੈ ਅਸੀਂ ਜ਼ਿਕਰ ਕਰਾਂਗੇ। ਅੱਗੇ ਫਿਰ ਅਨੁਵਾਦ ਦੀਆਂ ਕਿਸਮਾਂ ਕਿਹੜੀਆਂ ਨੇ, ਅਨੁਵਾਦ ਦਾ ਮਹੱਤਵ ਕੀ ਹੈ,
ਠੀਕ ਹੈ ਜੀ। ਸੋ ਅਨੁਵਾਦ ਅਤੇ ਮਸ਼ੀਨ ਅਨੁਵਾਦ ਕੀ ਹੁੰਦਾ ਹੈ, ਜਾਂ ਕਾਵ ਅਨੁਵਾਦ ਦੀਆਂ ਕੀ ਸਮੱਸਿਆਵਾਂ ਨੇ। ਠੀਕ ਹੈ ਜੀ। ਸੋ ਅਨੁਵਾਦ ਹੋਈ ਹੋਗਾ ਨਾ, ਜਦੋਂ ਆਪਾਂ ਕਿਸੇ ਚੀਜ਼ ਨੂੰ ਟਰਾਂਸਲੇਸ਼ਨ ਕਰਦੇ ਹਾਂ, ਅਗਰ ਉਹ ਮਸ਼ੀਨ ਦੇ ਨਾਲ ਅਗਰ ਕੀਤੀ ਜਾਂਦੀ ਹੈ ਟਰਾਂਸਲੇਸ਼ਨ, ਤਾਂ ਉਸ ਦੇ ਵਿੱਚ ਕੀ ਹੋਏਗਾ ਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਉਸਨੂੰ ਇੱਕ ਇਨਸਾਨ ਆਪਣੇ ਦਿਮਾਗ ਦੇ ਨਾਲ ਸੋਚ ਕੇ ਉਸ ਸ਼ਬਦ ਨੂੰ ਫਿੱਟ ਕਰਦਾ ਹੈ, ਪਰ ਮਸ਼ੀਨ ਨੇ ਜੋ ਉਸ ਦੇ ਵਿੱਚ ਸ਼ਬਦ ਪਿਆ ਹੋਏਗਾ ਉਸਨੂੰ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਕਰ ਦੇਣਾ। ਠੀਕ ਹੈ ਜੀ। ਸੋ ਇਸ ਤਰ੍ਹਾਂ ਕੀ ਮਸ਼ੀਨ ਅਨੁਵਾਦ ਅਤੇ ਅਨੁਵਾਦ ਦੇ ਵਿੱਚ ਕਿੱਦਾਂ ਕੀ ਫਰਕ ਹੈ ਜਾਂ ਕੀ ਹੈ। ਸੋ ਕਾਵ ਅਨੁਵਾਦ ਦੀਆਂ ਕੀ ਸਮੱਸਿਆਵਾਂ ਆਉਂਦੀਆਂ ਨੇ, ਕਿਉਂਕਿ ਕਈ ਵਾਰ ਕੋਈ ਸ਼ਬਦ ਅਜਿਹਾ ਲੱਗਣਾ ਹੁੰਦਾ, ਅਗਰ ਉਸ ਦੀ ਜਗ੍ਹਾ ਉਹ ਸਹੀ ਸ਼ਬਦ ਅਨੁਵਾਦ ਨਹੀਂ ਕੀਤਾ ਜਾਂਦਾ ਤਾਂ ਉਸ ਦਾ ਜਿਹੜਾ ਹੈ ਉਸ ਸਤਰ ਦਾ ਜਿਹੜਾ ਅਰਥ ਬਦਲਣ ਦੀ ਜਿਹੜੀ ਸੰਭਾਵਨਾ ਜਿਹੜੀ ਬਣੀ ਰਹਿੰਦੀ ਹੈ। ਸੋ ਇਸੇ ਤਰ੍ਹਾਂ ਹੀ ਅੱਗੇ ਜੀ ਦੋ ਭਾਸ਼ੀਆ ਰੋਲ ਕੀ ਹੈ, ਅਨੁਵਾਦ ਅਤੇ ਮੀਡੀਆ ਕੀ ਹੈ, ਪੰਜਾਬੀ ਵਿੱਚ ਅਨੁਵਾਦਿਤ ਸਾਹਿਤ ਜਿਹੜਾ ਕੌਮੀ ਅਤੇ ਕੌਮਾਂਤਰੀ, ਇਹ ਅਨੁਵਾਦ ਨਾਲ ਸੰਬੰਧਿਤ ਹੈ ਜੀ। ਉਸ ਤੋਂ ਬਾਅਦ ਹੈ ਜੀ ਖੋਜ। ਠੀਕ ਹੈ ਜੀ। ਖੋਜ ਹੁੰਦੀ ਕੀ ਹੈ, ਪਰਿਭਾਸ਼ਾ, ਸਰੂਪ ਅਤੇ ਤੱਤ, ਇਹਨਾਂ ਬਾਰੇ ਜਾਣਾਂਗੇ ਜੀ। ਸੋ ਖੋਜ ਵਿਧੀ ਦੇ ਸੰਦ ਕੀ ਹਨ, ਖੋਜ ਅਤੇ ਆਲੋਚਨਾ ਅੰਤਰ ਨਿਖੇੜਾ ਕੀ ਹੈ। ਠੀਕ ਹੈ ਜੀ। ਖੋਜ ਕੀ ਹੁੰਦੀ ਹੈ ਔਰ ਆਲੋਚਨਾ ਕੀ ਹੈ, ਸੋ ਇਹਨਾਂ ਨੂੰ ਵੀ ਆਪਾਂ ਇਹਨਾਂ ਦਾ ਅੰਤਰ ਦੇਖਾਂਗੇ। ਅੱਗੇ ਖੋਜ ਲਈ ਕਿਹੜੀਆਂ ਵਿਧੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ। ਅੱਗੇ ਜੀ ਖੋਜ ਨਿਬੰਧ ਔਰ ਸ਼ੋਧ ਪ੍ਰਬੰਧ ਦਾ ਅੰਤਰ ਨਿਖੇੜਾ, ਕਈ ਵਾਰ ਦੇਖਣ ਨੂੰ ਕਈਆਂ ਨੂੰ ਇਹ ਲੱਗਦਾ ਕਿ ਖੋਜ ਨਿਬੰਧ ਔਰ ਸ਼ੋਧ ਪ੍ਰਬੰਧ ਸ਼ਾਇਦ ਇੱਕੋ ਹੀ ਚੀਜ਼ ਹੈ, ਸੋ ਇਹ ਜੋ ਨਹੀਂ ਹੈ। ਅੱਗੇ ਹੈ ਜੀ ਖੋਜ ਅਤੇ ਇੰਟਰਨੈਟ ਸਮੱਗਰੀ, ਸੋ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ ਖੋਜ ਦੇ ਦੌਰਾਨ, ਰਿਸਰਚ ਦੇ ਦੌਰਾਨ। ਅੱਗੇ ਜੀ ਖੋਜ ਅਤੇ ਡਿਜੀਟਲ ਲਾਇਬ੍ਰੇਰੀ। ਅੱਗੇ ਪੰਜਾਬੀ ਖੋਜ ਦੀਆਂ ਪ੍ਰਾਪਤੀਆਂ ਅਤੇ ਨਵੀਨ ਸੰਭਾਵਨਾਵਾਂ। ਅੱਗੇ ਹੈ ਜੀ ਪੰਜਾਬੀ ਖੋਜ ਪਰੰਪਰਾ। ਹਾਂਜੀ, ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ, ਜਿੰਨਾ ਪੂਰਾ ਸਿਲੇਬਸ ਹੈ ਪੂਰੇ 10 ਯੂਨਿਟ ਦੇ ਵਿੱਚ ਜਿਹੜਾ ਵੰਡਿਆ ਗਿਆ ਹੈ, ਸੋ ਇਸ ਨੂੰ ਜਿਹੜਾ ਹੈ ਆਪਾਂ ਪੂਰੇ ਵਿਸਥਾਰ ਦੇ ਵਿੱਚ ਜਿਹੜਾ ਇਹ ਕਰਾਂਗੇ ਜੀ। ਠੀਕ ਹੈ ਜੀ। ਸੋ ਕੱਲ ਤੋਂ ਜਿਹੜਾ ਹੈ MCQs ਜਿਹੜੇ ਸਟਾਰਟ ਹੋ ਜਾਣਗੇ। ਸੋ ਅੱਜ ਪਹਿਲਾ ਲੈਕਚਰ ਜਿਹੜਾ ਹੈ ਸਿਲੇਬਸ ਦੇ ਲਈ ਰੱਖਿਆ ਗਿਆ ਸੀ। ਸੋ ਹੁਣ ਜਿਹੜਾ ਯੂਨਿਟ ਵਾਈਜ਼ ਹੀ MCQs ਜਿਹੜੇ ਬਣਾਏ ਜਾਣਗੇ ਸ਼ੁਰੂ ਤੋਂ ਲੈ ਕੇ, ਤਾਂ ਕਿ ਜਿਹੜਾ ਹੈ ਤੁਹਾਨੂੰ ਵੀ ਸੌਖਾ ਹੋ ਜਾਏ ਇਸ ਚੀਜ਼ ਦੇ ਲਈ। ਸੋ ਆਪਾਂ ਨੂੰ ਪਤਾ ਹੀ ਕਿ ਸਾਲ ਦੇ ਵਿੱਚ 2 ਵਾਰ ਪੇਪਰ ਜਿਹੜਾ ਹੁੰਦਾ ਹੈ, ਜੂਨ ਅਤੇ ਦਸੰਬਰ ਦੇ ਵਿੱਚ। ਸੋ ਹੁਣ ਜੂਨ ਦੇ ਅਕੋਰਡਿੰਗ ਅਸੀਂ ਇਹ ਜੋ ਰੱਖਿਆ ਹੋਇਆ ਹੈ, ਸੋ ਕੱਲ ਤੋਂ ਅਗਰ ਸਟਾਰਟ ਕਰਦੇ ਹਾਂ, ਜੂਨ ਦੇ ਵਿੱਚ ਪੇਪਰ ਹੁੰਦਾ ਹੈ ਤੇ ਯਾਨੀ ਕਿ ਮਈ ਮਿਡ ਤੱਕ ਅਸੀਂ ਘੱਟ ਤੋਂ ਘੱਟ ਜਿਹੜਾ ਹੈ ਇਸ ਸਿਲੇਬਸ ਨੂੰ ਜਿਹੜਾ ਕੰਪਲੀਟ ਕਰ ਲਾਂਗੇ। ਠੀਕ ਹੈ ਜੀ। ਸੋ ਇਹ ਸੀ ਜੀ UGC ਨੈਟ ਦਾ ਸਿਲੇਬਸ, ਜੋ ਅਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਅਸੀਂ ਹੁਣ ਤੱਕ ਜੋ ਕਿਤਾਬਾਂ ਦੇ ਵਿੱਚ ਜੋ ਪੜ੍ਹਿਆ ਜ਼ਰੂਰ ਹੋਇਆ ਹੈ। ਠੀਕ ਹੈ ਜੀ। ਅਗਰ UGC ਨੈਟ ਸੰਬੰਧੀ ਕੋਚਿੰਗ ਸੰਬੰਧੀ ਅਗਰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਗਰ ਜਾਣਕਾਰੀ ਹਾਸਲ ਕਰਨੀ ਹੈ, ਠੀਕ ਹੈ ਜੀ, ਤਾਂ ਤੁਸੀਂ ਜਿਹੜਾ ਹੈ 9551700092 9551700093 ਤੇ ਤੁਸੀਂ ਹੈ ਕੰਟੈਕਟ ਕਰਕੇ ਜਿਹੜਾ ਹੈ ਪੁੱਛ ਸਕਦੇ ਹੋ ਜੀ। ਠੀਕ ਹੈ ਜੀ। ਹਾਂਜੀ, ਸੋ ਇਸ ਦੇ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।